ਇਸ ਕਰਕੇ ਅਸੀਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਤੋਂ ਲੈ ਕੇ ਗੁਰੂ ਦਸਵੇਂ ਗੁਰੂ ਕਲਗੀਧਰ ਪਾਤਸ਼ਾਹ ਤੱਕ 15 ਭਗਤ ਤੇ ਹੋਰ ਸਾਰੇ ਮਿਲਾ ਕੇ 36 ਭਗਤਾਂ ਦੀ ਜੋ ਬਾਣੀ ਹੈ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਬਾਣੀ ਕਹੇ ਸੇਵਕ ਜਨ ਮਾਨੇ। ਅਸੀਂ ਸਾਰੇ ਸੇਵਕ ਹਾਂ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਪਰਮੇਸ਼ਰ ਦੇ ਦਰਸ਼ਨ ਜਿਹੜੇ ਹਨ ਇਹਦੇ ਵਿੱਚ ਹਨ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੱਲਾ ਕੱਲਾ ਅੱਖਰ ਜਿਹੜਾ ਗੁਰੂ ਨਾਨਕ ਜੀ ਦਾ ਹਿਰਦਾ ਹੈ, ਉਹਨਾਂ ਦੀ ਅੱਖ ਹੈ। ਇਸ ਕਰਕੇ ਆਪਾਂ ਹਰ ਵਕਤ ਮਨ ਵਿੱਚ ਸਾਰਿਆਂ ਦੇ ਇਹੀ ਲੋਚਾ ਪੈਦਾ ਹੁੰਦੀ ਹੈ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਸਾਡੇ ਕਰਮ ਪੂਰੇ ਹੋ ਜਾਣ, ਸਾਡੇ ਭਾਗ ਉੱਚੇ ਹੋ ਜਾਣ, ਸਾਨੂੰ ਇਹ ਖਜ਼ਾਨਾ ਮਿਲ ਜਾਏ ਜਿਹੜਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇੱਥੋਂ ਹੀ ਖੋਜ ਕੇ ਲੱਭਿਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਸਾਨੂੰ ਸਾਰਿਆਂ ਨੂੰ ਆਸਰਾ ਹੈ। ਗੁਰੂ ਪਰਮੇਸ਼ਰ ਜਿਹੜਾ ਇਹ ਆਸਰਾ ਸਾਨੂੰ ਬਖਸ਼ਿਆ ਹੈ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਧੰਨਵਾਦ ਜਿਨ੍ਹਾਂ ਨੇ ਇਹ ਨਾਮ ਦਾ ਖਜ਼ਾਨਾ ਜਿਹੜਾ ਗੁਪਤਾ ਨਾਮ ਵਰਤੇ ਵਿੱਚ ਕਲਯੁਗ ਘਟ ਘਟ ਹਰ ਭਰਪੂਰ ਰਿਹਾ, ਨਾਮ ਰਤਨ ਜਨ ਹਿਰਦੇ ਪ੍ਰਗਟਿਆ, ਸੋ ਗੁਰ ਸਰਨਾਈ ਭਜ ਪਿਆ। ਤੇ ਫਿਰ ਜਦੋਂ ਇਹ ਗੁਪਤ ਨਾਮ ਜਿਹੜਾ ਪ੍ਰਗਟ ਹੋ ਗਿਆ ਕਲਯੁਗ ਦੇ ਵਿੱਚ, ਧੰਨ ਗੁਰੂ ਨਾਨਕ ਦੇਵ ਜੀ ਨੇ ਕੀਰਤਨ ਦੇ ਨਾਲ ਬੜੇ ਬੜੇ ਰਾਕਸ਼, ਬੜੇ ਬੜੇ ਠੱਗਾਂ ਨੂੰ, ਹੰਕਾਰੀਆਂ ਦਾ ਹੰਕਾਰ ਤੋੜਿਆ, ਚੋਰਾਂ ਨੂੰ ਸਾਧ ਬਣਾਇਆ। ਕਿਉਂਕਿ ਕੀਰਤਨ ਦੇ ਵਿੱਚ ਵੀ ਸੁਰਤੀ ਜਿਹੜੀ ਹੈ ਬਹੁਤ ਜਲਦੀ ਜੁੜਦੀ। ਇਸ ਕਰਕੇ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨ। ਜਦੋਂ ਅਸੀਂ ਧਿਆਨ ਦੀ ਅਵਸਥਾ ਦੇ ਵਿੱਚ ਬਹਿੰਦੇ ਹਾਂ, ਕੀਰਤਨ ਦੇ ਨਾਲ ਸੁਰਤ ਜੁੜ ਜਾਂਦੀ ਹੈ। ਇਹ ਮਨ ਸਹਿਜ ਸੁਭਾਏ ਦਸਵੇਂ ਆਕਾਸ਼ ਵਿੱਚ ਚਲਾ ਜਾਂਦਾ ਹੈ, ਜਿੱਥੇ ਅੰਮ੍ਰਿਤ ਰਸ ਚੁੰਦਾ ਹੈ, ਜੋ ਥਿਰ ਘਰ ਹੈ, ਸਦਾ ਰਹਿਣ ਵਾਲਾ ਘਰ ਹੈ। ਸੁਰਤੀ ਹਜ਼ੂਰੀ ਵਿੱਚ ਚਲੀ ਜਾਂਦੀ ਹੈ। ਸਤਿਗੁਰ ਦੇ ਘਰ ਦੇ ਅੱਗੇ ਇਹ ਹਜ਼ੂਰੀ ਹੈ, ਜਿਸ ਹਜ਼ੂਰੀ ਦੇ ਵਿੱਚ ਅਸੀਂ ਬੈਠਦੇ ਹਾਂ, ਜਿਸ ਨੂੰ ਅਸੀਂ ਕਹਿੰਦੇ ਹਾਂ ਗੁਰੂ ਮਹਾਰਾਜ ਜੀ ਦੇ ਅੰਮ੍ਰਿਤਸਰ, ਨੰਦੇੜ ਸਾਹਿਬ, ਜਿਹੜੇ ਵੀ ਤਖਤਾਂ ਦੇ ਉੱਤੇ ਰਾਗੀ ਸਾਹਿਬਾਨ ਹੁੰਦੇ ਹਨ, ਅਸੀਂ ਕਹਿੰਦੇ ਹਾਂ ਭਈ ਹਜ਼ੂਰੀ ਰਾਗੀ, ਜਿਨ੍ਹਾਂ ਦੇ ਗਲੇ ਦੇ ਵਿੱਚ ਹਜ਼ੂਰੀਆ ਵੀ ਹੁੰਦਾ ਹੈ। ਇਹ ਹਜ਼ੂਰੀ ਹੈ ਦ੍ਰਿਸ਼ਟਮਾਨ ਦੇ ਵਿੱਚ ਇੱਕ ਪਰਮਾਤਮਾ ਦੇ ਦਰ ਦੇ ਉੱਤੇ ਜਿਹੜਾ ਜੀਵ ਬੈਠ ਜਾਂਦਾ, ਮਨ ਬੱਚਾ ਬੈਠ ਜਾਂਦਾ ਜਾ ਕੇ ਇਸ ਸੁਖਮ ਦੇ ਵਿੱਚ, ਹਜ਼ੂਰੀ ਦੇ ਵਿੱਚ, ਜਿਹੜਾ ਕੀਰਤਨ ਬਾਣੀ ਸਰਵਣ ਕਰਦਾ, ਉੱਥੇ ਅਨਹਦ ਬਾਣੀ, ਨਾਦ, ਸ਼ਬਦ, ਕਿਉਂਕਿ ਉਹ ਲਿਖਤ ਵਿੱਚ ਨਹੀਂ ਹੈ, ਇਹ ਬਾਣੀ ਲਿਖੀ ਹੋਈ ਹੈ ਤੇ ਕੋਈ ਵਿਰਲਾ ਇਹਨਾਂ ਨੂੰ ਬੁੱਝ ਲੈਂਦਾ। ਇਸ ਬਾਣੀ ਨੂੰ ਤੇ ਕਈਆਂ ਨੇ ਲੱਭਿਆ। ਬਾਣੀ ਬਿਰਲੋ ਵਿਚਾਰ ਸੀ ਜੇ ਕੋਈ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ। ਇਹਦਾ ਵਾਸਾ ਕਿੱਥੇ? ਕਹਿੰਦੇ ਨਿਜ ਘਰ ਵਾਸਾ ਹੋਏ। ਸੋ ਇੱਥੇ ਜਿਹੜੇ ਬਹਿੰਦੇ ਹਨ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੀ ਬਾਣੀ। ਤੋ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜਿਹੜੇ ਅਨਹਦ ਬਾਣੀ, ਕਿਉਂਕਿ ਹਰੀ ਦੀ ਬਾਣੀ ਜਿਹੜੀ ਹੈ ਅਨਹਦ ਬਾਣੀ ਹੈ, ਹਰ ਕੀ ਕਥਾ ਅਨਹਦ ਬਾਣੀ। ਹਰੀ ਜਿਹੜਾ ਕਥਾ ਕਰਦਾ ਹੈ ਉਹ ਵੀ ਬੋਲਾਂ ਦੇ ਵਿੱਚ, ਜਿੱਦਾਂ ਗੁਰੂ ਨਾਨਕ ਦੇਵ ਜੀ ਅੱਖਰਾਂ ਦੇ ਵਿੱਚ ਅੱਖਰੀ ਨਾਮ, ਅੱਖਰੀ ਸਾਲਾ, ਅੱਖਰੀ ਗਿਆਨ ਗੀਤ ਗੁਣਗਾ, ਪਰਮੇਸ਼ਰ ਦੇ ਗੁਣ ਜਿਹੜੇ ਐਸਾ ਆਪਣੀ ਰਸਨਾ ਦੇ ਨਾਲ ਉਹ ਗਾਉਂਦੇ ਸੀ। ਮਰਦਾਨੇ ਨੂੰ ਕਹਿਣਾ ਉਹਨਾਂ ਨੇ, ਰਬਾਬ ਮਰਦਾਨੇ ਸੁਰ ਕਰ ਲੈ। ਮਰਦਾਨਾ ਕਿਉਂਕਿ ਰਬਾਬੀ ਸੀ, ਗਾਣ ਵਜਾਣਾ ਉਹਨਾਂ ਦੇ ਟੱਬਰ ਵਿੱਚ ਸੀ, ਪਰਿਵਾਰ ਵਿੱਚ। ਪੁਰਾਤਨ ਇਹ ਜਿਹੜੀ ਵਿਦਿਆ ਉਹਨਾਂ ਦੇ ਪਾਸ ਹੁੰਦੀ ਸੀ ਮਰਾਸੀਆਂ ਦੇ ਕੋਲ। ਡੂਮ ਕਹਿੰਦੇ ਸੀ, ਮਰਾਸੀ ਕਹਿੰਦੇ ਸੀ। ਇਹ ਇਸਲਾਮ ਦੇ ਵਿੱਚ ਛੋਟੀ ਜਾਤ ਵਾਲੇ, ਜਿਨ੍ਹਾਂ ਨੂੰ ਇਹ ਗਾਣਾ ਵਜਾਣਾ ਜਿਹੜਾ ਸਰਾ ਦੇ ਵਿੱਚ ਮਨਜ਼ੂਰ ਨਹੀਂ। ਕਈ ਜਗ੍ਹਾ ਦੇ ਵਿੱਚ ਜਿਹੜਾ ਅਰਬ ਕੰਟਰੀਆਂ ਦੇ ਵਿੱਚ ਇਹ ਗਾਣਾ ਵਜਾਣਾ ਉਹਨਾਂ ਨੂੰ ਨਹੀਂ ਪਾਉਂਦਾ। ਪਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਉੱਥੇ ਵੀ ਜਾ ਕੇ ਜਦੋਂ ਸੁਰ ਲਾਈ ਅੰਮ੍ਰਿਤ ਵੇਲੇ, ਤੇ ਉੱਥੋਂ ਦੇ ਜਿਹੜੇ ਪੀਰ ਸਨ ਮੁਲਤਾਨ ਦੇ, ਉਹਨਾਂ ਨੇ
ਆਪਣੇ ਸੇਵਕਾਂ ਨੂੰ ਭੇਜਿਆ ਕਿ ਜਾਓ, ਇਹ ਕਿਹੜਾ ਸਿਰ ਅੰਮ੍ਰਿਤ ਵੇਲੇ ਅੱਲਾ ਦੀ ਇਬਾਦਤ ਦੀ ਬੰਦਗੀ ਦਾ ਸਮਾਂ ਰਾਗ ਲਾਪ ਰਿਹਾ ਵੀ ਉਹਨਾਂ ਨੂੰ ਨਹੀਂ ਪਤਾ ਵੀ ਸਾਰਾ ਦਾ ਕਾਨੂੰਨ ਹੈ ਇੱਥੇ ਗਾਣਾ ਵਜਾਣਾ ਮਨਾ ਹੈ। ਪਰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਿਹੜੇ ਉਹ ਆਏ ਸਨ, ਜਦੋਂ ਉਹਨਾਂ ਦੇ ਹੱਥ ਜਿਹੜੇ ਪੱਥਰ ਮਾਰਨ ਲੱਗੇ, ਹੱਥ ਉੱਥੇ ਰੁਕ ਗਏ ਉਹਨਾਂ ਦੇ, ਉੱਥੇ ਹੀ ਪੱਥਰ ਆਪ ਹੀ ਪੱਥਰ ਹੋ ਗਏ। ਤੇ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਅੱਖ ਨਾਲ ਉਹਨਾਂ ਨੇ ਦੇਖਿਆ, ਮਰਦਾਨੇ ਨੇ ਰਬਾਬ ਬੰਦ ਕਰਨ ਲੱਗੇ। ਮਹਾਰਾਜ ਕਹਿੰਦੇ ਵੀ ਮਰਦਾਨੇ ਰਬਾਬ ਚਲਾ, ਇਹ ਬਾਣੀ ਦੇ ਨਾਲ ਆਪੇ ਹੀ ਸੁਰ ਹੋ ਜਾਣਗੇ। ਤੇ ਉਹ ਮਨ ਦੇ ਵਿੱਚ ਹੰਕਾਰ ਟੁੱਟਿਆ ਉਹਨਾਂ ਦਾ, ਵਾਪਸ ਚਲੇ ਗਏ। ਜਾ ਕੇ ਦੱਸਿਆ ਵੀ ਸਾਡਾ ਤੇ ਮਨ ਮੋਇਆ ਗਿਆ, ਅਸੀਂ ਤਾਂ ਪੱਥਰ ਹੋ ਗਏ, ਸਾਡੇ ਹੱਥ ਹੀ ਨਹੀਂ ਚੱਲੇ, ਰੁਕ ਗਏ। ਸੋ ਐਸੇ ਮੋਹ ਲੈਂਦੇ ਸਨ, ਬਾਣੀ ਦੇ ਨਾਲ ਹੀ ਤਾੜ ਦਿੰਦੇ ਸਨ। ਜਦੋਂ ਮਨ ਭਿੱਜ ਜਾਂਦਾ ਸੀ, ਫਿਰ ਉਹਨਾਂ ਨੂੰ ਵਿਆਖਿਆ ਕਰਕੇ ਉਹ ਬਾਣੀ ਦੇ ਅਰਥਾਂ ਦੀ ਅਕਥ ਕਥਾ ਦੇ ਨਾਲ ਮੰਤਰ ਮੁਕਤ ਕਰ ਦਿੰਦੇ ਸੀ ਤੇ ਫਿਰ ਉਹ ਚਰਨਾਂ ਦੇ ਉੱਤੇ ਢਹਿ ਪੈਂਦੇ ਸੀ। ਐਸੇ ਪ੍ਰਮਾਣ ਸਾਨੂੰ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਪਾਸ। ਉਹ ਜਾਂਦੇ ਹੀ ਮੱਠ ਵਿੱਚ ਸਨ, ਜਿੱਥੇ ਬਹੁਤ ਸਾਰੇ ਹਰਦੁਆਰ, ਜਿੱਥੇ ਬਨਾਰਸ ਹੈ, ਵੱਡੇ ਵੱਡੇ ਜਿੱਥੇ ਤੀਰਥਾਂ ਤੇ ਜਾ ਕੇ ਸਤਿਗੁਰੂ ਨਾਨਕ ਦੇਵ ਜੀ ਨੇ ਭਰਮਾਂ ਤੋਂ ਦੂਰ ਕਰਨਾ, ਸੰਸਾਰ ਨੂੰ ਸਿੱਧੇ ਰਸਤੇ ਤੇ ਲਾਉਣਾ। ਤੇ ਇਸ ਨਾਮ ਦਾ ਭੇਦ ਜਿਹੜਾ ਗੁਪਤ ਸੀ, ਆਪਾਂ ਜਿੱਥੇ ਨਾਮ ਦੀ ਗੱਲ ਕਰਨ ਲੱਗੇ ਹਾਂ, ਜੋ ਕੱਲ ਵਿਚਾਰ ਕਰਦੇ ਹਾਂ, ਇਹ ਇੰਟਰਨੈਟ ਕਰਕੇ ਸਾਰਾ ਕੁਝ ਬੰਦ ਹੋ ਗਿਆ ਸੀਗਾ। ਪਰ ਦਾਸ ਕਥਾ ਕਰਦਾ ਰਿਹਾ, ਕਿਉਂਕਿ ਸੁਰਤੀ ਜਿਹੜੀ ਸੀ ਉਹ ਸਤਿਗੁਰ ਦੇ ਚਰਨਾਂ ਨਾਲ ਜੁੜੀ ਹੋਈ ਸੀ, ਔਰ ਆਈਪੈਡ ਹੈ ਜਿਹੜਾ ਬੰਦ ਹੋ ਗਿਆ ਸੀ। तो गुरु महाराज जी के भाने में ही गुरमुख प्यारिओ हर एक चीज जिहड़ी है वो परमात्मा के भाने विच है, हुक्म विच है, जिसनों बाणी विच सतगुरु पातशाह जी कहते हैं, हुक्मे अंदर सब को बाहर हुक्म ना कोई। कोई भी चीज हुक्म तो बाहर नहीं, जमना मरना, बैठना उठना, चलना फिरना, बोलना, हर एक चीज जिहड़ी है हुक्म विच है। श्वास भी हुक्म दे विच ही असीं लै रहे हां, पर सोझी ना होण करके असीं हुक्म तो आकी हो जांदे। ते महाराज जी ने असली हुक्म फिर सानूं बुझाया। एक तो हुक्म है भी हर एक चीज सृष्टि दे विच, सूरज चंद्रमा तारे सिहारे, धरती आकाश रात दिन, बेल पत्ते बूटे, हर एक चीज हुक्म विच ही, पवन पानी बसंतर, ये हुक्म विच ही चलदे पे ने, हुक्म तो बाहर चल नहीं सकते। सो महाराज जी ने आख्या भाई जे हुक्म नूं बुझना है तो फिर महाराज कहंदे एको नाम हुक्म है, नानक सतगुर दिया बुझाए जी। कहंदे मैं चंगी तरह तुहानूं समझा दिता है कि असल विच नाम जिहड़ा शब्द है यही हुक्म है, इहदे तो ही प्रगट होया सब कुछ, सच्चे तो ही फिर पवन दे नाल खेल चलिया, जिसनूं बाणी विच सतगुर पातशाह जी ने ਜਦੋਂ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ ਸ਼ਬਦ ਦੇ ਵਿੱਚੋਂ ਕੀਤੀ, ਜਿਸ ਨੂੰ ਧਮਾਕਾ ਕਹਿੰਦੇ ਹਨ, ਬਿਗ ਬੈਂਗ ਕਹਿੰਦੇ ਹਨ, ਸਾਚੇ ਤੇ ਪਵਨਾ ਪਿਆ। ਸੱਚ ਕਹਿੰਦੇ ਸ਼ਬਦ ਨੂੰ, ਨਾਮ ਨੂੰ, ਇੱਥੋਂ ਪਵਨ ਪੈਦਾ ਹੋਈ। ਜਦੋਂ ਬੋਲੇ, ਜਦੋਂ ਆਵਾਜ਼ ਹੋਈ, ਧਮਾਕਾ ਹੋਇਆ, ਅਕਾਲ ਪੁਰਖ ਬੋਲੇ, ਈਸ਼ਵਰ ਅੱਲਾ ਪਰਮਾਤਮਾ ਬੋਲਿਆ, ਵਾਹਿਗੁਰੂ ਜੀ ਬੋਲੇ, ਤੇ ਬਹੁਤ ਵੱਡਾ ਇੱਕ ਕਹਿੰਦੇ ਬਿਗ ਬੈਂਗ, ਬਹੁਤ ਜਿਸ ਤਰ੍ਹਾਂ ਪਰਮਾਣੂ ਫਟਦਾ, ਇਸ ਤਰ੍ਹਾਂ ਇੱਕੋ ਕਵਾਓ ਤੋਂ ਹੀ ਲੱਖਾਂ ਦਰਿਆ ਜਿਹੜੇ ਪੈਦਾ ਹੋ ਗਏ, ਸ੍ਰਿਸ਼ਟੀਆਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਇੱਕੋ ਕਵਾਓ ਤਿਸਤੇ ਹੋਵੇ ਲੱਖ ਦਰਿਆ, ਕੁਦਰਤ ਕਮਨ ਕਹਾ ਵਿਚਾਰ। ਸੋ ਐਸੀ ਸ੍ਰਿਸ਼ਟੀ ਦੀ ਉਤਪਤੀ ਜਦੋਂ ਉਹ ਧਮਾਕਾ ਹੋਇਆ, ਉਹਦੇ ਵਿੱਚੋਂ ਪਵਨ ਪ੍ਰਗਟ ਹੋ ਗਈ, ਸਾਚੇ ਤੇ ਪਵਨਾ ਪਿਆ, ਤੇ ਪਵਨ ਦੇ ਵਿੱਚੋਂ ਜਲ ਤੇ ਅਗਨ ਪੈਦਾ ਹੋਈ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੀ ਭਵਨ ਸਾਜਿਆ। ਤ੍ਰੀ ਭਵਨ ਕਹਿੰਦੇ ਨੇ ਜਲ ਥਲ ਮਈਏ ਨੂੰ, ਧਰਤੀ ਆਕਾਸ਼ ਪਾਣੀ ਪਤਾਲ। ਤੋ ਇਹ ਸ੍ਰਿਸ਼ਟੀਆਂ ਇਸ ਤਰ੍ਹਾਂ ਬਣੀਆਂ ਇੱਕੋ ਸ਼ਬਦ ਦੇ ਵਿੱਚੋਂ। ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਸੀ ਸ਼ਬਦ ਹੋਇਆ, ਤੇ ਹੁਣ ਆਪਾਂ ਕਹਿੰਦੇ ਹਾਂ ਨਾਮ। ਉਸੇ ਨਾਮ ਸ਼ਬਦ ਇੱਕੋ ਹੀ ਚੀਜ਼ ਹੈ,
परमात्मा की मुख की आवाज। तो गुरु प्यारे महाराज जी ने फिर सानू दसिया भी तुहानू हुक्म ये सी जिहड़ा तुसीं 3 युगां तो नहीं बुझिया, एको नाम हुक्म है नानक सतगुर दिया बुझाए जीव। सानू चंगी तरह समझा के भेजा होया है। पर की होया जदों असीं त्रिगुण माया दे विच आ गए, शब्द नाम नू भुल गए, नाम गुप्त हो गया। क्योंकि जिस तरह ही साडा जन्म होया माता दे गर्भ दे विचों, ਇਹ ਨਾਮ ਦੇ ਨਾਲ ਜਿਹੜਾ ਕਨੈਕਸ਼ਨ ਤੋੜ ਕੇ ਸੁਖਮ ਨਾਲੋਂ ਤੋੜ ਕੇ ਅਸਥੂਲ ਨਾਲ ਜੋੜ ਦਿੱਤਾ। ਸੁਖਮ ਅਸਥੂਲ ਦੀ ਇੱਥੇ ਗੰਢ ਲੱਗੀ ਹੋਈ ਹੈ ਨਾਭ ਘਾਟ ਤੇ, ਜਿਸ ਨੂੰ ਅਸੀਂ ਧੁਨੀ ਕਹਿੰਦੇ ਹਾਂ। ਤੇ ਇਹ ਸ਼ਬਦ ਜਿਹੜਾ ਫਿਰ ਜਦੋਂ ਇਹ ਸਾਡਾ ਕਨੈਕਸ਼ਨ ਕੱਟਿਆ ਗਿਆ ਮਾਤਾ ਦੇ ਨਾਲੋਂ, ਤੇ ਨਾਮ ਜਿਹੜਾ ਸੀ ਇਹ ਗੁਪਤ ਹੋ ਗਿਆ। ਤੋ ਇਹ ਨਾਮ ਕਿੱਥੇ ਗੁਪਤ ਹੋਇਆ? ਫਿਰ ਘਰ ਦੇ ਵਿੱਚ, ਦਸਮ ਘਰ ਦੇ ਵਿੱਚ 9 ਦਰਵਾਜ਼ੇ ਪ੍ਰਗਟ ਹੋ ਗਏ, 10ਵਾਂ ਗੁਪਤ ਰਖਾਇਆ, ਇਹ ਗੁਪਤ ਹੋ ਗਿਆ। ਹੁਣ ਇਹ ਜਿਹੜੀ ਬਾਜੀ ਸੀ ਇਹ ਫਿਰ ਇਸ ਤਰ੍ਹਾਂ ਸਾਨੂੰ, ਜਿਸ ਤਰ੍ਹਾਂ ਸੰਸਾਰ ਦੇ ਵਿੱਚ ਆਏ, ਜਿਸ ਤਰ੍ਹਾਂ ਇੱਕ ਬੱਚੇ ਨੂੰ ਅਸੀਂ ਲੁਕਣ ਮੀਟੀ ਖੇਲਦੇ ਸੀ ਬਚਪਨ ਵਿੱਚ, ਤੇ ਇੱਕ ਬੱਚੇ ਦੇ ਅੱਖ ਤੇ ਪੱਟੀ ਬੰਨ ਦਿੱਤੀ ਜਾਂਦੀ ਸੀ ਤੇ ਉਹਨੂੰ ਪੁਹਾਲੀ ਦੇ ਕੇ ਗੋਲ ਗੋਲ ਘੁਮਾ ਕੇ ਛੱਡ ਦਿੱਤਾ ਜਾਂਦਾ ਸੀ ਭਈ ਹੁਣ ਤੂੰ ਸਾਨੂੰ ਲੱਭ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਦੀ ਪੁਹਾਲੀ ਪੁਰਖ ਵਿਦਾਤੇ, ਇਹ ਪੁਹਾਲੀ ਦੇ ਕੇ ਸਾਨੂੰ ਛੱਡਿਆ ਫਿਰ ਭਈ ਹੁਣ ਲੱਭੋ। ਇਹ 9 ਦਰ ਖੋਲ ਦਿੱਤੇ, 10ਵਾਂ ਗੁਪਤ ਕਰ ਦਿੱਤਾ। ਇਹ ਖੇਲ ਸੀ ਭਈ ਹੁਣ ਜਿੱਥੋਂ ਆਏ ਹੋ ਉੱਥੇ ਵਾਪਸ ਜਾ ਕੇ ਦਿਖਾਓ, ਲੱਭ ਕੇ ਦਿਖਾਓ, ਮੈਨੂੰ ਲੱਭੋ। ਤੇ ਮਹਾਰਾਜ ਜੀ ਨੇ ਫਿਰ ਇਹ ਖੇਲ ਰਚ ਦਿੱਤਾ। ਹੁਣ ਕਿਉਂ ਰਚਿਆ? ਕਈ ਲੋਕੀ ਕੁਐਸਚਨ ਕਰਦੇ ਆ। ਮਹਾਰਾਜ ਕਹਿੰਦੇ ਪ੍ਰਭ ਸਾਚੇ ਇੱਕ ਖੇਲ ਰਚਾਇਆ, ਆਗਿਆਕਾਰੀ ਕੀਨੀ ਮਾਇਆ। ਮਾਇਆ ਨੂੰ ਆਗਿਆ ਕੀਤੀ ਭਾਈ ਮੈਂ ਇੱਕ ਖੇਲ ਰਚਣ ਲੱਗਾ, ਇਸ ਖੇਲ ਤੇਰੇ ਖੇਲ ਦੇ ਵਿੱਚ ਜਿਹੜਾ ਤੂੰ ਖੇਲ ਰਚੇਂਗੀ, ਮੇਰੇ ਹੁਕਮ ਵਿੱਚ ਤੂੰ ਰਹੇਂਗੀ ਅਰਧਾਂਗਣੀ ਬਣ ਕੇ। ਮਾਇਆ ਤੋਂ ਭਾਵ ਸ਼ਕਤੀ, ਜਿਸ ਨੂੰ ਭਗਉਤੀ ਵੀ ਅਸੀਂ ਕਹਿੰਦੇ ਹਾਂ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਕਿਹਾ। ਇਹ ਅਕਾਲ ਪੁਰਖ ਦੀ ਸ਼ਕਤੀ ਨੂੰ ਭਗਉਤੀ ਸ਼ਕਤੀ ਨੂੰ ਕਿਹਾ ਹੈ। ਤਲਵਾਰ ਨੂੰ ਵੀ ਅਸੀਂ ਕਹਿ ਦਿੰਦੇ ਹਾਂ ਸ਼ਕਤੀ ਹੈ ਮਾਇਆ, ਜੋ ਦ੍ਰਿਸ਼ਟਮਾਨ ਵੀ ਦਿਖਦੀ ਹੈ। ਇਹ ਸਾਰਾ ਆਕਾਰਾਂ ਦਾ ਖੇਲ ਜਿਹੜਾ ਫਿਰ ਜਦੋਂ ਚੱਲਿਆ, ਇਹਨਾਂ ਆਕਾਰਾਂ ਦੇ ਵਿੱਚ ਫਿਰ ਇਹਨਾਂ ਸੁਰਤੀਆਂ ਨੂੰ, ਮਨਾਂ ਨੂੰ, ਪਰਮਾਤਮਾ ਦੇ ਬੱਚਿਆਂ ਨੂੰ ਇਹ ਖਾਨੀਆਂ ਦੇ ਵਿੱਚ ਵੰਡ ਕੇ ਭੇਜਿਆ ਗਿਆ। ਅੰਡਜ ਜੇਰ ਸੇਤਜ ਉਤ ਭੁਜ, ਪੌਣ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਧਰਮਸਾਲ ਤੋਂ ਭਾਵ ਹੁੰਦਾ ਜਿੱਥੇ ਲੋਕੀ ਆਉਂਦੇ ਹਨ, ਮੁਸਾਫਰ ਆਉਂਦੇ ਰਹਿੰਦੇ ਹਨ। 4 ਦਿਨ ਰਹੇ, ਕੋਈ ਹਫ਼ਤਾ ਰਹੇ, ਕਿਉਂਕਿ ਪੁਰਾਤਨ ਸਮਿਆਂ ਵਿੱਚ ਇਹ ਧਰਮਸ਼ਾਲਾ ਬਣੀਆਂ ਹੁੰਦੀਆਂ ਸੀ। ਜੰਗਲਾਂ ਦੇ ਵਿੱਚੋਂ ਲੋਕੀ ਲੰਘ ਕੇ ਆਉਂਦੇ ਸੀ, ਵਪਾਰੀ ਇੱਕ ਦੇਸ਼ ਤੋਂ ਦੂਜੇ ਦੇਸ਼ਾਂ ਦੇ ਵਿੱਚ ਜਾਣਾ, ਸ਼ਹਿਰਾਂ ਦੇ ਵਿੱਚ ਜਾਣਾ, ਵਪਾਰ ਕਰਨਾ, ਤੇ ਧਨ ਦੌਲਤ ਜਿਹੜੀ ਰਸਤੇ ਲੁੱਟੀ ਜਾਂਦੀ ਸੀ, ਜਿਹੜੀ ਪੂੰਜੀ ਰਾਸ ਲੈ ਕੇ ਜਾਂਦੇ ਸੀ। ਪਰ ਉਹਨਾਂ ਦੇ ਸਮਿਆਂ ਦੇ ਵਿੱਚ ਫਿਰ ਕੀ ਹੋਣ ਲੱਗਾ ਕਿ ਇੱਕ ਜਿਸ ਤਰ੍ਹਾਂ ਡਰਾਫਟ ਚੈੱਕ ਅਸੀਂ ਲੈ ਕੇ ਆਉਂਦੇ ਹਾਂ, ਟਰੈਵਲ ਚੈੱਕ ਜਾਂ ਕ੍ਰੈਡਿਟ ਕਾਰਡ, ਡੈਬਿਟ ਕਾਰਡ ਲੈ ਜਾਂਦੇ ਹਾਂ, ਤੇ ਸਾਨੂੰ ਕੋਈ ਡਰ ਨਹੀਂ, ਅਸੀਂ ਅਪਲਾਈ ਕਰਕੇ 2-4 ਦਿਨਾਂ 'ਚ ਵਾਪਸ ਲੈ ਸਕਦੇ ਹਾਂ ਅਗਰ ਗੁੰਮ ਵੀ ਜਾਏ। ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਸੀਂ ਮਸ਼ੀਨਾਂ ਦੇ ਵਿੱਚ ਪੈਸੇ ਕਢਾ ਲੈਂਦੇ ਹਾਂ, ਜਿੱਥੇ ਸਾਨੂੰ ਲੋੜ ਪਵੇ ਕਰੰਸੀ ਚੇਂਜ ਕਰ ਲੈਂਦੇ। ਉਹਨਾਂ ਸਮਿਆਂ ਦੇ ਵਿੱਚ ਇੱਕ ਹੁੰਡੀ ਹੁੰਦੀ ਸੀ, ਇੱਕ ਕਾਗਜ਼ ਦਾ ਟੁਕੜਾ ਹੁੰਦਾ ਸੀ, ਤੇ ਆਪਾਂ ਲੱਖ ਰੁਪਇਆ ਜਾਂ 10,000 ਰੁਪਇਆ ਉਹ ਸੇਠ ਨੂੰ ਦੇ ਦੇਣਾ, ਤੇ ਉਸ ਸੇਠ ਨੇ ਉਹਦੇ ਉੱਤੇ ਆਪਣੀ ਭਾਸ਼ਾ ਦੇ ਵਿੱਚ ਲਿਖ ਕੇ ਦਸਤਖਤ ਕਰਕੇ ਆਪਣੀ ਸਟੈਂਪ ਲਾ ਦੇਣੀ ਪਈ ਇਹ ਰੁੱਕਾ ਜਿਹੜਾ ਕਾਗਜ਼ ਹੈ, ਇਹ ਹੁੰਡੀ ਜਿਹਨੂੰ ਗੋਲ ਕਾਗਜ਼ ਕਰਕੇ ਉੱਪਰ ਇਹ ਧਾਗਾ ਲਪੇਟ ਦਿੰਦੇ ਸੀ ਜਾਂ ਰਬੜ ਲਾ ਦਿੰਦੇ ਪਈ ਇਹ ਹੁੰਡੀ ਲੈ ਜਾਓ, ਤੇ ਇੱਕ ਕਮਿਸ਼ਨ ਕੱਟ ਕੇ ਉਹਨਾਂ ਨੂੰ ਫਿਰ ਇਹ ਦੇ ਦਿੱਤਾ ਜਾਂਦਾ ਸੀ। ਉਹ ਰੁੱਕਾ, ਉਹ ਸੈਨ ਜਿਹੜੇ ਜਿਸ ਦੂਸਰੇ ਸ਼ਹਿਰ ਵਿੱਚ ਜਾ ਕੇ ਉਸਨੇ ਉਹ ਕਾਗਜ਼ ਦਿਖਾ ਕੇ ਉਹਨੂੰ ਉਨੀ ਮਾਇਆ ਮਿਲ ਜਾਂਦੀ ਸੀ। ਇਸ ਤਰ੍ਹਾਂ ਵਪਾਰ ਚੱਲਦਾ ਸੀ। ਤੋ ਗੁਰੂ ਪਿਆਰੇ ਇਸੇ ਤਰ੍ਹਾਂ ਅਸੀਂ ਵੀ ਉਹ ਧਰਮਸ਼ਾਲਾ ਦੇ ਵਿੱਚ ਫਿਰ ਵਪਾਰੀ ਰਸਤੇ ਵਿੱਚ ਠਹਿਰਦੇ ਹੁੰਦੇ ਸੀ। 2 ਦਿਨ, ਕੋਈ 4 ਦਿਨ ਆਪਣਾ ਕਾਰਜ ਮਾਰਕੀਟ ਵਿੱਚ ਕਰਨਾ, ਬਾਜ਼ਾਰਾਂ ਵਿੱਚ ਕਰਨਾ, ਰਾਤ ਨੂੰ ਆ ਕੇ ਧਰਮਸ਼ਾਲਾ ਵਿੱਚ ਸੋ ਜਾਣਾ। ਹਫ਼ਤਾ 10 ਦਿਨ ਜਿਹੜੇ ਪੁਰਾਣੀਆਂ ਪੇਮੈਂਟਾਂ ਲੈਣੀਆਂ, ਨਵਾਂ ਕੰਮ ਕਰਕੇ ਆਰਡਰ ਬੁੱਕ ਕਰ ਲੈਣੇ। ਹੁਣ ਵੀ ਚੱਲਦਾ ਇਸ ਤਰ੍ਹਾਂ। ਤਾਂ ਉਹਨਾਂ ਸਮਿਆਂ ਦੇ ਵਿੱਚ ਉਸ ਜਗ੍ਹਾ ਨੂੰ ਧਰਮਸ਼ਾਲਾ ਕਹਿੰਦੇ ਸੀ ਵੀ ਇੱਥੇ ਮੁਸਾਫਰ ਆਉਣਗੇ, ਰੁਕਣਗੇ। ਅੱਜ ਕੱਲ੍ਹ ਹੋਟਲ ਲੌਜ ਕਹਿਣ ਲੱਗੇ।
ਉਹ ਗੁਰੂ ਪਿਆਰਿਓ ਇਹ ਧਰਮਸ਼ਾਲਾ ਬਣਾਈ ਸੀ ਪਵਨ ਪਾਣੀ ਬਸੰਤਰ ਦੇ ਵਿਚਾਲੇ। ਉੱਪਰਲੇ ਹਿੱਸੇ ਨੂੰ ਇਹ ਜਿਹੜਾ ਸਾਡਾ ਕਹਿ ਦਿੱਤਾ ਵੀ ਜਲ ਥਲ ਮਈਲ ਨੂੰ ਕਹਿ ਦਿੱਤਾ ਪਵਨ ਪਾਣੀ ਅਗਨੀ ਪਤਾਲ। ਥੱਲੇ ਜਿੱਥੇ ਪਤਾਲ ਵਿੱਚ ਅਗਨੀ ਹੈ ਇਹਦੇ ਵਿੱਚ ਕਹਿੰਦੇ ਧਰਤੀ ਰੱਖੀ ਧਰਮਸ਼ਾਲਾ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ। ਇੱਕ ਧਰਮਸ਼ਾਲਾ ਇਹ ਧਰਤੀ ਨੂੰ ਬਣਾ ਦਿੱਤਾ ਵੀ ਇੱਥੇ ਸਗਲੀ ਧਰਤੀ ਸਾਧਕੀ ਤਸਕਰ ਬੈਠੇ ਆਏ। ਹੌਲੀ ਹੌਲੀ ਇੱਥੇ ਚੋਰ ਆ ਕੇ ਬਹਿ ਗਏ। ਇਹ ਭਗਤੀ ਵਾਸਤੇ ਮਹਾਰਾਜ ਜੀ ਨੇ ਰੱਖੀ ਸੀ। ਕਿਸ ਕਰਕੇ ਕਹਿੰਦੇ ਵਣਜ ਕਰੋ ਵਣਜਾਰਿਓ ਵੱਖਰ ਲਿਓ ਸਮਾਨ। ਜਿਹੜਾ ਵੰਜ ਕਰਕੇ ਵੱਖਰ ਇਕੱਠਾ ਹੋਏਗਾ, ਖੇਪ ਇਕੱਠੀ ਹੋਏਗੀ ਕੰਟੇਨਰਾਂ ਵਿੱਚ ਭਰ ਕੇ, ਜਿਸ ਤਰ੍ਹਾਂ ਸਮੁੰਦਰੀ ਜਹਾਜ਼ਾਂ ਬੇੜਿਆਂ ਦੇ ਵਿੱਚ ਬਹੁਤ ਸਾਰਾ ਕੰਟੇਨਰ ਭਰ ਭਰ ਕੇ ਸਮਾਨ ਆ ਜਾਂਦਾ। ਇਸ ਤਰ੍ਹਾਂ ਮਹਾਰਾਜ ਜੀ ਨੇ ਦੱਸਿਆ ਵੀ ਉਹ ਖੇਪ ਜਿਹੜਾ ਕੰਟੇਨਰ ਜੋ ਇਕੱਠਾ ਕਿਸ਼ਤ ਜਿਹੜੀ ਹੁੰਦੀ ਹੈ, ਇਹ ਤੁਸੀਂ ਖੇਪ ਇਕੱਠੀ ਕਰਨੀ, ਵਣਜ ਕਰਨਾ, ਵਪਾਰ ਕਰਨਾ। ਤੇ ਮਹਾਰਾਜ ਨੂੰ ਫਿਰ ਪੁੱਛਿਆ ਵੀ ਮਹਾਰਾਜ ਜੀ ਵਪਾਰ ਤਾਂ ਕਰਨ ਜਾ ਰਹੇ ਪਰ ਧਨ ਕਿਹੜਾ ਦੇ ਰਹੇ ਹੋ? ਮਹਾਰਾਜ ਕਹਿੰਦੇ ਤੁਹਾਨੂੰ ਸਵਾਸਾਂ ਦਾ ਧਨ ਦੇ ਰਹੇ। ਇਹ ਧਨ ਲੈ ਕੇ ਤੁਸੀਂ ਵਣਜ ਕਿਹੜਾ ਕਰਨਾ ਹੈ? ਨਾਮ ਸ਼ਬਦ ਦਾ ਭੇਦ ਲੈਣਾ ਤੇ ਵੱਖਰ ਜਿੱਥੇ ਸੰਸਾਰ ਦੇ ਕੰਮ ਕਰਨੇ। ਇਸ ਧਰਮਸ਼ਾਲਾ ਦੇ ਵਿੱਚ ਰਹਿ ਕੇ ਇਸ ਧਰਮਸ਼ਾਲਾ ਨੂੰ ਫਿਰ ਲੋਕਾਂ ਨੇ ਆਪਣਾ ਹੀ ਬਣਾ ਲਿਆ। ਇਸ ਧਰਤੀ ਨੂੰ ਕਿਸੇ ਨੇ ਵੰਡੀਆਂ ਪਾ ਲਈਆਂ, ਕਿਸੇ ਨੇ ਅਮਰੀਕਾ ਬਣਾਤਾ, ਕਿਸੇ ਨੇ ਕੋਈ ਪਾਣੀ ਵੰਡ ਲਏ, ਸਮੁੰਦਰ ਵੰਡ ਲਏ। ਹੌਲੀ ਹੌਲੀ ਸਾਰਾ ਕੁਛ ਇਹ ਵੰਡਿਆ ਗਿਆ। ਪਰ ਤ੍ਰੇਗੁਣ ਮਾਇਆ ਦਾ ਖੇਲ ਜ਼ਿਆਦਾ ਜਿਹੜਾ ਸਕਸੈਸਫੁਲ ਹੋ ਗਿਆ। ਤ੍ਰੇਗੁਣ ਮਾਇਆ ਦੇ ਵਿੱਚ ਜਿਹੜੇ ਪੰਜ ਦੂਤ ਕਾਲ ਜੀ ਜਿਹੜੀ ਧਰਤੀ ਇਹ ਬਣਾਈ, ਇਹ ਕਾਲ ਦੇ ਹਵਾਲੇ ਕਰ ਦਿੱਤੀਆਂ ਧਰਤੀਆਂ। ਖੰਡ ਪਤਾਲ ਦੀਪ ਸਭ ਲੋਆ ਕਾਲੇ ਵਸ ਆਪ ਪ੍ਰਭ ਕੀਆ। ਈਸ਼ਵਰ ਪਰਮੇਸ਼ਰ ਨੇ, ਵਾਹਿਗੁਰੂ ਜੀ ਨੇ ਇਹ ਕਾਲ ਨੂੰ ਦੇ ਦਿੱਤਾ। ਤੇ ਇਹਦੇ ਜਿਹੜੇ ਜਰਨੈਲ ਹਨ ਪੰਜ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਜਰਨੈਲ ਜਿਹੜੇ ਮਹਾਬਲੀ, ਇਹਨਾਂ ਦਾ ਖਿਤਾਬ ਇਹਨਾਂ ਨੂੰ ਮਿਲ ਚੁੱਕਾ ਹੈ। ਇਹਨਾਂ ਨੂੰ ਜਿੱਤਣ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਮੰਤਰ ਦਿੱਤਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਵਾਹਿਗੁਰੂ ਗੁਰੂ ਮੰਤਰ ਹੈ। ਜਪ ਹੋਮੇ, ਇਹ ਪੰਜਾਂ ਤੋਂ ਉੱਪਰ ਹੋਮੇ ਈਗੋ ਜਿਹੜੀ ਹੈ ਉਸ ਨੂੰ ਵੀ ਨਾਸ ਕਰ ਦਿੰਦੀ। ਇਹ ਪੰਜ ਦੂਤਾਂ ਨੂੰ ਵੀ ਅਸੀਂ ਵਸ ਵਿੱਚ ਕਰ ਲੈਂਦੇ ਹਾਂ। ਕਿਸ ਤਰ੍ਹਾਂ ਮਹਾਰਾਜ ਕਹਿੰਦੇ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਨ ਕੋਸੇ ਨਾਮ ਹਰ ਕੇ ਲਾਗੇ। ਜਦੋਂ ਹਰੀ ਦੇ ਨਾਮ ਨੂੰ ਕੰਨਾਂ ਦੇ ਨਾਲ ਸੁਣਿਆ, ਗੁਰਮੰਤਰ ਦੇ ਨਾਲ ਭੋਜਨ ਨੂੰ ਪਾਰ ਕੀਤਾ, ਤੇ ਜਿੱਥੇ ਤੱਕ ਇਹ ਪੰਜ ਪਰੂਆ ਦਰ ਵਿੱਚ ਰਹਿੰਦੇ ਜਿਹੜੇ ਬੈਠੇ ਹੋਏ ਸਾਡੇ ਅੱਖਾਂ ਤੇ ਥੱਲੇ ਥੱਲੇ ਏਰੀਏ ਦੇ ਵਿੱਚ, ਅਸੀਂ ਇਸ ਨੂੰ ਵੀ ਪਾਰ ਕਰ ਗਏ। ਤੇ ਉੱਥੇ ਆ ਕੇ ਜਿੱਥੋਂ ਹੁਣ ਆਪਾਂ ਇਹ ਸ਼ਬਦ ਭਗਤ ਬੈਣੀ ਜੀ ਦਾ ਸ਼ੁਰੂ ਕਰਨ ਲੱਗੇ ਹਾਂ, ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਓ ਥੋੜਾ ਜਿਹਾ ਨਾਲ ਨਾਲ ਗੁਰਮੰਤਰ ਦੇ ਨਾਲ ਧਿਆਨ ਜੋੜੀਏ। ਕਿਉਂਕਿ ਜਿਹੜਾ ਸਾਡਾ ਮਨ ਦਾ ਘਰ ਹੈ, ਇਹ ਸਾਡੀਆਂ ਅੱਖਾਂ ਦੇ ਸਾਹਮਣੇ, ਨੱਕ ਦੇ ਸਾਹਮਣੇ ਬਿਲਕੁਲ ਇੱਥੇ ਮਨ ਦੀ ਜਿਹੜੀ ਆਪਣਾ ਸਰੂਪ ਹੈ, ਸਾਨੂੰ ਇਹ ਆਇਨਾ ਹੈ ਮਨ ਦਾ ਸਾਹਮਣੇ। ਜਿਸ ਆਇਨੇ ਦੇ ਵਿੱਚ ਮਨ ਨੂੰ ਅਸੀਂ ਕਸਵੱਟੀ ਤੇ ਲਾ ਕੇ ਦੇਖਣਾ ਵੀ ਕਿੰਨਾ ਇਹ ਸਾਫ਼ ਹੋਇਆ, ਤੇ ਫਿਰ ਇਹ ਚਮਕਣ ਲੱਗ ਜਾਂਦਾ। ਜਿਸ ਤਰ੍ਹਾਂ ਕਿਸੇ ਚੀਜ਼ ਦੇ ਉੱਤੇ ਬੜੀ ਮਿੱਟੀ ਲੱਗ ਜਾਂਦੀ, ਕੋਈ ਸੋਨਾ ਹੈ ਜਾਂ ਕੁਛ ਹੈ, ਤੇ ਉਹ ਸੁਨਿਆਰ ਕੋਲ ਲੈ ਜਾਂਦੇ, ਕਹਿੰਦੇ ਵੀ ਇਹ ਸੋਨਾ ਤੇ ਲੱਗਦਾ ਨਹੀਂ, ਇਹ ਤਾਂ ਮੈਲ ਨਾਲ ਭਰਿਆ ਹੋਇਆ ਹੈ, ਕਈ ਸਾਲਾਂ ਤੋਂ ਇਸ ਦੀ ਪਾਲਿਸ਼ ਨਹੀਂ ਹੋਈ। ਤੇ ਉਹ ਕਹਿੰਦਾ ਵੀ ਇਸ ਨੂੰ ਮੈਂ ਹੁਣ ਆਪਣੀ ਕਸਵੱਟੀ ਤੇ ਰਗੜ ਕੇ ਦੇਖਾਂਗਾ, ਜੇ ਇਹ ਖਰਾ ਹੋਇਆ ਤੇ ਮੇਰੀ ਕਸਵੱਟੀ ਜਿਹੜੀ ਹੈ ਕਾਲੇ ਰੰਗ ਦਾ ਪੱਥਰ, ਇਹ ਦੱਸ ਦੇਗਾ ਵੀ ਕਿੰਨਾ ਇਹਦੇ ਚ ਖੋਟ ਹੈ ਤੇ ਕਿੰਨਾ ਇਹਦੇ ਵਿੱਚ ਸੋਨਾ ਹੈ। ਤੇ ਜੇ ਸ਼ੁੱਧ ਹੋਇਆ, ਖੋਟ ਘੱਟ ਹੋਈ, ਤਾਂ ਫਿਰ ਇਸ ਦੀ ਮੈਂ ਕੀਮਤ ਵੀ ਆਖ ਦਿਆਂਗਾ। ਸੋ ਇਸੇ ਤਰ੍ਹਾਂ ਮਨ ਵੀ ਜਿਹੜਾ, ਮਨ ਨੂੰ ਕਹਿੰਦੇ ਕੁੱਟ ਕੁੱਟ ਮਨ ਕਸਵੱਟੀ ਲਾਓ, ਇਹਨੂੰ ਵੀ ਅਸੀਂ ਕੁੱਟ ਕੁੱਟ ਕੇ ਜਦੋਂ ਸਾਫ਼ ਹੋ ਜਾਏ ਫਿਰ ਦੇਖਣਾ ਕਸਵੱਟੀ ਕਿਹੜੀ ਆਪਣੇ ਆਇਨੇ ਦੇ ਵਿੱਚ, ਜਿਹੜਾ ਸਾਡਾ ਮਨ ਦਾ ਆਇਨਾ ਹੈ ਸਾਹਮਣੇ, ਇਸ ਸ਼ੀਸ਼ੇ ਵਿੱਚ ਦੇਖਣਾ। ਇਹ ਮਨ ਆਰਸੀ, ਇਹ ਮਨ ਸੀਓ। ਆਰਸੀ ਕਹਿੰਦੇ ਸ਼ੀਸ਼ੇ ਨੂੰ, ਸ਼ੀਸ਼ਾ ਪਾਣੀ ਜੈਸਾ ਸਾਫ਼, ਸ਼ੀਸ਼ੇ ਜੈਸਾ ਸਾਫ਼। ਤੇ ਫਿਰ ਇਸ ਮਨ ਨੂੰ ਕਸਵੱਟੀ ਤੇ ਲਾਣੇ, ਜਦੋਂ ਇਹ ਚਮਕ ਜਾਂਦਾ। ਜਿੱਦਾਂ ਕੱਲ ਇੱਕ ਬੱਚੀ ਨੇ ਦੱਸਿਆ, ਜਿਹੜਾ ਇੰਡੀਆ ਕਹਿੰਦੇ ਹੋ ਕੇ ਆਏ, ਸਾਡਾ ਜਿਹੜੇ ਵਿਚਾਰ ਜਿਹੜੇ ਜ਼ਿਆਦਾ ਹੋ ਗਏ, ਤੇ ਮਨ ਦੀ ਜੋਤ ਜਿਹੜੀ ਉਹ ਆਪਣਾ ਸ਼ੀਸ਼ੇ ਮਨ ਸਾਫ਼ ਕਰਦੇ ਗੁਰਮੰਤਰ ਨਾਲ। ਤੇ ਕੱਲ ਉਹਨਾਂ ਦਾ ਸਵਾਲ ਸੀ ਵੀ ਮੈਂ 6 ਵੀਕਾਂ ਇੰਡੀਆ ਵਿੱਚ ਰਹਿ ਕੇ ਆਏ,
ਕਿਉਂਕਿ ਫਿਰ ਜਦੋਂ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ, ਸਾਡਾ ਜਿਹੜਾ ਬੈਡਰੂਮ ਹੈ ਉਹ ਵੀ ਸਾਡੇ ਕੋਲੋਂ ਵਿਸਰ ਜਾਂਦਾ ਹੈ। ਕਦੀ ਕਿੱਥੇ ਠਹਿਰਨਾ ਹੁੰਦਾ ਰਿਸ਼ਤੇਦਾਰ ਦੇ, ਕਦੀ ਕਿੱਥੇ, ਤੇ ਉਹ ਜਿਹੜੀ ਸਾਡੀ ਅਵਸਥਾ ਡੇਲੀ ਦਾ ਸਾਡਾ ਜਿਹੜੀ ਰੂਟੀਨ ਹੈ ਉਹ ਟੁੱਟ ਜਾਂਦੀ ਹੈ। ਤੇ ਉਸ ਬੱਚੀ ਦੇ ਹਲੇ ਸ਼ਬਦ ਵੀ ਨਹੀਂ ਸੁਣਦੇ, ਪਰ ਉਸਨੇ ਮਨ ਨੂੰ ਇੰਨਾ ਸਾਫ਼ ਕਰ ਲਿਆ। ਉਹ ਜਿਹੜਾ ਆਰਸੀ ਹੈ ਸ਼ੀਸ਼ੇ ਦੇ ਵਿੱਚ, ਉਹ ਮਨ ਉਹਨੂੰ ਦਿਖਦਾ ਸੀ ਤੇ ਹੁਣ ਵੀ ਝਲਕ ਪੈਂਦੀ ਹੈ, ਪਰ ਉਹ ਘਟ ਗਿਆ। ਸੋ ਇਸ ਕਰਕੇ ਫਿਰ ਉਹਨੂੰ, ਬੱਚੀ ਨੂੰ ਕੱਲ ਆਪਾਂ ਕਿਹਾ ਵੀ ਤੁਸੀਂ ਬੇਟਾ ਇਸ ਨੂੰ ਕੁੱਟੋ ਅੱਧਾ ਘੰਟਾ, ਫਿਰ ਸਾਫ਼ ਕਰੋ ਹੋਰ, ਕਿਉਂਕਿ ਇਹ ਵਿਚਾਰਾਂ, ਕਿਉਂਕਿ ਆਪਾਂ ਜਦੋਂ ਜਾਂਦੇ ਹਾਂ ਕੀ ਕਰਦੇ ਹਾਂ, ਇੰਡੀਆ ਗਏ, ਕਿਤੇ ਵੀ ਗਏ, ਆਪਣਾ ਟੈਚੀ ਰੱਖਿਆ, ਬੈਠੇ, ਹੱਥ ਮੂੰਹ ਧੋਤਾ, ਚਾਹ ਪਾਣੀ ਪੀਤਾ, ਤੇ ਸਾਡੇ ਫਿਰ ਇਹ ਵਚਨ ਚੱਲ ਪੈਂਦੇ ਹਨ ਭਈ ਉਹਨਾਂ ਦਾ ਦੱਸੋ ਕੀ ਹਾਲ ਹੈ। ਕਹਿੰਦੇ ਉਹਨਾਂ ਦੇ ਤੇ ਬੱਚੇ ਵਿਲਾਇਤ ਚਲੇ ਗਏ, ਬਾਹਰ ਚਲੇ ਗਏ। ਅੱਛਾ, ਦੂਜਿਆਂ ਦਾ ਦੱਸੋ, ਮਾਮਿਆਂ ਦਾ ਕੀ ਹੋਇਆ? ਕਹਿੰਦੇ ਉਹਨਾਂ ਦੇ ਤੇ ਬਹੁਤ ਕਾਰੋਬਾਰ 'ਚ ਘਾਟਾ ਪੈ ਗਿਆ, ਵੱਡਾ ਸ਼ਰਾਬੀ ਹੋ ਗਿਆ, ਛੋਟਾ, ਮਤਲਬ ਕਿਸੇ ਦੀ ਨਿੰਦਾ ਹੋ ਗਈ, ਕਿਸੇ ਦੀ ਸਾਡੇ ਕੋਲ ਉਸਤਤ ਹੋ ਗਈ। ਇਸੇ ਤਰ੍ਹਾਂ ਅਸੀਂ ਵੀ ਫਿਰ ਉਹਨਾਂ ਨੂੰ ਦੱਸਿਆ ਵੀ ਇਹ ਮਾੜੇ ਤੇ ਇਹ ਚੰਗੇ, ਤੇ 2-2 4-4 ਘੰਟੇ ਫਿਰ ਸਾਡੇ ਇਹੀ ਬਚਨ ਹੁੰਦੇ ਜਿਹੜੇ ਅਸੀਂ ਕਹਿੰਦੇ ਹਾਂ ਵੀ ਦੁੱਖ ਸੁੱਖ ਕਰ ਰਹੇ ਭੈਣ ਭਰਾਵਾਂ ਦੇ ਨਾਲ। ਇਹ ਸਮਾਨ ਰੱਖਦਿਆਂ ਹੀ ਇਹ ਫਿਰ ਸਾਡੇ ਸਵਾਸ ਜਿਹੜੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ। ਬਹੁਤ ਲੰਬੇ ਜਦੋਂ ਸਾਨੂੰ ਉਹਦੇ ਵਿੱਚ ਰਸ ਆਉਂਦਾ, ਫਿਰ ਅਸੀਂ ਲੰਬੇ ਕਰਕੇ ਉਸਨੂੰ ਪੋਲਿਸ਼ ਕਰ ਕਰਕੇ ਦੱਸਦੇ ਹਾਂ। ਤੇ ਫਿਰ ਜਿਨ੍ਹਾਂ ਦਾ ਮਨ ਜਾਗਦਾ, ਉਹ ਕਹਿੰਦੇ ਵੀ ਜਿਹੜੀ ਟੁੱਕ ਦੀ ਗੱਲ, ਜਿਹੜੀ ਉਹਦਾ ਜਿਹੜਾ ਆਨਸਰ ਹੈ ਉਹ ਆਪਾਂ ਗੱਲ ਕਰੀਏ। ਤੇ ਫਿਰ ਉਹ ਥੋੜੀ ਗੱਲ ਦੇ ਵਿੱਚ ਉਹ ਜਿਹੜਾ ਆਪਣਾ ਜਿਨ੍ਹਾਂ ਦਾ ਮਨ ਜਾਗਿਆ ਹੁੰਦਾ, ਉਹ ਫਿਰ ਲਿਮਟ ਦੀ ਗੱਲ ਕਰਕੇ, ਜਿਹੜੀ 4 ਘੰਟੇ ਦੇ ਵਿੱਚ ਰਸ ਲੈ ਕੇ ਉਹ ਨਿੰਦਾ ਚੁਗਲੀ ਕਰਨੀ ਸੀ, ਉਹ 2-4-10 ਮਿੰਟ ਦੇ ਵਿੱਚ ਉਸ ਗੱਲ ਨੂੰ ਮੁਕਾ ਦਿੰਦੇ ਹਨ। ਤੇ ਫਿਰ ਉਹ ਕੀ ਕਰਦੇ ਭਈ ਹੁਣ ਆਪਣਾ ਰਹਿ ਰਸ ਦਾ ਟਾਈਮ ਹੈ, ਹੁਣ ਆਪਣਾ ਗੁਰਮੰਤਰ ਦਾ ਟਾਈਮ ਹੈ। ਫਿਰ ਉਹਨਾਂ ਨੂੰ ਵੀ ਲਾ ਲੈਣਾ ਆਪਣੇ ਨਾਲ, ਕਿਉਂਕਿ ਮਨ ਜਾਗਿਆ ਹੋਇਆ ਭਈ ਸਵਾਸ ਖਰਾਬ ਹੋ ਰਹੇ। ਸਵਾਸਾਂ ਦੀ ਇੱਕ ਸਵਾਸ ਦੀ ਕੀਮਤ ਹੈ, ਅਰਬਾਂ ਖਰਬਾਂ ਦੇ ਕੇ ਵੀ ਨਹੀਂ ਕੋਈ ਲੈ ਸਕਿਆ। ਰਾਜੇ ਮਹਾਰਾਜੇ ਸਿਕੰਦਰ ਜੈਸੇ, ਜਿਨ੍ਹਾਂ ਨੇ ਇਹ ਕਹਿ ਦਿੱਤਾ ਸੀ ਭਈ ਸਾਰੀ ਦੌਲਤ ਲੈ ਲਓ, ਪਰ ਮੈਨੂੰ ਮੇਰੀ ਮਾਂ ਦੇ ਕੋਲ ਪਹੁੰਚਾ ਦਿਓ। ਸਮੁੰਦਰੀ ਜਹਾਜ਼ ਬੇੜੇ ਦੇ ਵਿੱਚ ਬੈਠੇ ਵੱਡੇ ਹਕੀਮਾਂ ਨੇ ਹੱਥ ਖੜੇ ਕਰ ਦਿੱਤੇ, ਤੇ ਫਿਰ ਕਿਹਾ ਵੀ ਤੁਸੀਂ ਕਾਹਦੇ ਡਾਕਟਰ ਤੇ ਕਾਹਦੇ ਹਕੀਮ? ਉਹ ਕਹਿਣ ਲੱਗੇ ਵੀ ਇਹ ਜਿਹੜੀ ਹੁਣ ਅੱਲਾਹ ਤਾਲਾ ਦੇ ਅੱਗੇ ਜਿਹੜੀ ਬੇਨਤੀ ਹੈ, ਕਿਉਂਕਿ ਜਿਹੜਾ ਰੋਗ ਹੈ ਤੁਹਾਡਾ ਉਹ ਅਸਾਧ ਰੋਗ ਹੋ ਗਿਆ, ਜਿਹਦਾ ਕੋਈ ਇਲਾਜ ਨਹੀਂ, ਸਾਡੀ ਦਵਾਈ ਦੇ ਵਿੱਚ ਕੋਈ ਕਮੀ ਨਹੀਂ। ਤੇ ਉਹਨਾਂ ਨੇ ਚਲਦੇ ਪਾਣੀ ਦੇ ਵਿੱਚ ਆਖਿਆ ਵੀ ਦਵਾਈ ਦਾ ਚਮਤਕਾਰ ਦਿਖਾਓ। ਉਹਨਾਂ ਨੇ ਆਪਣਾ ਪੁੜੀ ਖੋਲ ਕੇ ਕਹਿੰਦੇ ਪਾਣੀ ਵਿੱਚ ਸੁੱਟੀ, ਤੇ ਉੱਥੇ ਪਾਣੀ ਖੜਾ ਹੋ ਗਿਆ, ਜੰਮ ਗਿਆ, ਉੱਥੇ ਬਰਫ਼ ਬਣ ਗਿਆ। ਕਹਿੰਦੇ ਦਵਾਈ ਦੇ ਵਿੱਚ ਤਾਂ ਬਹੁਤ ਸੱਤਾ ਹੈ, ਪਰ ਹੁਣ ਜਿਹੜਾ ਤੁਹਾਡੇ ਸਵਾਸ ਹਨ, ਤੁਹਾਡਾ ਜਿਹੜਾ ਰੋਗ ਹੈ, ਇਹ ਦੱਸਦਾ ਵੀ ਹੁਣ ਤੁਹਾਡਾ ਬਚਣਾ ਮੁਸ਼ਕਿਲ। ਕਹਿੰਦੇ ਅੱਧੀ ਦੌਲਤ ਲੈ ਲਓ, ਪੂਰੀ ਲੈ ਲਓ, ਮੈਨੂੰ ਯੂਨਾਨ ਪਹੁੰਚਾ ਦਿਓ ਆਪਣੇ ਪਰਿਵਾਰ ਦੇ ਵਿੱਚ, ਮੇਰੀ ਮਾਤਾ ਦੇ ਕੋਲ। ਮੈਂ ਦੱਸਾਂ ਤੇ ਸਹੀ ਪਈ ਮੈਂ ਸਾਰੀ ਦੁਨੀਆ ਫਤਿਹ ਕੀਤੀ। ਤੇ ਗੁਰੂ ਪਿਆਰਿਓ, ਫਿਰ ਜਦੋਂ ਸਵਾਸ ਨਾ ਮਿਲਣ ਸਰੀਰ ਛੱਡਿਆ ਜਾਂਦਾ, ਪਰ ਅੰਤਮ ਸਮੇਂ ਸਿਕੰਦਰ ਨੇ ਇਹ ਗੱਲ ਕਹੀ ਸੀ ਵੀ ਗਲੀਆਂ ਕੂਚਿਆਂ ਦੇ ਵਿੱਚ ਮੇਰੇ ਹੱਥ ਦੋਨੋਂ ਬਾਹਰ ਕਰਕੇ ਮੁੱਠੀਆਂ ਖੋਲ ਦਿਓ। ਤੇ ਲੋਕੀ ਜਦੋਂ ਦੀਵਾਰਾਂ ਤੇ ਖੜੇ ਹੋਏ, ਜਨਾਜ਼ਾ ਨਿਕਲਿਆ ਸਿਕੰਦਰ ਦਾ, ਹੱਥ ਦੇਖੇ ਭਈ ਕਹਿਣ ਲੱਗੇ ਵੀ ਇਹ ਹੱਥ ਕਿਸ ਤਰ੍ਹਾਂ ਬਾਹਰ ਰਹਿ ਗਏ, ਕਫਨ ਦੇ ਵਿੱਚੋਂ ਬੰਨਿਆ ਹੋਇਆ ਜਨਾਜ਼ਾ ਜਾਂਦਾ ਭਈ ਡੱਬੇ ਦੇ ਵਿੱਚ ਜਾਂਦਾ, ਕੋਈ ਇਹ ਪੌੜੀ ਤੇ ਲੈ ਜਾਂਦੇ ਹਨ, ਕੋਈ ਫੱਟੇ ਤੇ ਲੈ ਜਾਂਦੇ ਹਨ, ਕਿਸ ਤਰ੍ਹਾਂ ਕਰਕੇ, ਕਿਉਂਕਿ ਰਾਜਾ ਸੀ, ਬਹੁਤ ਪੈਸੇ ਵਾਲਾ ਸੀ, ਬੜੇ ਪਰ ਜਦੋਂ ਹੱਥ ਬਾਹਰ ਦੇਖੇ ਤੇ ਕਈਆਂ ਨੇ ਮੂੰਹ ਚੁੰਗਲਾਂ ਪਾ ਲਈਆਂ ਵੀ ਐਡਾ ਵੱਡਾ ਰਾਜਾ, ਵੀ ਕਿਸ ਤਰ੍ਹਾਂ ਗਲਤੀ ਹੋ ਗਈ, ਹੱਥ ਕਿਉਂ ਬਾਹਰ ਰਹਿ ਗਏ? ਤੇ ਸਿਆਣਿਆਂ ਨੇ ਦੱਸਿਆ ਵੀ ਸਿਕੰਦਰ ਨੇ ਇਹ ਕਿਹਾ ਹੈ, ਇਹਨਾਂ ਹੱਥਾਂ ਦਾ ਮਤਲਬ ਇਹ ਹੈ ਵੀ ਸੰਸਾਰ ਦੇ ਵਿੱਚ ਖਾਲੀ ਹੱਥ ਮੈਂ ਆਇਆ ਸੀ, ਉਦੋਂ ਮੁੱਠੀਆਂ ਬੰਦ ਸੀ, ਸਵਾਸਾਂ ਦੀ ਪੂੰਜੀ ਨਾਲ ਲੈ ਕੇ ਆਇਆ ਸੀ, ਧਨ ਲੈ ਕੇ ਆਇਆ ਸੀ। ਤੇ ਜਿਹਦੇ ਕੋਲ ਧਨ ਹੁੰਦਾ ਫਿਰ ਉਹ ਮੁੱਠੀ ਬੰਦ ਰੱਖਦਾ, ਉਦੋਂ ਮੁੱਠੀਆਂ ਬੰਦ ਸੀ, ਪਰ ਉਹ ਹੁਣ ਖਾਲੀ ਹੱਥ ਜਾ ਰਹੇ। ਕਹਿੰਦੇ ਵੀ ਕੁਛ ਨਹੀਂ ਖਟਿਆ। कहता खटिया कहाँ गवाया, चलो सिताब, हथ बन के कहते सिताब दीवान बुलाया। क्यों बुलाया? कहते हर फरमान दरगे का आया। ਹੁਣ ਦੱਸੋ ਵੀ ਕੀ ਖਟਿਆ ਤੇ ਕੀ ਕਮਾਇਆ? ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਭਈ ਵਣਜ ਕਰੋ ਵਣਜਾਰੇ ਹੋ, ਤੁਸੀਂ ਵਣਜਾਰੇ ਹੋ, ਵਪਾਰੀ ਹੋ, ਵਣਜ ਕਰੋ ਵਣਜਾਰੇ ਹੋ, ਵੱਖਰ ਲਿਓ ਸਮਾਓ, ਤੈਸੀ ਵਸਤ ਵਸਾਈਏ। ਕਹਿੰਦੇ ਇਹੋ ਜੀ ਵਸਤ ਇਕੱਠੀ ਕਰਿਓ ਜੈਸੀ ਨਿਭੇ ਨਾਲ। ਜਿਹੜਾ ਨਾਲ ਨਿਭਣ ਵਾਲਾ ਕਿਹੜਾ ਧਨ ਹੈ ਜਿਹੜਾ ਹੁਣ ਅਸੀਂ ਇਕੱਠਾ ਕਰ ਰਹੇ ਹਾਂ? ਹਰ ਕੀ ਕਥਾ ਕਰ ਰਹੇ ਹਾਂ, ਸ਼ਬਦ ਦੀ ਵਿਚਾਰ ਕਰ ਰਹੇ ਹਾਂ, ਮਨ ਤਨ ਨੂੰ ਧੋ ਰਹੇ ਹਾਂ। ਮਨ ਤਨ ਧੋਵੇ ਗੁਰ ਸ਼ਬਦ ਵਿਚਾਰੀ, ਗੁਰੂ ਦੀ ਵਿਚਾਰ ਸੁਣ ਰਹੇ ਹਾਂ, ਬਾਣੀ ਦੀ ਵਿਚਾਰ। ਤੇ ਮਹਾਰਾਜ ਕਹਿੰਦੇ ਤੁਹਾਡਾ ਮਨ ਔਰ ਤਨ ਧੋਤਾ ਜਾ ਰਿਹਾ, ਤੁਹਾਡੇ ਸਵਾਸ ਜਮਾ ਹੋ ਰਹੇ, ਤੁਹਾਡੀ ਖੇਪ ਇਕੱਠੀ ਹੋ ਰਹੀ, ਤੁਸੀਂ ਕਿਸ ਤਰ੍ਹਾਂ ਜਮਾ ਕਰਾ ਰਹੇ ਹੋ? ਦੌਲਤ ਵਾਲੇ ਹੋ, ਧਨ ਵਾਲੇ ਹੋ,
ਅਸਲੀ ਧਨ ਤੁਹਾਡੇ ਕੋਲ ਹੈ ਨਾਮ ਦਾ। ਤੇ ਮਹਾਰਾਜ ਕਹਿੰਦੇ ਇਸ ਨੂੰ ਨਾ ਤਸਕਰ ਚੋਰੀ ਕਰ ਸਕਦੇ, ਨਾ ਪਾਣੀ ਡੁਬੋ ਸਕਦਾ ਹੈ, ਨਾ ਅਗਨ ਜਲਾ ਸਕਦੀ ਹੈ, ਨਾਲ ਹੀ ਤੁਹਾਡੇ ਚਲੇ ਜਾਣਾ, ਕਿਉਂਕਿ ਸਰੀਰ ਨੂੰ ਜਲਾਇਆ ਜਾ ਸਕਦਾ ਪਰ ਜੀਵਾਤਮਾ ਜਿਹੜੀ ਹੈ ਕਦੀ ਨਹੀਂ ਮਰਦੀ। ਇਹ ਮਨ ਜੀਵਾਤਮਾ ਦੇ ਨਾਲ ਇਹ ਧਨ ਜਿਹੜਾ ਚਲਾ ਜਾਂਦਾ ਹੈ ਤੇ ਫਿਰ ਲੇਖੇ ਤੋਂ ਛੁੱਟ ਜਾਂਦਾ ਹੈ। ਤੇ ਕਹਿੰਦੇ ਨਾਮ ਤੋਂ ਬਿਨਾਂ ਲੇਖੇ ਤੋਂ ਅਸੀਂ ਛੁੱਟ ਨਹੀਂ ਸਕਦੇ। ਲੇਖੇ ਕਤੇ ਨਾ ਛੁੱਟੀਏ, ਖਿਨ ਖਿਨ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ। ਜੇ ਉਹ ਬਖਸ਼ ਦੇਵੇ ਤਾਂ ਉਹਦੀ ਮਾਲਕ ਦੀ ਆਪਣੀ ਮਰਜ਼ੀ ਹੈ, ਪਰ ਮਾਲਕ ਨੇ ਧਨ ਦੇ ਕੇ ਭੇਜਿਆ ਹੈ ਔਰ ਮਾਲਕ ਨੇ ਗੁਰੂ ਪਿਆਰਿਓ ਇਹਨਾਂ ਧਨ ਦਾ ਜਿਹੜਾ ਸਵਾਸਾਂ ਦਾ ਧਨ ਹੈ ਇਹਦਾ ਹਿਸਾਬ ਲੈਣਾ। ਕੱਲੇ ਕੱਲੇ ਇੱਕ ਇੱਕ ਅੱਧੇ ਅੱਧੇ ਸਵਾਸ ਦਾ ਵੀ ਹਿਸਾਬ ਹੋਣਾ। ਜਦੋਂ ਅਸੀਂ ਵਾਹੇ ਕਹਿੰਦੇ ਹਾਂ ਤੇ ਗੁਰੂ ਪਿਆਰੇ ਕਹਿੰਦੇ ਵਾਹੇ ਕਹਿੰਦੇ ਆ, ਜੇ ਵਿਚਾਰ ਆ ਗਈ, ਗੁਰੂ ਕਹਿੰਦੇ ਆ ਵਿਚਾਰ ਨਹੀਂ ਆਈ ਤੇ ਅੱਧਾ ਸਵਾਸ ਜਮਾ ਹੋਇਆ, ਅੱਧਾ ਨਹੀਂ ਹੋਇਆ। ਵਿਚਾਰਾਂ ਦੇ ਵਿੱਚ ਭਗਤੀ ਨਹੀਂ, ਵਿਚਾਰਾਂ ਵਿੱਚ 5 ਬਾਣੀਆਂ ਨਹੀਂ, ਵਿਚਾਰਾਂ ਵਿੱਚ 20 ਸੁਖਮਨੀਆਂ ਨਹੀਂ। ਸੁਖਮਨੀ ਦਾ ਇੱਕ ਅੱਖਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਸਿਮਰੋ ਸਿਮਰ ਸਿਮਰ ਸੁਖ ਪਾਓ, ਕਲ ਕਲੇਸ਼ ਤਨ ਮਾਏ ਮਿਟਾਓ। ਕਦੋਂ ਮਿਟਣਗੇ? ਜਦੋਂ ਅਸੀਂ ਵਿਚਾਰਾਂ ਤੋਂ ਰਹਿਤ ਹੋ ਕੇ ਭਾਵੇਂ ਇੱਕ ਪੰਕਤੀ ਪੜ੍ਹ ਲਈਏ ਤੇ ਸਾਡੇ ਹਿਰਦੇ ਵਿੱਚ ਵਸ ਜਾਏ ਤੇ ਮਨ ਜਿਹੜਾ ਸਾਡਾ ਇੱਕ ਚਿੱਤ ਹੋ ਕੇ ਉਸ ਪੰਕਤੀ ਦੇ ਅੰਦਰ ਵਿਚਾਰ ਕਰਦਿਆਂ ਹੋਇਆਂ ਸੁਣ ਵਿੱਚ ਸਮਾਧੀ ਵਿੱਚ ਚਲਾ ਜਾਏ ਤੇ ਸਾਰੇ ਸਵਾਸ ਜਿਹੜੇ ਭਾਵੇਂ 2 ਘੰਟੇ ਲੱਗਣ, ਭਾਵੇਂ 10 ਘੰਟੇ ਲੱਗਣ, ਉਹ ਵਿਚਾਰ ਚੱਲਦੀ ਰਵੇ ਬਾਣੀ ਦੀ ਮਨ ਦੇ ਵਿੱਚ ਤੇ ਸਾਰੇ ਸਵਾਸ ਜਮਾ ਹਨ। ਜੇ 10 ਘੰਟੇ ਵਿੱਚ 10 ਸੁਖਮਨੀਆਂ ਕਰ ਲਈਆਂ ਪਰ ਇੱਕ ਅੱਖਰ ਮਨ ਵਿੱਚ ਨਹੀਂ ਵਸਿਆ, ਪਤਾ ਨਹੀਂ ਲੱਗਿਆ ਸੁਖਮਨੀ ਸਾਹਿਬ ਦਾ ਭੋਗ ਕਦੋਂ ਪੈ ਗਿਆ, 5 ਬਾਣੀਆਂ ਦਾ ਨਿਤਨੇਮ ਕਦੋਂ ਹੋ ਗਿਆ, ਵਿਚਾਰਾਂ ਦੇ ਵਿੱਚ ਇਹ 5 ਬਾਣੀਆਂ ਪੜੀਆਂ ਹੋਈਆਂ। ਮਹਾਰਾਜ ਕਹਿੰਦੇ ਫਿਰ ਇਹ ਪੜ ਪੜ ਗੱਡੀ ਲੱਦੀਏ, ਪੜ ਪੜ ਪੜੀਏ ਪਾਰ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ। ਜਿੰਨੀ ਆਰਜੂ ਹੈ ਪੜਦੇ ਜਾਓ, ਪੜੀਏ ਦਿਨ ਔਰ ਰਾਤ ਪੜਦੇ ਰਹੀਏ, ਜਿੰਨੇ ਸਵਾਸ ਹਨ ਕਹਿੰਦੇ ਪੜਦੇ ਰਹੀਏ। ਨਾਨਕ ਲੇਖੇ ਇੱਕ ਗੱਲ ਹੋਰ ਹੋਮੇ ਚਖ ਨਾ ਚਾਕ। ਤੇ ਮਹਾਰਾਜ ਕਹਿੰਦੇ ਲਿਖ ਲਿਖ ਪੜਿਆ ਤੇਤਾ ਕੜਿਆ। ਤੋ ਗੁਰੂ ਪਿਆਰਿਓ ਆਪਾਂ ਇੱਕ ਅੱਖਰ ਵੀ ਵਾਹਿਗੁਰੂ ਜਿਨ੍ਹਾਂ ਦੇ ਜਿਹੜੇ ਨਹੀਂ ਪੜੇ ਕਹਿੰਦੇ ਵੀ ਅਸੀਂ ਕਿਸ ਤਰ੍ਹਾਂ ਮੁਕਤ ਹੋਵਾਂਗੇ। ਤੇ ਮਹਾਰਾਜ ਕਹਿੰਦੇ ਵਾਹਿਗੁਰੂ ਗੁਰਮੰਤਰ ਜਿਨ੍ਹਾਂ ਨੂੰ ਕੇਵਲ 4 ਵਾਹਿਗੁਰੂ ਕਹਿਣਾ ਆਉਂਦਾ ਹੈ, ਰਾਮ ਕਹਿਣਾ ਆਉਂਦਾ, ਅੱਲਾ ਕਹਿਣਾ ਆਉਂਦਾ, ਕਹਿੰਦੇ ਉਹ ਵੀ ਪਾਰ ਹੋ ਸਕਦੇ। ਭਾਵ ਕਿ ਵਿਚਾਰਾਂ ਤੋਂ ਰਹਿਤ ਹੋ ਕੇ ਮਨ ਜਦੋਂ ਪਵਨ ਦੇ ਨਾਲ ਮਿਲ ਕੇ ਗੁਰਮੰਤਰ ਕਰਦਾ ਹੈ, ਸਵਾਸ ਗਰਾਸ ਜਿਨ੍ਹਾਂ ਨੂੰ ਕਰਨਾ ਆ ਗਿਆ ਹੈ ਤੇ ਮਹਾਰਾਜ ਕਹਿੰਦੇ ਉਹ ਫਿਰ ਸਤਿਗੁਰੂ ਨੂੰ ਬਹੁਤ ਹੀ ਪਿਆਰਾ ਲੱਗਦਾ ਵੀ ਇਹ ਪਵਨ ਗੁਰੂ ਦੇ ਨਾਲ ਚੱਲਦਾ ਹੈ। ਸਵਾਸ ਅੰਦਰ ਜਾਂਦਾ ਹੈ, ਇਹ ਵਾਹੀ ਕਹਿੰਦਾ, ਸਵਾਸ ਬਾਹਰ ਆਉਂਦਾ ਹੈ, ਗੁਰੂ ਕਹਿੰਦਾ, ਇਹਨਾਂ ਕੰਨਾਂ ਦੇ ਨਾਲ ਸੁਣਦਾ। ਇਹ ਸਰਬ ਨੂੰ ਮੇਰੇ ਸੱਚੇ ਸੁਣਨੇ ਨੂੰ ਬਿਠਾਏ, ਸੱਚ ਨੂੰ ਸੁਣ ਰਿਹਾ ਹੈ ਤੇ ਇਸ ਗੁਰਮੰਤਰ ਦੇ ਨਾਲ ਹੀ ਉਹ ਭੌਜਲ ਜਿਹੜਾ ਪਾਰ ਕਰ ਜਾਂਦਾ। ਪੌਣ ਪਾਣੀ ਬਸੰਤਰ, ਪੌਣ ਪਾਣੀ ਅਗਨੀ ਬਿਸਰਾਓ, ਤਾਹਾਂ ਨਰਿੰਜਨ ਸੱਚਾ ਨਾਮ। ਸੋ ਗੁਰੂ ਪਿਆਰਿਓ ਆਪਾਂ ਹਲੇ ਸ਼ਬਦ ਸ਼ੁਰੂ ਨਹੀਂ ਕੀਤਾ ਤੇ ਅੱਧੇ ਘੰਟੇ ਦਾ ਸਮਾਂ ਹੋਰ ਹੈ। ਆਓ ਨਾਲ ਥੋੜਾ ਥੋੜਾ ਗੁਰਮੰਤਰ ਕਰੀਏ, ਧੁਨ ਵਿੱਚ ਧਿਆਨ ਰੱਖ ਕੇ ਗੁਰਮੰਤਰ ਕਰਦਿਆਂ ਹੋਇਆਂ ਮਨ ਜਿਹੜਾ ਸਾਡਾ ਹੋਰ ਸਥਿਰ ਹੋ ਜਾਏ ਤੇ ਆਪਣੀਆਂ ਅੱਖਾਂ ਭੋਲੀਆਂ ਜੀਆਂ ਬੰਦ ਕਰ ਲਓ, ਥੋੜੀਆਂ ਜਿਹੀਆਂ ਅੱਖਾਂ ਖੁੱਲੀਆਂ ਹੋਣ ਤੇ ਧੀਰੇ ਧੀਰੇ ਜਿਸ ਤਰ੍ਹਾਂ ਗੁਰਮੰਤਰ ਧੀਰੇ ਹੋਈ ਜਾਵੇ। ਇਹ ਨਿਸ਼ਾਨੀ ਹੈ ਬੈਖਰੀ ਮਧਮਾ ਪਸੰਤੀ ਅੰਤਰਗਤ। ਉਹ ਫਿਰ ਇਸੇ ਤਰ੍ਹਾਂ ਆਪਣੇ ਆਪ ਨੂੰ ਅੰਤਰਗਤ ਵਿੱਚ ਅੱਖਾਂ ਨੂੰ ਵੀ ਬੰਦ ਕਰੀ ਜਾਣਾ ਤੇ ਅੰਤਰਗਤ ਵਿੱਚ ਉਤਰੀ ਜਾਣਾ। ਇਹ ਕੰਨਾਂ ਦੇ ਵਿੱਚੋਂ ਰਸ ਘੁਲਦਾ 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 ਸਾਡੇ ਰੋਮ ਰੋਮ ਪੈਰਾਂ ਤੱਕ ਚਲਾ ਜਾਵੇ। ਇਹ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨਹਾਰ। ਇਹ ਸਾਧੂ ਪਦਵੀ ਤੇ ਜਾ ਕੇ ਫਿਰ ਇਹ ਬੂੰਦਾਂ ਅੰਦਰ ਗਲੇ ਦੇ ਵਿੱਚ ਸਾਡੇ ਗਿਰਦੀਆਂ। ਕਈਆਂ ਨੂੰ ਅਨੁਭਵ ਹੁੰਦਾ ਵੀ ਸੂਖਮ ਰੂਪ ਦੇ ਵਿੱਚ ਬੂੰਦਾਂ ਅੰਮ੍ਰਿਤ ਦੀਆਂ ਗਿਰਦੀਆਂ ਤੇ ਕਈਆਂ ਦੇ ਤਾਲੂ ਦੇ ਵਿੱਚੋਂ ਇਹ ਬੂੰਦਾਂ ਜਿਹੜੀਆਂ ਤਾਲੂ ਬਰਫ਼ ਵਾਂਗ ਠੰਡਾ ਹੋ ਜਾਂਦਾ ਵੀ ਇਸ ਤਰ੍ਹਾਂ ਲੱਗਦਾ ਗਿੱਲਾ ਹੋ ਗਿਆ ਅੰਦਰ ਸਾਰਾ। ਤੇ ਇਹ ਫਿਰ ਨਾਮ ਦੇ ਨਾਲ ਫਿਰ ਇਹ ਠੰਡਕ ਜਿਹੜੀ ਹੈ ਪੂਰੇ ਸਰੀਰ ਦੇ ਵਿੱਚ, ਕਿਉਂਕਿ ਮਹਾਰਾਜ ਜੀ ਨੇ ਦੱਸਿਆ ਵੀ ਕੱਲ ਤਾਤੀ ਕਲਯੁਗ ਜਿਹੜਾ ਇੰਨਾ ਤੱਤਾ ਘੋਰ, ਮਹਾਰਾਜ ਜੀ ਨੇ ਕਿਹਾ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ।
ਇਹ ਸਾਰਾ ਕਾਲ ਦਾ ਜਿੰਨਾ ਵੀ ਦੇਸ਼ ਹੈ ਬਹੁਤ ਹੀ ਤੱਤਾ ਹੈ, ਇਹਦੇ ਵਿੱਚ ਬੜੀ ਅਗਨ ਹੈ। ਤੇ ਮਹਾਰਾਜ ਕਹਿੰਦੇ ਕਲ ਤਾਤੀ ਠੰਡਾ ਹਰ ਨਾਮ, ਹਰੀ ਦਾ ਨਾਮ ਬਹੁਤ ਠੰਡਾ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਸਰੀਰ ਸਾਡਾ ਹਿਰਦਾ ਬਰਫ਼ ਵਾਂਗ ਰਹੇ, ਸਾਡੇ ਅੰਦਰੋਂ ਜਿਹੜੀ ਅੱਗ ਹੈ, ਸਾਡੇ ਅੰਦਰ ਕ੍ਰੋਧ ਹੈ, ਖਤਮ ਹੋ ਜਾਏ, ਮਨੁਆ ਸ਼ੀਤਲ ਹੋ ਜਾਏ, ਤੇ ਫਿਰ ਅੰਮ੍ਰਿਤ ਰਸ ਪੀਓ। ਇਹ ਝਿਮ ਝਿਮ ਵਰਸਦਾ, ਬਾਹਰ ਵੀ ਅੰਦਰ ਵੀ, ਹਰ ਜਗ੍ਹਾ ਨਾਮ ਵੀ ਹਰ ਜਗ੍ਹਾ ਹੈ, ਅੰਮ੍ਰਿਤ ਵੀ ਹਰ ਜਗ੍ਹਾ ਹੈ। ਤੇ ਮਹਾਰਾਜ ਕਹਿੰਦੇ ਅੰਮ੍ਰਿਤ ਦੇ ਵਿੱਚੋਂ ਹੀ ਆਏ ਹੋ, ਤੁਸੀਂ ਅੰਮ੍ਰਿਤ ਦੇ ਸੋਮੇ ਹੋ। ਮਹਾਰਾਜ ਕਹਿੰਦੇ ਜਲ ਤੇ ਉਪਜੇ ਜਲ ਤੇ ਦੂਰ, ਤੁਸੀਂ ਦੂਰ ਹੋ ਗਏ ਹੋ ਅੰਮ੍ਰਿਤ ਤੋਂ, ਜਲ ਤੋਂ ਹੀ ਪੈਦਾ ਹੋਏ। ਤੇ ਮਹਾਰਾਜ ਕਹਿੰਦੇ ਵੀ ਜਲ ਤੇ ਉਪਜੇ ਜਲ ਤੇ ਦੂਰ, ਜਲ ਮੈਂ ਜੋਤ ਰਹੀ ਭਰਪੂਰ, ਜਲ ਦੇ ਵਿੱਚੋਂ ਹੀ ਜੋਤ ਪ੍ਰਗਟ ਹੋਈ, ਅੰਮ੍ਰਿਤ ਦੇ ਵਿੱਚੋਂ। ਅੰਮ੍ਰਿਤ ਛਕਿਆ ਤੇ ਉਸ ਤੋਂ ਬਾਅਦ ਜੋਤ ਪ੍ਰਗਟ ਹੋਈ। ਗੁਰੂ ਪਿਆਰਿਓ, ਜਦੋਂ ਪੰਜਾਂ ਨੇ ਕੇਸਾਂ ਦੇ ਵਿੱਚ ਪਾਇਆ ਅੰਮ੍ਰਿਤ, 5 ਚੁੱਲ੍ਹੇ ਪਾਏ ਪੈਰਾਂ ਤੱਕ, ਅੰਦਰ ਇਹ ਠੰਡ ਵਰਤ ਗਈ ਪੂਰੇ। ਤੇ ਫਿਰ ਉਸ ਜਲ ਦੇ ਨਾਲ ਜਿਹੜਾ ਹੈ ਇਹ ਜੋਤ ਪ੍ਰਗਟ ਹੋ ਗਈ। 10 ਮਿੰਟ ਦੇ ਵਿੱਚ ਸਾਰਿਆਂ ਦੀ ਜੋਤ ਪ੍ਰਗਟ ਹੋ ਗਈ। ਇਹ ਆਪ ਦਾਸ ਨੇ ਦੇਖਿਆ। ਤੇ ਕਈਆਂ ਦੀ ਸਕਿੰਟਾਂ ਦੇ ਵਿੱਚ, ਕਈਆਂ ਦੀ ਜਿਨ੍ਹਾਂ ਨੇ ਉਹ ਵਿਧੀ ਸਿੱਖੀ ਹੋਈ ਸੀ, ਬੋਲਣ ਦੀ, ਚੱਲਣ ਦੀ, ਦੇਖਣ ਦੀ, ਸੁਣਨ ਦੀ, ਧਿਆਨ ਦੇ ਨਾਲ ਜਿਨ੍ਹਾਂ ਨੇ ਇਹ ਚੀਜ਼ਾਂ ਦੇਖੀਆਂ ਹੋਈਆਂ। ਜਿੱਦਾਂ ਭੈਣ ਜੀ ਨੇ ਕੱਲ ਦੱਸਿਆ ਵੀ ਬੱਚੀ 20-21 ਸਾਲ ਦੀ, ਤੇ ਵਾਹਿਗੁਰੂ ਗੁਰੂ ਮੰਤਰ ਚੱਲ ਰਿਹਾ ਹੈ, ਬੱਚੀ ਸੁੱਤੀ ਹੋਈ ਹੈ, ਚਾਰੋਂ ਪਾਸੇ ਦੇਖ ਰਹੇ ਭੈਣ ਜੀ ਕੋਈ ਹੈ ਨਹੀਂ, ਜਪ ਕੋਈ ਨਹੀਂ ਰਿਹਾ, ਇਹ ਆਵਾਜ਼ ਕਿੱਥੋਂ ਆ ਰਹੀ ਹੈ। ਫਿਰ ਧਿਆਨ ਨਾਲ ਸੁਣਿਆ। ਇਹ ਦਾਸ ਨੇ ਵੀ ਦੇਖਿਆ, ਇੱਕ 8 ਸਾਲ ਦੀ ਬੱਚੀ ਸਾਡੇ ਨਾਲ ਹੋਟਲ ਵਿੱਚ ਆਪਣਾ ਸਲੋ, ਅਸੀਂ ਜਦੋਂ ਕੈਂਪ ਦੇ ਵਿੱਚ ਜਾਂਦੇ ਸੀ ਤੇ ਉੱਥੇ ਰਸ਼ ਜ਼ਿਆਦਾ ਹੋਣ ਕਰਕੇ ਕਈ ਵਾਰੀ ਹੋਟਲ ਦੇ ਵਿੱਚ ਰਹਿ ਜਾਂਦੇ ਸੀ, ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉੱਥੋਂ ਜਾਂਦੇ। ਉਹ ਆਪਣੀ ਮੰਮੀ ਡੈਡੀ ਦੇ ਨਾਲ, ਉਹ ਬੱਚੀ 8 ਸਾਲ ਦੀ ਸਾਡੇ ਨਾਲ, ਅਸੀਂ ਰੂਮ ਦੇ ਵਿੱਚ, ਮੇਰੀ ਵਾਈਫ ਦੇ ਨਾਲ, ਉਹ ਸਵੇਰੇ ਜਲਦੀ ਚਲੇ ਗਏ ਉੱਥੇ, ਸਾਡੇ ਨਾਲ ਉਹਨੇ ਆਉਣਾ ਸੀ, ਅਸੀਂ ਥੋੜਾ ਲੇਟ ਗਏ। ਤੇ ਮੇਰੀ ਵਾਈਫ ਦੇ ਨਾਲ ਸੁੱਤੀ ਹੋਈ, ਤੇ ਜਦੋਂ ਅਸੀਂ ਉੱਠ ਕੇ ਇਸ਼ਨਾਨ ਕਰ ਲਿਆ ਤੇ ਉਹ ਬੱਚੀ ਸੁੱਤੀ ਹੋਈ, ਤੇ ਵਾਹਿਗੁਰੂ ਗੁਰੂ ਮੰਤਰ ਜਿੱਦਾਂ ਉਹਨਾਂ ਨੇ ਦੱਸਿਆ ਇਸੇ ਤਰ੍ਹਾਂ ਉਹਦੇ ਅੰਦਰ ਚੱਲ ਰਿਹਾ ਸੀ। ਤੇ ਕਈਆਂ ਨੂੰ ਮੈਂ ਫਿਰ ਉਹ ਬੱਚੀ ਦੇ ਦਰਸ਼ਨ ਵੀ ਕਰਾਏ, ਭਈ ਇਹ ਜਿਹੜੀ ਬੱਚੀ ਹੈ ਕਈ ਸਾਲਾਂ ਤੋਂ ਆਪਣੇ ਮਾਤਾ ਪਿਤਾ ਦੇ ਨਾਲ ਗੁਰਮੰਤਰ ਕਰ ਰਹੀ ਹੈ। ਜਿਸ ਤਰ੍ਹਾਂ ਕੱਲ ਵੀ ਤੁਸੀਂ ਬੱਚੀ ਕੋਲੋਂ ਸੁਣਿਆ, ਜਕਾਰਾ ਛੱਡਿਆ ਬੱਚੀ ਨੇ। ਸੋ ਇਸੇ ਤਰ੍ਹਾਂ ਜਿਨ੍ਹਾਂ ਮਾਂ ਪਿਓ ਨੂੰ ਲਾ ਦਿੱਤਾ ਉਹਨਾਂ ਦੇ ਨਾਲ, ਤੇ ਫਿਰ ਉਹ ਫਿਰ ਨਾਮ ਉਹਨਾਂ ਦੇ ਅੰਦਰ ਹਿਰਦੇ ਵਿੱਚ ਵਸ ਜਾਂਦਾ। ਤੇ ਬੜੇ ਇਹ ਪਿਛਲੀ ਕਮਾਈਆਂ ਨਾਲ ਹੁੰਦੀਆਂ। ਜੋ ਕੋਈ ਜੀਵ ਸਾਡੇ ਘਰ ਦੇ ਵਿੱਚ ਆ ਜਾਂਦਾ ਹੈ ਜੋ ਨਾਮ ਦੇ ਨਾਲ ਜੁੜਿਆ ਹੁੰਦਾ ਹੈ, ਤਾਂ ਉਹ ਸਾਰੇ ਪਰਿਵਾਰ ਨੂੰ ਵੀ ਧਾਰ ਕੇ ਜਾਂਦਾ ਹੈ। ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਸਾਡੀ ਟੀਮ ਹੈ, ਪਰਿਵਾਰ ਹੈ। ਇਹ ਸੰਸਾਰ, ਵੈਸੇ ਤੇ ਸਾਰਾ ਸੰਸਾਰ ਹੀ ਸਾਡਾ ਪਰਿਵਾਰ ਹੈ, ਪਰ ਜਿਹੜਾ ਅਸੀਂ ਹਰੀ ਦੇ ਰੂਪ ਨੂੰ, ਜਦੋਂ ਅਸੀਂ ਧਰਮ ਨੂੰ ਦੇਖਦੇ ਹਾਂ ਵੀ ਇਹ ਹਿੰਦੂ ਹੈ, ਇਹ ਕਾਫਰ ਹੈ, ਇਹ ਮਲੇਸ਼ ਹੈ, ਇਸ ਤਰ੍ਹਾਂ ਦੀ ਭਾਵਨਾ ਸਾਡੇ ਅੰਦਰ ਆ ਜਾਂਦੀ ਹੈ ਵੀ ਇਹ ਚੰਗਾ ਹੈ, ਸਾਡਾ ਧਰਮ ਚੰਗਾ ਹੈ, ਇਹਦਾ ਮਾੜਾ। ਮਹਾਰਾਜ ਕਹਿੰਦੇ ਸਰਬ ਧਰਮ ਮੇਂ ਸ੍ਰੇਸ਼ਟ ਧਰਮ, ਸਾਰੇ ਧਰਮਾਂ ਤੋਂ ਉੱਪਰ ਜਿਹੜਾ ਸ੍ਰੇਸ਼ਟ ਧਰਮ ਹੈ, ਹਰ ਕੋ ਨਾਮ ਜਪ ਨਿਰਮਲ ਕਰਮ। ਕਹਿੰਦੇ ਇਹੀ ਸਭ ਤੋਂ ਸ੍ਰੇਸ਼ਟ ਨਾਮ ਹੈ, ਭਾਵੇਂ ਅੱਲਾ ਕਹਿ ਲਓ, ਭਾਵੇਂ ਵਾਹਿਗੁਰੂ ਕਹਿ ਲਓ। ਪਹੁੰਚਣਾ ਈਸ਼ਵਰ ਦੇ ਕੋਲ, ਪਰਮਾਤਮਾ ਵਾਹਿਗੁਰੂ ਜੀ ਕੋਲ ਹੈ ਸਾਰਿਆਂ ਨੇ। ਉਹ ਇੱਕੋ ਹੀ ਹੈ, ਮਾਲਕ ਇੱਕੋ ਹੀ ਹੈ, ਪਰ ਧਰਮਾਂ ਕਰਕੇ ਵੰਡੀਆਂ ਪਈਆਂ ਧੜੇ ਬਣੇ ਹਨ। ਪਰ ਜਿਹੜੇ ਸਮਝ ਜਾਂਦੇ ਹਨ ਉਹ ਫਿਰ ਸਾਰਿਆਂ ਦੇ ਅੰਦਰ ਇਹ ਜਾਤ ਨਹੀਂ ਦੇਖਦੇ, ਕੀ ਦੇਖਦੇ ਹਨ? ਜੋਤ। ਕਿਉਂਕਿ ਸਰੀਰ ਕਰਕੇ ਅਸੀਂ ਸਾਰੇ ਅਲੱਗ-ਅਲੱਗ ਹਾਂ, ਭਾਂਡੇ ਬਣੇ ਹੋਏ ਹਾਂ, ਪਰ ਸਾਰਿਆਂ ਦੇ ਅੰਦਰ ਜੋਤ ਜਿਹੜੀ ਹੈ ਉਹ ਇੱਕੋ ਹੀ ਹੈ। ਘਟ ਘਟ ਮੈਂ ਹਰ ਜਿਉ ਬਸੇ, ਸੰਤਨ ਕੇ ਉਹ ਪੁਕਾਰ ਪੁਕਾਰ ਕੇ ਕਿਹਾ। ਜਿੱਦਾਂ ਲੱਖ ਘੜੇ ਹੋਣ ਤੇ ਰਾਤ ਦਾ ਸਮਾਂ ਹੋਏ, ਪਾਣੀ ਦੇ ਭਰੇ ਹੋਣ, ਸਾਰਿਆਂ ਵਿੱਚ ਚੰਦਰਮਾ ਪੂਰਾ ਦਿਖਦਾ, ਅੱਧਾ ਤੇ ਅੱਧਾ ਦਿਖਦਾ, ਪੂਰਾ ਤੇ ਪੂਰਾ। ਹੁਣ ਲੱਖ ਚੰਦਰਮਾ ਤੇ ਨਹੀਂ, ਪਰ ਹਰ ਇੱਕ ਘੜੇ ਦੇ ਵਿੱਚ ਚੰਦਰਮਾ ਦੀ ਜਿਹੜੀ ਆਕਾਰ ਹੈ, ਜਿਹੜਾ ਸੂਖਮ, ਉਹ ਦਿਖਦਾ। ਤੇ ਇਸੇ ਤਰ੍ਹਾਂ ਦਿਨ ਦੇ ਸਮੇਂ ਸੂਰਜ ਦਿਖਦਾ ਸਾਰੇ ਘੜਿਆਂ ਦੇ ਵਿੱਚ। ਹੁਣ ਅਸੀਂ ਕਹੀਏ ਕਿ ਲੱਖਾਂ ਵਿੱਚ ਉਹ ਘੜਾ ਕਿਹੜਾ ਜਿਹਦੇ ਵਿੱਚ ਅਸਲੀ ਸੂਰਜ ਹੈ, ਪਰ ਕਿਉਂਕਿ ਉਹ ਉਹਦਾ ਅਕਸ਼ ਹੈ, ਉਸਦਾ ਸੂਖਮ ਹੈ। ਤੋ ਇਸ ਕਰਕੇ ਜਦੋਂ ਸਾਰੇ ਘੜੇ ਤੋੜ ਦਿੱਤੇ, ਇੱਕ ਘੜਾ ਬਚਿਆ ਤੇ ਫਿਰ ਉਹਦੇ ਵਿੱਚ ਇੱਕ ਰਹਿ ਗਿਆ।
ਇਸੇ ਤਰ੍ਹਾਂ ਲੱਖਾਂ ਕਰੋੜਾਂ ਹੀ ਅਸੀਂ ਜੀਵ ਹਾਂ, ਸੰਸਾਰ ਹੈ, ਸਾਡੀ ਸ੍ਰਿਸ਼ਟੀ ਹੈ, ਦੇਸ਼ ਹਨ, ਵਿਦੇਸ਼ ਹਨ, ਸਾਰੇ ਪਰਮਾਤਮਾ ਦੇ ਜੀਵ ਹਨ, ਚਾਹੇ ਉਹ ਪਸ਼ੂ ਹਨ, ਚਾਹੇ ਉਹ ਕੀੜੀ ਹੈ, ਭਾਵੇਂ ਹਾਥੀ ਹੈ, ਸਾਰਿਆਂ ਦੇ ਅੰਦਰ ਜੋਤ ਹੈ ਮਾਲਕ ਦੀ। ਪਰ ਇਹ ਕਿ ਜਿਹਦੇ ਅੰਦਰ ਜਗ ਜਾਂਦੀ ਹੈ, ਉਹ ਫਿਰ ਜੋਤ ਜਿਹੜੀ ਜਿਨ੍ਹਾਂ ਦੇ ਅੰਦਰ ਜੋਤ ਹੈ, ਉਹ ਫਿਰ ਸਾਰਿਆਂ ਨੂੰ ਉਸੇ ਤਰ੍ਹਾਂ ਦੇਖਦੇ ਵੀ ਉਹਦੇ ਅੰਦਰ ਵੀ ਹੈ ਪਰਮਾਤਮਾ, ਉਹਦੇ ਵਿੱਚ ਵੀ ਹੈ, ਉਹਦੇ ਵਿੱਚ ਵੀ ਹੈ। ਫਿਰ ਉਹ ਕਿਸੇ ਦਾ ਬੁਰਾ ਕਰ ਹੀ ਨਹੀਂ ਸਕਦੇ, ਉਹਨਾਂ ਕੋਲ ਬੁਰਾ ਹੁੰਦਾ ਹੀ ਨਹੀਂ। ਮਨ ਵਿੱਚ ਐਸਾ ਕੋਈ ਕੁਐਸਚਨ ਉੱਠਦਾ ਹੀ ਨਹੀਂ, ਕਿਉਂਕਿ ਉਹਨਾਂ ਨੇ ਫਿਰ ਇਹ ਪਾਰ ਕਰ ਦਿੱਤੇ। ਇਹ ਪੰਜ ਦੂਤ ਵਸ ਕਰ ਲਏ, ਉਹ ਇੱਕ ਪਾਸੇ ਬੈਠੇ ਉਹ ਵੀ ਦਿਖਦੇ, ਤੇ ਉਹ ਫਿਰ ਸਿਰ ਨੀਵੀਆਂ ਪਾ ਲੈਂਦੇ ਭਈ ਇਹ ਮਹਾਯੋਧੇ ਜਿਨ੍ਹਾਂ ਨੂੰ ਕਿਹਾ ਸੀ ਇਹਨਾਂ ਨੂੰ ਹਰਾ ਦਿੱਤਾ ਇਹਨਾਂ ਸ਼ਬਦ ਨੇ। ਤੇ ਫਿਰ ਜਦੋਂ ਫੌਜ ਆ ਜਾਂਦੀ ਹੈ ਅਕਾਲ ਪੁਰਖ ਦੀ, ਪਰਮਾਤਮਾ ਦੀ, ਸਾਧੂ ਸੰਤ ਦਿਖਣੇ ਸ਼ੁਰੂ ਹੋ ਜਾਂਦੇ ਹਨ, ਸੂਖਮ ਆਕਾਰ ਦਿਖਣੇ ਸ਼ੁਰੂ ਹੋ ਜਾਂਦੇ, ਫਿਰ ਖੇਡ ਸ਼ੁਰੂ ਹੋ ਜਾਂਦੀ। ਤਾਂ ਗੁਰੂ ਪਿਆਰਿਓ, ਆਪਾਂ ਹੁਣ ਇਹ ਸ਼ਬਦ ਸ਼ੁਰੂ ਕਰਨ ਲੱਗੇ ਹਾਂ। ਆਓ ਪਹਿਲਾਂ ਜਿਹੜਾ ਆਪਾਂ ਧਿਆਨ ਧਰ ਕੇ ਗੁਰੂ ਮੰਤਰ ਕਰੀਏ। ਥੋੜੀ ਜਿਹੀ ਅੱਖ ਖੋਲ ਕੇ ਪੋਲੀ ਜੀ ਪਲਕਾਂ ਨੂੰ ਦੇ ਵਿੱਚੋਂ ਦੇਖੀ ਜਾਣਾ, ਹੌਲੀ ਹੌਲੀ ਬੰਦ ਕਰੀ ਜਾਣਾ। ਬੰਦ ਅੱਖਾਂ ਦੇ ਨਾਲ ਉਸੇ ਜਗ੍ਹਾ ਤੇ ਦੇਖਣਾ ਜਿੱਥੇ ਆਪਾਂ ਸ਼ੁਰੂਆਤ ਚ ਹੁਣ ਦੇਖਦੇ ਹਾਂ, ਤੇ ਕੰਨਾਂ ਦੇ ਨਾਲ ਸੁਣਨਾ, ਤੇ ਇੱਥੇ ਬਿਲਕੁਲ ਉਸੇ ਜਗ੍ਹਾ ਤੇ ਧਿਆਨ ਨੂੰ ਹਟਾਉਣਾ ਨਹੀਂ, ਉਸੇ ਜਗ੍ਹਾ ਦੇਖੀ ਜਾਣਾ, ਦੇਖੀ ਜਾਣਾ। ਵਾਹਿਗੁਰੂ 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 ਵਾਹਿਗੁਰੂ। ਹਾਂਜੀ ਪਿਆਰਿਓ, ਗੁਰੂ ਪਿਆਰਿਓ, ਸੁਰਤੀ ਇੱਥੇ ਹੀ ਰੱਖਣੀ, ਅੱਖਾਂ ਬੰਦ ਦੇ ਵਿੱਚ ਹੀ ਇਹ ਹਰੀ ਦੀ ਕਥਾ ਜੋ ਚੱਲ ਰਹੀ ਹੈ 10 ਕੁ ਮਿੰਟ ਹੀ ਆਪਾਂ ਹੋਰ ਕਰਾਂਗੇ, ਕਿਉਂਕਿ ਸੰਗਤਾਂ ਬਹੁਤ ਜੁੜੀਆਂ ਹਨ, ਉਹਨਾਂ ਦੇ ਥੋੜੇ ਜਿਹੇ ਬਚਨ ਵੀ ਸੁਣੀਏ। ਨਵੀਆਂ ਸੰਗਤਾਂ ਵੀ ਆਈਆਂ ਹਨ, ਉਹਨਾਂ ਨਾਲ ਵੀ ਥੋੜਾ ਮੇਲ ਜੋਲ, ਆਪਣਾ ਪਰਿਵਾਰ ਵੱਧ ਰਿਹਾ ਹੈ ਗੁਰੂ ਮਹਾਰਾਜ ਜੀ ਦਾ।
ਸੱਚੀ ਸੰਗਤ ਦੇ ਵਿੱਚ ਜੁੜੇ ਹੋ। ਸੁਰਤੀ ਜੁੜੀ ਰਹਿਣ ਦਿਓ ਇੱਥੇ ਹੀ, ਤੇ ਆਪਾਂ 10 ਮਿੰਟ ਵਿਚਾਰ ਕਰਕੇ ਜੋ ਕੱਲ ਆਪਾਂ ਸ਼ਬਦ ਦੀ ਵਿਚਾਰ ਕਰ ਰਹੇ ਸੀ, ਥੋੜੀ ਜਿਹੀ ਵਿਚਾਰ ਕਰੀਏ, ਕਿਉਂਕਿ 3-4 ਦਿਨ ਲੱਗਣਗੇ, ਸ਼ਬਦ ਕਾਫੀ ਵੱਡਾ ਹੈ। ਤੇ ਆਪਾਂ ਹੁਣ ਤੱਕ ਜਿਹੜਾ ਜਿੰਨੀ ਵਿਚਾਰ ਆਪਾਂ ਹੁਣ ਕਰ ਚੁੱਕੇ ਹਾਂ 15-20 ਮਿੰਟ ਦੀ, ਇਹ ਸਾਰਾ ਸੰਜੋਗ ਹੀ ਜਿਹੜਾ ਆਪਣਾ ਮਹਾਰਾਜ ਜੀ ਜਿੱਥੋਂ ਬੁਲਾਈ ਜਾ ਰਹੇ ਹਨ, ਆਪ ਹੀ ਸੇਵਾ ਲੈ ਰਹੇ ਹਨ। ਤੋ ਗੁਰੂ ਪਿਆਰਿਓ, ਇਹ ਬਾਣੀ ਜਿਹੜੀ ਭਗਤਾਂ ਦੀ ਬਾਣੀ ਜਿਹੜੀ ਆਪਾਂ ਖੋਜੀ ਹੈ, ਗੁਰਮੁਖਾਂ ਨੇ ਖੋਜ ਕੇ ਦੱਸੀ ਹੈ। ਬਾਣੀ ਬਿਰਲੋ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਨਿਜ ਘਰ ਦੇ ਵਿੱਚ, ਥਿਰ ਘਰ ਦੇ ਵਿੱਚ, ਇੱਥੇ ਹੀ ਸਾਰੇ 14 ਰਤਨ ਪਏ ਹਨ। ਇੱਥੇ ਹੀ ਚਿੰਤਾਮਣੀ ਹੈ, ਇੱਥੇ ਹੀ 4 ਪਦਾਰਥ ਪਏ ਹਨ, ਇੱਥੇ ਹੀ ਨਾਮ ਪਿਆ ਹੈ, ਇੱਥੇ ਹੀ ਅੰਮ੍ਰਿਤਸਰ ਸਰੋਵਰ ਹੈ। ਤੋ ਗੁਰੂ ਪਿਆਰਿਓ, ਆਪਾਂ ਇਹਨਾਂ ਭਗਤਾਂ ਦੀ, ਜਿਸ ਤਰ੍ਹਾਂ ਭਗਤ ਨਾਮਦੇਵ ਜੀ, ਭਗਤ ਕਬੀਰ ਜੀ, ਭਗਤ ਬੈਣੀ ਜੀ, 15 ਭਗਤਾਂ ਦੀ ਬਾਣੀ, ਕਿਤੋਂ ਵੀ ਮਹਾਰਾਜ ਜੀ ਜਿੱਥੋਂ ਕੋਈ ਪ੍ਰਸੰਗ ਚਲਾਉਣ, ਕਿਉਂਕਿ ਜਿਹੜਾ ਮਨ ਦਾ ਘਰ ਹੈ, ਜਿੱਥੇ ਹੁਣ ਤੁਸੀਂ ਬੈਠੇ ਹੋ, ਇਹ ਵਿਚਾਰਾਂ ਤੋਂ ਰਹਿਤ ਹੋ ਕੇ ਮਨ ਇੱਥੇ ਬਹਿੰਦਾ। ਤਾਂ ਹੀ ਮਨ ਦਿਖਦਾ ਜਦੋਂ ਵਿਚਾਰਾਂ ਤੋਂ ਰਹਿਤ ਹੋ ਜਾਂਦੇ। ਦੇਖੋ, ਹਲੇ ਬੱਚੀ ਦੇ ਸ਼ਬਦ ਨਹੀਂ ਪ੍ਰਗਟ ਹੋਏ ਤੇ ਮਨ ਦਿਖਣਾ, ਮਨ ਦੀ ਜਿਹੜਾ ਸਟਾਰ ਹੈ, ਜਿਹੜੀ ਜੋਤ ਹੈ, ਦਿਖਣੀ ਸ਼ੁਰੂ ਹੋ ਰਹੀ ਹੈ। ਕਿਸੇ ਤੇ ਕਿੱਥੋਂ ਕਿਰਪਾ ਹੋ ਜਾਏ, ਕਿਸੇ ਨੂੰ ਪ੍ਰਕਾਸ਼ ਦੀ ਕਿਰਪਾ ਪਹਿਲਾਂ ਹੋ ਜਾਂਦੀ ਹੈ, ਸ਼ਬਦ ਜਿਹੜੇ ਧੀਮੇ ਸੁਣਦੇ, ਕਿਸੇ ਦੇ ਮਹਾਰਾਜ ਕੋਈ ਕਿਰਪਾ ਕਰ ਦਿੰਦਾ, ਕਿਸੇ ਨੂੰ ਮਨੀ ਦਾ ਪ੍ਰਕਾਸ਼ ਹੋ ਜਾਂਦਾ। ਮਾਥੇ ਪਦਮ ਦੁਆਲੇ ਮਨੀ, ਤਹੀਂ ਨਿਰੰਜਨ ਤ੍ਰੀ ਪਵਨ ਤਨੀ, 5 ਸ਼ਬਦ ਨਿਰਮਾਇਲ ਬਾਜੇ, ਇਸੇ ਸ਼ਬਦ ਵਿੱਚ ਹੈ ਅੱਗੇ ਜਾ ਕੇ। ਸੋ ਇਹ ਮਨੀ ਦਾ ਪ੍ਰਕਾਸ਼, ਜਿਸ ਨੂੰ ਸੁਖ ਮਨੀ, ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰ। ਗੁਰੂ ਰਾਮਦਾਸ ਪਾਤਸ਼ਾਹ ਤੋਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬੜੀਆਂ ਬੇਨਤੀ ਕੀਤੀਆਂ ਕਿ ਇਹ ਭੇਦ ਮੈਨੂੰ ਵੀ ਦਿਓ, ਕਿਉਂਕਿ ਜਦੋਂ ਮਨ ਦੇ ਵਿੱਚ ਸਾਡੇ ਲੋਚਾ ਹੁੰਦੀ, ਮਨ ਦੇ ਵਿੱਚ ਤੰਗ ਹੁੰਦੀ ਹੈ, ਮਨ ਜਿਹੜਾ ਸਾਡਾ ਮਨੁਆ ਜਿਹੜਾ ਮਨ ਜਾਂਦਾ ਹੈ, ਫਿਰ ਹਰੀ ਨੂੰ ਜਾਣਨ ਦੀ ਬੜੀ ਅੰਦਰ ਇੱਛਾ ਪੈਦਾ ਹੋ ਜਾਂਦੀ। ਮਨ ਮਾਨਿਆਂ ਤੋਂ ਹਰ ਜਾਣਿਆ, ਮਨ ਮਾਨੇ ਲੋਕ ਨਾ ਪਤੀਜੇ, ਨਾ ਪਤੀਜੇ ਤੋਂ ਕਿਆ ਕੀਜੇ। ਹਿਰਦੇ ਕਪਟ ਮੁਖ ਗਿਆਨੀ, ਝੂਠੇ ਕਾਹ ਬਲੋਬਸ ਪਾਣੀ। ਮਹਾਰਾਜ ਕਹਿੰਦੇ ਕਾਇਆ ਮਾਂਜਸ ਕੌਣ ਗੁਣਾ, ਕਹਿੰਦੇ ਇਹ ਕਾਇਆ ਸਰੀਰ ਨੂੰ ਮਾਂਜਣ ਦੇ ਨਾਲ ਕਿਹੜੇ ਗੁਣ ਪ੍ਰਗਟ ਹੋਣੇ। ਜਾਂ ਘਟ ਭੀਤਰ ਹੈ ਮਿਲਣਾ, ਕਹਿੰਦੇ ਮਿਲਾਪ ਤਾਂ ਭੀਤਰ ਹੈ। ਤੋ ਗੁਰੂ ਪਿਆਰਿਓ, ਆਪਾਂ ਬਾਣੀ ਦੇ ਵਿੱਚੋਂ ਜੋ ਸਾਰ ਹੈ, ਜੋ ਉਸਦਾ ਸਾਰਾਂਸ਼ ਹੈ, ਜੋ ਉਸਦਾ ਮੀਨਿੰਗ ਹੈ, ਮੇਨ ਰਹਾਉ ਦੇ ਬੰਦ ਵਿੱਚ ਹੁੰਦਾ ਹੈ। ਜੋ ਵੱਡੀ ਸਟੋਰੀ ਹੈ, ਉਸਨੂੰ ਉਹਦਾ ਜਿਹੜਾ ਭਾਵ ਅਰਥ ਜਿਹੜਾ ਹੈ ਉਹਦੇ ਵਿੱਚ ਹੁੰਦਾ ਹੈ। ਸੋ ਇਹ ਰਾਮਕਲੀ ਬਾਣੀ ਦੇ ਵਿੱਚ ਬੈਣੀ ਜੀ ਦੀ ਪਾਵਨ ਭਗਤੀਆਂ ਉਚਾਰੀਆਂ ਹੋਈਆਂ ਰਸਨਾ ਤੋਂ। ਰਾਮਕਲੀ ਬਾਣੀ ਬੈਣੀ ਜੀਓ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਕੱਲ ਆਪਾਂ ਥੋੜੀ ਜਿਹੀ ਵਿਚਾਰ ਕਰ ਚੁੱਕੇ ਸੀ। ਅੱਜ ਵਿੱਚੋਂ ਜਿਹੜੀ ਰਹਿ ਗਈ ਹੈ, ਈੜਾ ਪਿੰਗਲਾ ਔਰ ਸੁਖ ਮਨਾ, ਸੁਸ਼ਮਾ ਨਾੜੀ ਵੀ ਇਸਨੂੰ ਕਿਹਾ, ਪਰ ਬਾਣੀ ਵੀ ਸੁਖ ਮਨਾ, 3 ਬਸੇ ਇੱਕ ਸਾਈਂ। ਇਹ ਤਿੰਨੋਂ ਕਹਿੰਦੇ ਇੱਕ ਜਗ੍ਹਾ ਦੇ ਉੱਤੇ ਜਿੱਥੇ ਮਿਲਦੇ ਹਨ। ਬੈਣੀ ਜੀ ਦੱਸਣ ਲੱਗੇ ਵੀ ਮੈਂ ਉੱਥੇ ਜਿਸ ਤਰ੍ਹਾਂ ਕਿਸ ਤਰ੍ਹਾਂ ਬੈਠਾ, ਕਿਸ ਤਰ੍ਹਾਂ ਮਨੀ ਦਾ ਪ੍ਰਕਾਸ਼ ਹੋਇਆ, ਕਿਸ ਤਰ੍ਹਾਂ ਮੈਂ ਅਗਲੇ ਪਾਸੇ ਦਰਸ਼ਨ ਡਿਓਢੀ ਵੱਲੋਂ ਮੈਂ ਉਸ ਥਿਰ ਘਰ ਦੇ ਵਿੱਚ ਗਿਆ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਵੀ ਇਹ ਸਾਰਾ ਥਿਰ ਘਰ ਜਦੋਂ ਦੇਖਿਆ ਤੇ ਇਹ ਦ੍ਰਿਸ਼ਟਮਾਨ ਵਿੱਚ ਪ੍ਰਗਟ ਕੀਤਾ, ਜੋ ਅਸੀਂ ਜਾ ਕੇ ਦਰਸ਼ਨ ਕਰਦੇ ਹਾਂ। ਦਰਬਾਰ ਸਾਹਿਬ ਹਰੀ ਦੇ ਮੰਦਿਰ ਜਿਨ੍ਹਾਂ ਨੂੰ ਕਿਹਾ, ਜਿਹਦੇ ਅੰਦਰ ਜਿੱਥੇ ਪ੍ਰਕਾਸ਼ ਹੈ, ਜਿੱਥੇ ਅੰਮ੍ਰਿਤ ਦਾ ਕੁੰਡ ਹੈ, ਹਰ ਕੀ ਪੌੜੀ ਤੋਂ ਆਪਾਂ ਚੁੱਲਾ ਲੈਂਦੇ ਹਾਂ, ਇਸ਼ਨਾਨ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕਰਦੇ। ਇਹ ਸਾਰਾ ਕੁਝ ਅੰਤਰਗਤ ਵਿੱਚ ਸੂਖਮ ਦੇ ਵਿੱਚ ਜਦੋਂ ਉਹਨਾਂ ਨੇ ਦੇਖਿਆ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ ਵੀ ਇਸ ਨੂੰ ਹੁਣ ਬਾਹਰ ਪ੍ਰਗਟ ਕਰੋ। ਤੇ ਬਾਹਰ ਇਹ ਸਾਡੇ ਸਥਿਰ ਘਰ ਦਾ ਨਕਸ਼ਾ ਬਣਿਆ, 4 ਦਰਵਾਜ਼ੇ, ਦਰਸ਼ਨ ਡਿਓਢੀ, ਨੀਵੇਂ ਥਾਂ ਤੇ ਉੱਪਰ ਕੇ ਆਪਾਂ ਪੌੜੀਆਂ ਦਰਵਾਜ਼ੇ ਤੋਂ ਕਿਸੇ ਪਾਸੋਂ ਵੀ ਆ ਜਾਈਏ, ਪਰ ਨਿਮਰਤਾ ਦੇ ਨਾਲ। ਪਾਣੀ ਹੋਰ ਨੀਵਾਂ, ਉਸ ਤੋਂ ਥੱਲੇ ਸਰੋਵਰ ਹੈ। ਫਿਰ
ਫਿਰ ਉਹਦੇ ਅੰਦਰ ਸਰੋਵਰ ਦੇ ਵਿੱਚ ਜਿੱਥੇ 68 ਤੀਰਥਾਂ ਦੀ ਮੈਲ ਵੀ ਧੋਤੀ ਗਈ, ਜਿੱਥੇ ਕੋਹੜੀ ਜਿਹੜੇ ਹਨ ਉਹ ਰਾਜੇ ਮਹਾਰਾਜੇ ਬਣ ਜਾਂਦੇ, ਜਿੱਥੇ ਕੌਵੇ ਹੰਸ ਬਣਦੇ, ਐਸਾ ਅੰਮ੍ਰਿਤ ਦਾ ਉਹ ਕੁੰਡ ਹੈ ਜਿਹਦੇ ਵਿੱਚ ਅੰਨਿਆਂ ਨੂੰ ਵੀ ਅੱਖਾਂ ਪ੍ਰਾਪਤ ਹੋ ਜਾਂਦੀਆਂ। तो ऐसे गुरु को बल बल जाइए, जिठे सभ्य थाओ नहीं तुझे है। और कोई ऐसा स्थान नहीं इस संसार दे विच। सो ये मान सरोवर तीर्थ जैसा है। तो महाराज जी ने इस जगह की गल जिहड़ी बैनी भगत जी भी दस रहे हैं कि एक परमात्मा जो एक परमेश्वर है जो सुन दे विचों प्रगट होया, जिहदे अंडर विच माया शक्ति जिहड़ी भगवती है, तीन शक्तियां प्रगट होईयां जिसनूं रजगुण तमगुण सतगुण कहा, ब्रह्मा विष्णु महेश कहा। ये उस साचे तो पवन ते पानी ते बसंतर जिहड़ा ऊड़ा है, ये तीन दे उत्ते जिहड़ा ऊड़े दा जिहड़ा नाद है उपर, इसदा भाव है भई इहदा कोई अंत पारावार नहीं। ये तीन शक्तियां ने ते उपर जिहड़ा ऊड़े दे उत्ते ओंकार दा जिहड़ा चिन्ह दिता होया है, इसनूं लैन नूं खिचदे चले जाओ, धरतियां खत्म हो जान, समुंदर खत्म हो जान, तारे सियारे खत्म हो जान, ते ये लैन खत्म नहीं हुंदी। ये तीन शक्तियां दे उपर नाद दिता जिहड़ा शब्द, शब्द दा भेद। ते फिर महाराज जी जिद्दां सतनाम परमेश्वर दी आवाज जिहड़ी, ओहदी आवाज नूं सच्चे परमेश्वर दा नाम कहा, फिर वो करता एक आप ही करन वाला करता पुरख है, वो निरभौ है, किसी तो डरदा नहीं, वो निर्वैर है, किसी नाल वैर नहीं करदा, वो अकाल मूरत बन बन के ये अपनियां चार खानियां नूं भेजी जा रहा है। ते गुर प्रसाद ओहदी किरपा है, ये सतगुर प्रसाद है। इत्थे परमेश्वर आप प्रसाद रूप दे विच मिलदा है गुरु दी किरपा दे नाल। ते भगत जी इत्थे दस रहे भी गुरु दी किरपा दे नाल जदों मैं ईड़ा पिंगला और सुखमन्ना तीन बसे एक थां, जिथे ये तीनों इकट्ठे हुंदे हन। ये खब्बे पासे जिहड़ी नाड़ी है जिसनूं ईड़ा कहा है, सज्जे पासे जिहड़ी साडी नाड़ी है ये कंन दा खब्बा पासा, इधर ईड़ा है, सज्जे पासे पिंगला है, ते जिहड़ा नक दे उपरों लकीर अपना हाथ नाल खिंचीए ये साडे आईब्रो मत्थे परवटियां दे थोड़ा जिहा उपर करके इत्थे तीनों दा संगम है, जिसनूं भगत बैनी जी कह रहे हैं बैनी संगम तां पिराग मन मज्जन करे तिथाई। कहंदे इत्थे इशनान किया बैनी जी ने, जिसनूं गंग जमन के अंतरे सहज सुन के घाट कबीर जी ने भी कहा। कहंदे मैं भी उत्थे मठ दे विच बैठा, उत्थे नामदेव जी ने कहा है ईड़ा पिंगला अवर सुख मन्ना पवने बंद रहाओ गो, चंद सूरज दो सम कर रखो, ब्रह्म जोत रल जाओ मिल जाओ। उन्होंने दसिया भी ब्रह्म की जोत जिहड़ी इत्थे प्रगट हो जाती जदों चंद्रमा सूरज की आपां गंढ पा लैंदे, खब्बे पासे चंद्रमा ईड़े वाले पासे, सज्जे पासे पिंगला है, इनू सूरज कहा है। इन्हां दोनों की गंढ पा के नक की सीध दे उत्ते जदों असीं इन्हां दोनों नूं चंद्रमा दे घर सूरज नूं लै आने एक कर दिंदे आ ते सामने ये जोत प्रगट हो जाती। ये नामदेव जी ने कहा भी मैं इस तरह ईड़ा पिंगला अवर सुखमन्ना पवन नूं इत्थे मैं रोक लिया, पवने बंद बंद कर लिया, रोक लिया पाओ, पवने बंद रहाओ चंद सूरज दो सम कर रखो, ब्रह्म जोत मिल जाओ। सो इस तरह इत्थे बैनी जी भी कह रहे भी मैं इत्थे पराग जिद्दां गंगा जमुना ते तरबैनी सरस्वती जिसनूं कहा, ते उत्थे फिर उन्होंने दस्सिया भी उत्थे की है। कहंदे उत्थे पराग दे विच इशनान है, उत्थे मज्जन कहंदे इशनान नूं, तीनों जिथे इकट्ठे हुंदे हन ये मत्थे दे कोल। इत्थे तरबैनी विच कहंदे इशनान करके फिर मैं इत्थे बैठ गया, भाव कि मन ने इशनान किया इत्थे तरबैनी दे विच, जिसनूं पराग इलाहाबाद दे विच बनारस कहंदे हन, जिथे गंगा जमुना ते सरस्वती मिलाप हुंदा उसनूं संगम कहंदे हन। तीन चीज़ां जिथे मिलदियां उहनूं संगम कहा है। तो बाणी विच महाराज जी ये तरबैनी दा सानूं इशनान इत्थे दस्सिया है
ਵੀ ਇੱਥੇ ਬੈਣੀ ਜੀ ਨੇ ਇਸ਼ਨਾਨ ਕੀਤਾ। ਫਿਰ ਕਹਿੰਦੇ ਸੰਤੋ ਤਾਹਾਂ ਨਰੰਜਨ ਰਾਮ ਹੈ, ਕਹਿੰਦੇ ਉੱਥੇ ਕੀ ਹੈ ਉਸ ਦੇ ਨਾਲ। ਫਿਰ ਅੱਗੇ ਜਦੋਂ ਅਸੀਂ ਟੂਟੀਆਂ ਦਾ ਇਸ਼ਨਾਨ ਕਰਦੇ ਹਾਂ ਦਰਬਾਰ ਸਾਹਿਬ, ਵੀ ਪਹਿਲਾਂ ਮੋਟੀ ਮੋਟੀ ਮੈਲ ਉਤਾਰ ਦਿੰਦੇ ਹਾਂ, ਫਿਰ ਸਰੋਵਰ ਦੇ ਵਿੱਚ ਅਸੀਂ ਆਪਣਾ ਇਸ਼ਨਾਨ ਕਰ ਲੈਂਦੇ ਹਾਂ, ਜਾਂ ਜਿਹੜੇ ਸਾਡੇ ਪੌਣੇ ਬਣੇ ਹਨ ਉੱਥੇ ਬੀਬੀਆਂ ਅਲੱਗ, ਭਾਈ ਅਲੱਗ, ਜਾਂ ਸਰੋਵਰ ਦੇ ਵਿੱਚ ਵੜ ਕੇ ਆਪਣਾ ਦਸਤਾਰ ਬੰਨ੍ਹ ਕੇ ਇਸ਼ਨਾਨ ਕਰਦੇ ਹਾਂ। ਫਿਰ ਚੁੱਲ੍ਹਾ ਜਿਹੜਾ ਆਪਣਾ ਥੋੜੇ ਕੇਸ ਨੰਗੇ ਕਰਕੇ ਉਹਦੇ ਤੇ ਪਾਉਂਦੇ ਹਾਂ ਅੰਮ੍ਰਿਤ ਜਲ, ਤੇ ਪਹਿਲਾਂ ਟੂਟੀਆਂ 'ਚ ਕਰਕੇ ਫਿਰ ਆਪਾਂ ਸਰੋਵਰ ਵਿੱਚ ਉਤਰਦੇ ਹਾਂ। ਇਸੇ ਤਰ੍ਹਾਂ ਫਿਰ ਕਹਿੰਦੇ ਉਸ ਤੋਂ ਬਾਅਦ ਇਸ਼ਨਾਨ ਤੋਂ ਬਾਅਦ ਕੀ ਹੁੰਦਾ ਹੈ, ਫਿਰ ਆਪਾਂ ਦਰਸ਼ਨ ਕਰਦੇ ਹਾਂ। ਦਰਸ਼ਨ ਡਿਓਢੀ ਤੋਂ ਆਉਂਦੇ ਹਾਂ ਤੇ ਫਿਰ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ। ਤੇ ਇੱਥੇ ਬੈਣੀ ਜੀ ਕਹਿੰਦੇ ਫਿਰ ਜਿਹੜਾ ਮੇਰਾ ਮਨ ਦਾ ਫਿਰ ਇਸ਼ਨਾਨ ਹੋਇਆ, ਅੱਗੇ ਫਿਰ ਉਹਨਾਂ ਨੇ ਦੱਸਿਆ ਵੀ ਸੰਤੋ ਤਾਹਾਂ ਨਰੰਜਨ ਰਾਮ ਹੈ, ਕਹਿੰਦੇ ਅੱਗੇ ਫਿਰ ਤੇ ਰਾਮ ਦਾ ਤੀਰਥ ਆ ਗਿਆ, ਘਾਟ ਆ ਗਿਆ, ਈਸ਼ਵਰ ਵਾਹਿਗੁਰੂ ਜੀ ਦਾ ਘਰ ਆ ਗਿਆ ਇੱਥੇ। ਕਹਿੰਦੇ ਉੱਪਰ ਉੱਥੇ ਉਤਲੀ ਜਗ੍ਹਾ ਦੇ ਉੱਤੇ ਜਿੱਥੇ ਮੈਂ ਚੁੱਭੀ ਲਾ ਕੇ ਬਾਹਰ ਨਿਕਲਿਆ, ਤੇ ਕਹਿੰਦੇ ਉਸ ਜਗ੍ਹਾ ਉੱਤੇ ਗੁਰਗਮ ਚੀਨੇ ਬਿਰਲਾ ਕੋਈ, ਕਹਿੰਦੇ ਇਸ ਜਗ੍ਹਾ ਨੂੰ ਕੋਈ ਬਿਰਲਾ ਪਛਾਣਦਾ, ਚੀਨਣਾ ਪਾਓ ਜਾਣਨਾ। ਤੇ ਕਹਿੰਦੇ ਤਾਹਾਂ ਨਰੰਜਨ ਰਮਈਆ ਹੋਏ, ਕਹਿੰਦੇ ਉੱਥੇ ਨਰੰਜਨ ਪਰਮਾਤਮਾ ਦੇ ਦਰਸ਼ਨ ਹੁੰਦੇ ਰਹਾਉ ਦੇ ਬੰਦ ਵਿੱਚ। ਇੱਥੇ ਆਪਾਂ ਅੱਜ ਸ਼ਬਦ ਦਾ ਥੋੜਾ ਜਿਹਾ ਭਾਵ ਸਮਝ ਕੇ ਬਾਕੀ ਸ਼ਬਦ ਕੱਲ ਫਿਰ ਆਪਾਂ ਕਰਾਂਗੇ। ਤੇ ਮਹਾਰਾਜ ਕਹਿੰਦੇ ਤਾਹਾਂ ਨਰੰਜਨ ਰਮਿਆ ਹੋਇਆ ਜਿਹੜਾ ਘਟ ਘਟ ਦੇ ਵਿੱਚ ਪਰਮੇਸ਼ਰ ਹੈ, ਉੱਥੇ ਫਿਰ ਹਿਰਦੇ ਵਿੱਚ ਉਹਦਾ ਸ਼ਬਦ ਨਾਦ ਸੁਣਿਆ, ਤਾਹਾਂ ਨਰੰਜਨ ਰਮ ਈਆ ਹੋਏ ਰਹਾਉ। ਤੇ ਮਹਾਰਾਜ ਫਿਰ ਉੱਥੇ ਕਹਿੰਦੇ ਵੀ ਉਹ ਜਿਹੜਾ ਸੋਹਣਾ ਪਰਮੇਸ਼ਰ ਜਿਹੜਾ ਰਾਮ ਹੈ, ਉਹ ਹਿਰਦੇ ਵਿੱਚ ਸੁਣਨਾ ਸ਼ੁਰੂ ਹੋ ਗਿਆ ਕੰਨਾਂ ਦੀ ਰਾਹੀਂ। ਆਓ ਕਿ ਨਾਮ ਜਿਹੜਾ ਸ਼ਬਦ ਉਸ ਦਰ ਦੇ ਉੱਤੇ ਵੱਜ ਰਿਹਾ ਸੀ, ਉਹ ਦਰ ਦੇ ਉੱਤੇ ਜਿੱਥੇ ਕਹਿੰਦੇ ਅਨਹਦ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਗੁਰੂ ਦੀ ਮੱਤ ਦੇ ਨਾਲ ਸੋਝੀ ਦੇ ਨਾਲ ਗੁਰਮਤੀ ਸ਼ਬਦ ਸੁਣਾਉਣੇ, ਉਹ ਸ਼ਬਦਾਂ ਨੂੰ ਸੁਣਿਆ। ਕਹਿੰਦੇ ਸੋਹਣੇ ਸ਼ਬਦ ਵੱਜ ਰਹੇ ਹਨ, ਤੇ ਪਤਾ ਲੱਗ ਗਿਆ ਭਈ ਇਹ ਪਰਮੇਸ਼ਰ ਦੀ ਆਵਾਜ਼, ਉਹਦੇ ਮੁਖ ਦੀ ਆਵਾਜ਼ ਸਾਨੂੰ ਸੁਣਾਈ ਦੇਣ ਲੱਗੀ। ਤੇ ਕਹਿੰਦੇ ਉਸ ਸਥਾਨ ਦੀ ਨਿਸ਼ਾਨੀ ਕੀ, ਫਿਰ ਮਹਾਰਾਜ ਇਹ ਜਿਹੜਾ ਉਸਦਾ ਭਾਵ ਅਰਥ ਹੈ, ਦੇਵ ਸਥਾਨੇ ਕਿਆ ਨਿਸ਼ਾਨੀ, ਪਰਮੇਸ਼ਰ ਦਾ ਜਿਹੜਾ ਉੱਚਾ ਸਥਾਨ ਉਹਦੀ ਨਿਸ਼ਾਨੀ ਕੀ ਹੈ। ਤੇ ਅੱਗੇ ਫਿਰ ਦੱਸਦੇ ਕਹਿੰਦੇ ਤਾਂ ਬਾਜੇ ਸ਼ਬਦ ਅਨਾਹਦ ਬਾਣੀ, ਕਹਿੰਦੇ ਉੱਥੇ ਅਨਹਦ ਸ਼ਬਦ ਵੱਜਦੇ ਰਾਤ ਦਿਨ, ਇਹ ਉਹਦੀ ਨਿਸ਼ਾਨੀ। ਇਹ ਥਿਰ ਘਰ ਦੀ ਗੱਲ ਇੱਥੇ ਭਗਤ ਬੈਣੀ ਜੀ ਹਲੇ ਕਰ ਰਹੇ ਹਨ, ਤੇ ਇੱਥੇ ਬੈਠੇ ਹਨ। ਇੱਥੋਂ ਫਿਰ ਇਸ਼ਨਾਨ ਕਰਕੇ ਸ਼ਬਦ ਸੁਣਦੇ ਹੋਏ ਫਿਰ ਇਹ ਦਰਸ਼ਨ ਅੱਗੇ ਕਰਨਗੇ। ਉਹ ਪਦਮ ਦੁਆਲੇ ਮਨੀ, ਫਿਰ ਇਹ ਪਿਛਲਾ ਪਾਸਾ ਦੱਸਣਗੇ, ਪੱਛਮ ਦੇ ਪਾਸੇ ਤੋਂ ਸਿਲ ਹੈ, ਖਿੜਕੀ ਹੈ, 10ਵਾਂ ਦੁਆਰ ਹੈ, ਕਿਸ ਤਰ੍ਹਾਂ ਉਧਰੋਂ ਜਾਣਾ ਹੋਏ, ਕਿਸ ਤਰ੍ਹਾਂ ਜਾਣਾ, ਇਹ ਸਾਰਾ ਫਿਰ ਮਿਲਾਪ ਦਾ ਫਿਰ ਇਹ ਦੱਸਣਗੇ ਵੀ ਉੱਥੇ ਪਰਮੇਸ਼ਰ ਨੂੰ ਦੇਖਿਆ ਜਿੱਥੇ ਚੌਰ ਚੱਲ ਰਹੀ ਹੈ, ਢੁਲਕੇ ਚੌਰ ਸੰਖ ਕਨ ਗਾਜੇ, ਕਹਿੰਦੇ ਉੱਥੇ ਚੌਰ ਚੱਲ ਰਹੀ ਹੈ, ਤੇ ਸੰਖਾਂ ਦੀ ਅਸੰਖ ਜਿਹੜੇ ਸ਼ਬਦ ਉੱਥੇ ਵੱਜ ਰਹੇ ਹਨ। ਫਿਰ 5 ਸ਼ਬਦ ਉਹਨਾਂ ਨੇ ਦੱਸੇ ਕਿ ਨਿਰਮਾਇਲ ਉੱਥੇ ਵੱਜ ਰਹੇ, ਜਿਹੜੇ 5 ਪ੍ਰਵਾਨ 5 ਪ੍ਰਧਾਨ। ਸੋ ਇਹ ਬਾਕੀ ਦੀ ਵਿਆਖਿਆ ਆਪਾਂ ਕੱਲ ਕਰਾਂਗੇ, ਜੋ ਮਹਾਰਾਜ ਜੀ ਕਰਵਾਣਗੇ। ਸਤਿਗੁਰ ਪਾਤਸ਼ਾਹ ਜੀ ਕਰਤਾ ਬਖਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਏ। ਕਹਿਣ ਵਾਲਾ, ਬੋਲਣ ਵਾਲਾ, ਸੁਣਨ ਵਾਲਾ, ਰਸਨਾ ਸਾਡੀ ਇਸਤੇਮਾਲ ਕਰਕੇ ਕਹਿ ਜਾਂਦਾ ਹੈ, ਉਹ ਹੈ ਸ਼ਬਦ ਗੁਰੂ, ਜਿਹੜਾ ਬੋਲਦਾ ਵੀ ਹੈ, ਦੇਖਦਾ ਵੀ ਹੈ, ਸੁਣਦਾ ਵੀ ਹੈ। ਇਹ ਸੁਰਤੀ ਦੇ ਕੋਲੋਂ ਇਹ ਚੀਜ਼ਾਂ ਕਵਾ ਦਿੰਦਾ ਹੈ ਮਨ, ਬੱਚੇ ਨੂੰ ਮਨ ਨੂੰ ਵਡਿਆਈ ਮਿਲ ਜਾਂਦੀ ਹੈ। ਸੋ ਗੁਰੂ ਪਿਆਰਿਓ, ਅਸੀਂ ਕਹਿਣ ਵਾਲੇ ਕੁਛ ਨਹੀਂ, ਸਾਡਾ ਤੇ ਇੱਕ ਸਰੀਰ ਹੈ ਜਿਹਦੇ ਵਿੱਚ ਉਹਦੀ ਛੋਟੀ ਜਿਹੀ ਇੱਕ ਜੋਤ ਹੈ। ਘਟ ਘਟ ਮੈਂ ਹਰ ਜੋ ਬਸੇ ਸੰਤਨ ਕਿਹੋ ਪੁਕਾਰ, ਕਦੀ ਸੰਤ ਪਦਵੀ ਦੇ ਦਿੰਦਾ ਹੈ, ਕਦੀ ਕੀੜੀ ਬਣਾ ਦਿੰਦਾ ਹੈ, ਕਦੀ ਹਾਥੀ ਬਣਾ ਦਿੰਦਾ ਹੈ, ਕਦੀ ਰਾਜਾ ਬਣਾ ਦਿੰਦਾ ਹੈ, ਕਦੀ ਭਿਖਾਰੀ ਬਣਾ ਦਿੰਦਾ ਹੈ। ਉਸ ਦੀ ਮਰਜ਼ੀ ਹੈ ਕਿਸ ਨੂੰ ਕਿਹੜੀ ਵਡਿਆਈ ਦੇਣੀ ਹੈ। ਰਾਜੇ ਨੂੰ ਰੰਕ ਕਰ ਦਿੰਦਾ, ਗਰੀਬ ਨੂੰ ਰੰਕ ਨੂੰ ਰਾਜਾ ਬਣਾ ਦੇ, ਇਹ ਪਰਮੇਸ਼ਰ ਦੀ ਆਪਣੀ ਗੱਲਬਾਤ ਹੈ। ਔਰ ਜਿਹੜੀ ਉਹਦੇ ਨਾਲ ਗੱਲਬਾਤ ਹੈ ਉਹ ਉਹਦੇ ਨਾਲ ਹੈ, ਜਿਹੜੀ ਸੰਗਤ ਨਾਲ ਹੈ ਸੰਗਤ ਨਾਲ ਹੈ। ਤੋਂ ਗੁਰੂ ਪਿਆਰਿਓ, ਵਿਚਾਰ ਕਰਦੇ ਹਾਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਹੋਣਗੀਆਂ, ਕਿਉਂਕਿ 8 ਵਜੇ ਤੱਕ ਸਮਾਂ ਹੈ, ਹੁਣ ਸਮਾਂ ਵਧਾਉਣਾ ਪੈਣਾ। ਗੁਰੂ ਮਹਾਰਾਜ ਜੀ ਦੀ ਸ਼ਬਦ ਦੀ ਵਿਚਾਰ, ਫਿਰ ਕੁਐਸਚਨ ਆਨਸਰ, ਜਿਉਂ-ਜਿਉਂ ਪਰਿਵਾਰ ਵੱਧਦਾ ਹੈ ਮਹਾਰਾਜ ਜੀ ਕਿਰਪਾ ਕਰੀ ਜਾਂਦੇ ਹਨ। ਸੋ ਗੁਰੂ ਪਿਆਰਿਓ, ਇੰਨੇ ਕੁ ਵਿਚਾਰ ਕਰਦੇ ਹਾਂ ਬਹੁਤ ਸਾਰੀਆਂ ਭੁੱਲਾਂ ਹੋਈਆਂ ਹੋਣਗੀਆਂ, ਸੰਗਤਾਂ ਗੁਰੂ ਬਖਸ਼ਣਯੋਗ ਹੈ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਆਓ ਗੁਰੂ ਪਿਆਰਿਓ ਫਿਰ ਆਪਾਂ ਕੁਐਸਚਨ ਆਨਸਰ ਇੱਕ ਦੋ ਕਰੀਏ, ਕਿਉਂਕਿ ਵਿੱਚੋਂ ਇਹ ਨਵੇਂ ਜਿਹੜੇ ਸਾਡੇ ਨਾਲ ਜੀਵ ਜੁੜੇ, ਪੋਲੈਂਡ ਤੋਂ 2 ਹੋਰ ਸੰਗਤਾਂ ਅੱਜ ਜੁੜ ਗਈਆਂ ਸਾਡੇ ਨਾਲ, ਤੇ ਕੱਲ ਆਪਾਂ ਡੈਨਮਾਰਕ ਤੋਂ ਦੇਖਿਆ ਸੀ ਯੂਰਪ ਦੇ ਵਿੱਚੋਂ ਗੁਰੂ ਮਹਾਰਾਜ ਜੀ, ਇਹ ਪਰਿਵਾਰ ਸਾਡਾ ਹੋਰ ਵੱਡਾ ਹੋ ਰਿਹਾ ਹੈ। ਆਸਟ੍ਰੇਲੀਆ ਤੋਂ ਪਹਿਲਾਂ ਜੁੜੇ ਹੋਏ, ਕੈਨੇਡਾ, ਅਮਰੀਕਾ, USA, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਇਸ ਸੰਗਤ ਦੇ ਰੂਪ ਵਿੱਚ, ਇੱਕ ਪਰਿਵਾਰ ਦੇ ਰੂਪ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ। ਤੇ ਨਵੀਆਂ ਸੰਗਤਾਂ ਜਿਹੜਾ ਕੋਈ ਉਹਨਾਂ ਦਾ ਕੁਐਸਚਨ ਹੈ, ਕਦੋਂ ਤੋਂ ਲੱਗੇ ਹਨ, ਆਪਾਂ ਵਾਰੀ-ਵਾਰੀ ਪੁੱਛਦੇ ਹਾਂ ਵੀ ਇਹ ਸਭ ਤੋਂ ਵੱਡਾ ਜਿਹੜੀ ਬਜਰ ਪੰਜਾਂ ਬਜਰ ਕੁਰਾਤਾਂ ਦੇ ਵਿੱਚੋਂ ਇੱਕ ਜਿਹੜੀ ਇਹ ਕੁਰਾਇਤ ਜਿਹੜੀ ਆਪਾਂ ਕਰ ਦਿੰਦੇ, ਸਾਡੇ ਕੋਲ ਹੋ ਜਾਂਦੀ, ਅਸੀਂ ਕਰਦੇ ਨਹੀਂ। ਲੋਕ ਇਲਾਜ ਦੇ ਵਿੱਚ ਅਸੀਂ ਕਹਿ ਜਾਂਦੇ ਹਾਂ ਵੀ ਇਹ ਬਾਕੀ ਸੰਗਤ ਸੁਣੇਗੀ ਤੇ ਕੀ ਸੋਚੇਗੀ, ਵੀ ਇਹਦੀ ਅਵਸਥਾ ਇੰਨੀ ਛੋਟੀ ਹੈ ਜਾਂ ਵੱਡੀ ਹੈ, ਜਾਂ ਮੈਂ ਦੱਸਾਂ ਨਾ ਦੱਸਾਂ। ਤੇ ਮਹਾਰਾਜ ਕਹਿੰਦੇ ਵੀ ਇਹ ਲੋਕ ਇਲਾਜ ਤੋਂ ਉੱਪਰ ਉੱਠ ਕੇ ਇੱਕ ਪਰਿਵਾਰ ਵਿੱਚ ਜਿੱਦਾਂ ਅਸੀਂ ਖੁੱਲ ਕੇ ਗੱਲ ਕਰਦੇ ਹਾਂ, ਜਿਹੜਾ ਲੋਕ ਇਲਾਜ ਨੂੰ ਛੱਡ ਕੇ ਸੰਗਤ ਦੇ ਵਿੱਚ ਆਪਣਾ ਅਵਸਥਾ ਨੂੰ ਦੱਸਦਾ ਹੈ, ਮਹਾਰਾਜ ਕਹਿੰਦੇ ਫਿਰ ਉਹ ਜਲਦੀ ਹੀ ਸੰਗਤ ਦੇ ਵਿੱਚ ਆਪਾਂ ਸ਼ਰਮ ਨਹੀਂ ਕਰਨੀ, ਲੋਕ ਇਲਾਜ ਤੋਂ ਉੱਪਰ ਇੱਕ ਬਜਰ ਕੁਰਾਤ ਦੇ ਵਿੱਚ ਆ ਜਾਂਦਾ। ਫਿਰ ਜਦੋਂ ਅਸੀਂ ਆਪਣੇ ਮਨ ਵਿੱਚ ਰੱਖ ਲੈਂਦੇ ਹਾਂ ਗੱਲ, ਤੇ ਮਹਾਰਾਜ ਕਹਿੰਦੇ ਸੰਸੇ ਜੀਓ ਮਲੀਨ ਹੈ, ਇਹ ਮਨ ਜਿਹੜਾ ਜੀਓ ਹੈ ਸਾਡਾ, ਇਹ ਮਲੀਨ ਮੈਲਾ ਹੋ ਜਾਂਦਾ। ਸੰਸੇ ਜੀਓ ਮਲੀਨ ਹੈ, ਬਾਣੀ ਕਹਿ ਰਹੀ ਹੈ ਕਿਤ ਸੰਜਮ ਧੋਤਾ ਜਾਏ। ਸੰਜਮ ਕੀ ਹੈ, ਤਰੀਕਾ ਕੀ ਹੈ, ਧੋਣਾ ਕੀ ਹੈ, ਇਹ ਗੁਰਮੰਤਰ ਨਾਲ ਆਪਾਂ ਧੋਨੇ ਹਾਂ। ਤੇ ਜਿਹੜੇ ਸਾਡੇ ਵਿੱਚ ਅੜਚਨਾ ਆਉਂਦੀਆਂ, ਆਪਾਂ ਸੰਗਤ ਵਿੱਚ ਕਹਿੰਦੇ ਹਾਂ ਮਹਾਰਾਜ ਸਾਡੇ ਤੇ ਕਿਰਪਾ ਹੋਵੇ। ਸੰਗਤ ਦੇ ਵਿੱਚੋਂ ਐਸੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਹਨ, ਕਿਉਂਕਿ ਸੱਚੀ ਸੰਗਤ ਉਹੀ ਹੈ ਜਿੱਥੇ ਕੋਈ ਮਾਇਆ ਦੀ ਗੱਲ ਨਾ ਹੋਵੇ। ਸਤ ਸੰਗਤ ਕੈਸੀ ਜਾਣੀਏ, ਕਹਿੰਦੇ ਕਿਸ ਤਰ੍ਹਾਂ ਪਹਿਚਾਨੀਏ ਵੀ ਸੱਚੀ ਸੰਗਤ ਹੈ। ਮਹਾਰਾਜ ਕਹਿੰਦੇ ਜਿੱਥੇ ਇੱਕੋ ਨਾਮ ਬਖਾਨੀ, ਇੱਕੋ ਨਾਮ ਦੀ ਗੱਲ ਜਿੱਥੇ ਹੋਵੇ। ਤੋਂ ਗੁਰੂ ਪਿਆਰੇ ਲੋਕ ਇਲਾਜ ਤੋਂ ਉੱਪਰ ਉੱਠ ਕੇ, ਜਿਸ ਤਰ੍ਹਾਂ ਕੋਈ ਹੁਣ ਰਹਿਰਸ ਦਾ ਪਾਠ ਕਰਨਾ ਹੈ, ਕੋਈ 5 ਬਾਣੀਆਂ ਦਾ ਕਰਨਾ ਹੈ, ਸੰਕੋਚ ਕਰਦੇ ਰਹਿੰਦੇ ਆ ਵੀ ਸਾਨੂੰ ਕਹਿਣਗੇ ਤੇ ਤਾਂ ਕਰਾਂਗੇ, ਨਹੀਂ ਤੇ ਆਪਾਂ ਪਤਾ ਨਹੀਂ ਠੀਕ ਪੜਾਂਗੇ ਨਹੀਂ ਪੜਾਂਗੇ। ਆਪਾਂ ਲੋਕ ਇਲਾਜ ਤੋਂ ਉੱਪਰ ਉੱਠ ਕੇ ਕੋਈ ਗੱਲ ਨਹੀਂ, ਜਿੱਥੇ ਥੋੜੀ ਜਿਹੀ ਗਲਤੀ ਹੋਏਗੀ ਸਤਿਗੁਰ ਪਾਤਸ਼ਾਹ ਜਾਨੀ ਜਾਨ ਹੈ, ਆਪਾਂ ਉੱਥੇ ਠੀਕ ਕਰ ਲਾਂਗੇ। ਸਾਰਿਆਂ ਨੇ ਇਹ ਪਾਰਟਿਸਿਪੇਟ ਇਹਦੇ ਵਿੱਚ, ਗੁਰਮੰਤਰ ਵਿੱਚ ਵੀ ਵਾਰੀ-ਵਾਰੀ 5-5 ਮਿੰਟ 2-2 ਮਿੰਟ ਹਾਜ਼ਰੀਆਂ ਸਾਰੇ ਲਾ ਕੇ ਫਤਿਹ ਬੁਲਾ ਦਿਓ ਤਾਂ ਕਿ ਦੂਜਾ ਫਿਰ ਬੁਲਾ ਸਕੇ। ਸੋ ਇਸ ਤਰ੍ਹਾਂ ਆਪਾਂ ਸਾਰੇ ਰਲ ਮਿਲ ਕੇ ਇਹ ਪਰਿਵਾਰ ਦੇ ਵਿੱਚ ਹਰ ਕੀ ਕਥਾ ਤੇ ਕੀਰਤਨ ਦਰਬਾਰਾਂ ਵਿੱਚ ਜ਼ਰੂਰ ਜਾਇਆ ਕਰੋ ਜਿੱਥੇ ਵੀ ਹੋਏ। ਇਹ ਲੰਡਨ ਦੇ ਵਿੱਚ ਜਿਹੜਾ ਕੀਰਤਨ 10 ਤਰੀਕ ਦਾ ਹੈਗਾ, ਇੱਥੇ ਸਾਰਿਆਂ ਨੇ ਜੇ ਜਾ ਸਕਦੇ ਹਨ, ਜਿਹੜੇ ਦਾਸ ਨਾਲ ਸੰਪਰਕ ਕਰ ਲਓ ਫੋਨ ਤੇ। ਸੋ ਗੁਰੂ ਪਿਆਰਿਓ, ਅੱਜ ਆਪਾਂ ਆਪਣੇ ਆਪ ਹੀ ਜਿਨ੍ਹਾਂ ਨੇ ਪੁੱਛਣਾ ਉਹ ਪੁੱਛ ਸਕਦੇ ਹਨ, ਪਰ ਜਿਹੜੇ ਨਵੇਂ ਸਾਡੇ ਨਾਲ ਜੁੜੇ ਹਨ, ਕੱਲ ਭੈਣ ਜੀ ਨਵੇਂ ਜੁੜੇ, ਜਿਹੜੇ ਪਰਸੋਂ ਤੋਂ ਆਪਾਂ ਪਹਿਲਾਂ ਦੇਖ ਲਈਏ ਵੀ ਕਿਹੜੀ ਕਿਹੜੀ ਸੰਗਤ ਹੈ, ਜਾਂ ਚਲੇ ਗਏ ਵਿੱਚੋਂ ਕਈ ਫਿਰ ਆਪਣਾ ਚਲੇ ਵੀ ਜਾਂਦੇ ਹਨ। ਸੋ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਪਣਾ ਜਿਨ੍ਹਾਂ ਨੇ ਵੀ ਕੋਈ ਸਵਾਲ ਕਰਨਾ ਹੋਏ ਤੁਸੀਂ ਪਹਿਲਾਂ ਕਰ ਲਓ, ਫਿਰ ਆਪਾਂ ਦੇਖਦੇ ਹਾਂ ਕਿ ਨਵੀਂ ਸੰਗਤ ਦੇ ਵਿੱਚੋਂ ਹੁਣ ਕੋਈ ਹੈਗਾ ਜਾਂ ਚਲੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਭਾਈ ਸਾਹਿਬ ਦਾਸ ਸਰੂਪ ਸਿੰਘ ਹਾਲੈਂਡ ਤੋਂ ਬੋਲ ਰਿਹਾ ਜੀ। ਹਾਂਜੀ ਭਾਈ ਸਾਹਿਬ ਜੀ, ਬੇਨਤੀ ਹੈ ਕਿ ਦਾਸ ਕਾਫੀ ਸਮੇਂ ਤੋਂ ਮਤਲਬ ਵੀ ਗੁਰਬਾਣੀ ਦੇ ਨਾਲ, ਸ਼ਬਦ ਦੇ ਨਾਲ ਜੁੜਿਆ ਹੋਇਆ ਹੈ, ਲੇਕਿਨ ਕੁਛ ਕਾਰਨਾਂ ਕਰਕੇ ਕਈ ਵਾਰੀ ਕੋਈ ਕੰਮਕਾਜ ਕਰਕੇ ਕਈ ਵਾਰੀ ਵਿਸਰ ਜਾਂਦਾ ਸੀ, ਲੇਕਿਨ ਜਿਹੜੀ ਅਵਸਥਾ ਉਹ ਅੰਮ੍ਰਿਤ ਦੀ ਅਵਸਥਾ ਨਹੀਂ ਬਣ ਰਹੀ ਭਾਈ ਸਾਹਿਬ। ਅੱਛਾ, ਸ਼ਬਦ ਚੱਲਦੇ ਤੁਹਾਡੇ? ਹਾਂਜੀ, ਸ਼ਬਦ ਸੁਣਾਈ ਦਿੰਦੇ, ਹਾਂਜੀ, ਲੇਕਿਨ ਆਵਾਜ਼ ਇੰਨੀ ਜ਼ਿਆਦਾ ਨਹੀਂ, ਮੀਡੀਅਮ ਆਵਾਜ਼ ਹੈ। ਹਾਂ, ਇਸੇ ਕਰਕੇ ਆਵਾਜ਼ ਹਾਲੇ ਤੁਹਾਡੀ ਮੀਡੀਅਮ ਹੈ ਨਾ। ਇਹ ਸ਼ਬਦ ਜਦੋਂ ਕਲੀਅਰ ਸੁਣਾਈ ਦੇਣੇ ਸ਼ੁਰੂ ਹੋ ਜਾਣਗੇ, ਇਹ ਫਿੱਕਾ ਰਸ ਪਹਿਲਾਂ ਫਿੱਕਾ ਰਸ ਥੋੜਾ ਜਿਹੜੇ ਸਾਡੀ ਲਾਰ ਹੈ ਨਾ, ਜਦੋਂ ਅਸੀਂ ਅੰਦਰ ਲੈ ਕੇ ਜਾਂਦੇ ਹਾਂ ਗਲੇ ਦੇ ਵਿੱਚ, ਇਸ ਲਾਰ ਵਿੱਚ ਹੀ ਜਿਹੜੇ ਸ਼ਬਦਾਂ ਦੇ ਵਿੱਚੋਂ ਰਸ ਨਿਕਲੇਗਾ। ਹਾਂਜੀ, ਹੈਲੋ,
ਭਾਈ ਸਾਹਿਬ ਜੀ ਤੁਹਾਡਾ ਮਿਊਟ ਤੇ ਲੱਗ ਗਿਆ ਜੀ। ਵਾਹਿਗੁਰੂ ਜੀ। ਹਾਂਜੀ ਮਿਊਟ ਤੇ ਲੱਗ ਗਿਆ ਉਹਨਾਂ ਦਾ। ਹਾਂਜੀ ਲੱਗਦਾ ਹਾਂਜੀ। ਵਾਹਿਗੁਰੂ ਜੀ ਤੁਹਾਡਾ ਮਿਊਟ ਤੇ ਲੱਗ ਗਿਆ, ਮਿਊਟ ਆਫ ਕਰੋ। ਵਾਹਿਗੁਰੂ ਜੀ। ਹਾਂਜੀ ਹੁਣ ਆ ਰਹੀ ਆਵਾਜ਼? ਹਾਂਜੀ ਹੁਣ ਆ ਰਹੀ, ਹਾਂਜੀ ਹਾਂਜੀ ਹੁਣ ਸ਼ੁਰੂ ਹੋਈ। ਹਾਂਜੀ ਆਪਣਾ ਵਾਲੀਅਮ ਖੋਲਿਆ ਤਾਂ ਕਰਕੇ ਇਹਦੇ ਅੱਛਾ ਫਿਰ ਡਬਲ ਆਵਾਜ਼ ਹੋ ਜਾਂਦੀ, ਚਲੋ ਕੋਈ ਗੱਲ ਨਹੀਂ। ਤੇ ਗੁਰਮੰਤਰ ਜਿਹੜਾ ਤੁਸੀਂ ਕਿੰਨੀ ਦੇਰ ਕਰਦੇ ਹੋ? 15-20 ਮਿੰਟ ਕਰਦੇ ਹੋ, ਅੱਧਾ ਘੰਟਾ? ਅੰਮ੍ਰਿਤ ਵੇਲੇ ਤਾਂ ਤਕਰੀਬਨ ਘੰਟੇ ਤੋਂ ਉੱਪਰ ਹੋ ਜਾਂਦਾ, ਸਵਾ ਘੰਟਾ, 1.5 ਘੰਟਾ ਵੀ ਹੋ ਜਾਂਦਾ ਹੈ। ਲੇਕਿਨ ਸਾਰਾ ਦਿਨ ਜਦੋਂ ਵੀ ਟਾਈਮ ਲੱਗਦਾ ਉਦੋਂ ਹੀ ਸ਼ੁਰੂ ਕਰ ਲਈਦਾ। ਅੱਛਾ ਜੀ। ਤੇ ਤੁਸੀਂ ਥੋੜਾ ਹਾਂਜੀ ਹਾਂਜੀ ਗੁਰਮੰਤਰ ਤੁਸੀਂ ਉੱਚਾ ਕਰਦੇ ਹੋ ਜਾਂ ਸਲੋ ਕਰਦੇ ਹੋ? ਹਾਂਜੀ ਉੱਚੀ ਆਵਾਜ਼, ਥੋੜਾ ਜਿਹਾ ਉੱਚੀ ਆਵਾਜ਼ ਵਿੱਚ ਵੀ ਤੇ ਲੇਕਿਨ ਅਨਹਦ ਆਵਾਜ਼ ਵੀ ਸੁਣੀਦਾ। ਹਾਂਜੀ ਅੱਛਾ ਠੀਕ ਹੈ। ਹਾਂ ਬੈਖਰੀ ਮਧਮਾ ਪਸੰਤੀ ਅੰਤਰਗਤ ਹੌਲੀ ਹੌਲੀ ਫਿਰ ਤੁਸੀਂ ਜਦੋਂ ਵਿਚਾਰ ਥੋੜੇ ਘਟ ਜਾਣ ਫਿਰ ਹੌਲੀ ਕਰ ਲੈਣਾ ਆਪਣਾ। ਤੇ ਤੁਸੀਂ 2 ਮਿੰਟ ਕਰ ਸਕਦੇ ਹੋ ਗੁਰਮੰਤਰ? ਹਾਂਜੀ ਹਾਂਜੀ ਕਰਿਓ ਜਰਾ ਪਲੀਜ਼। ਵਾਹ ਗੁਰੂ 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 ਵਾਹ ਗੁਰੂ। ਹਾਂਜੀ ਵਾਹਿਗੁਰੂ ਜੀ। ਹਾਂਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਿਲਕੁਲ ਠੀਕ ਹੈ ਜੀ। ਗੁਰਮੰਤਰ ਤੁਸੀਂ ਬਿਲਕੁਲ ਜਿਸ ਤਰ੍ਹਾਂ ਸਵਾਸ ਵਿਰਾਸ ਪਵਨ ਦੇ ਨਾਲ ਅੰਦਰ ਜਾ ਰਹੇ ਹੋ, ਬਿਲਕੁਲ ਠੀਕ ਜਾ ਰਿਹਾ। ਜਿਸ ਤਰ੍ਹਾਂ ਪੇਟ ਸਾਡਾ ਪਿੱਛੇ ਪਿੱਠ ਵੱਲ ਜਾਵੇ, ਮਾਹੀ ਕਹਿਣਾ, ਤੇ ਪੇਟ ਉੱਪਰ ਨੂੰ ਹੋਵੇ ਤੇ ਗੁਰੂ ਕਹਿਣਾ। ਹਾਂਜੀ ਹਾਂਜੀ ਇਸ ਤਰ੍ਹਾਂ ਕਰਦੇ ਆ ਆਪਣਾ ਗੁਰਮੰਤਰ ਜਿਹੜਾ ਪਵਨ ਦੇ ਨਾਲ ਤੁਸੀਂ ਮਿਲ ਕੇ ਚੱਲਣਾ। ਤੇ ਜੇ ਤੁਹਾਡੇ ਸ਼ਬਦ ਕਿੱਦਾਂ ਤੁਹਾਨੂੰ ਅੰਤਰਗਤ ਦੇ ਵਿੱਚ ਜਾ ਕੇ ਥੋੜਾ ਜਿਹਾ ਆਪਣੇ ਸਵਾਸ ਰੋਕਣਾ, ਸਾਹ ਕਰ ਲੈਂਦੇ ਤੁਸੀਂ? ਸਵਾਸ ਪਹਿਲਾਂ ਜਦੋਂ 97 ਦੇ ਚ ਅੰਮ੍ਰਿਤ ਛਕਿਆ ਸੀ ਨਾ ਜੀ, ਆਪਣੇ ਸਾਡੇ ਅਖੰਡ ਕੀਰਤਨੀ ਜਥੇ ਦੇ ਸਿੰਘ ਆਏ ਸਨ ਇੱਥੇ, ਇੰਗਲੈਂਡ ਤੋਂ ਆਏ ਸਨ ਤੇ ਹਾਲੈਂਡ। ਉਹਨਾਂ ਛਕਾਇਆ ਸੀ, ਉਦੋਂ ਉਹਨਾਂ ਨਾਮ ਦ੍ਰਿੜ ਕਰਵਾਇਆ ਸੀ, ਲੇਕਿਨ ਉਦੋਂ ਉਹਨਾਂ ਉੱਚੀ ਆਵਾਜ਼ ਵਿੱਚ ਕਰਵਾਇਆ ਸੀ। ਫਿਰ ਬਾਅਦ ਵਿੱਚ ਸਾਲ ਏਦਾਂ ਹੀ ਚੱਲਦਾ ਰਿਹਾ। ਫਿਰ ਉਸ ਤੋਂ ਬਾਅਦ ਦੇ ਵਿੱਚ ਭਾਈ ਸੇਵਾ ਸਿੰਘ ਜੀ ਹੋਰਾਂ ਦੀਆਂ ਵੀਡੀਓ ਕੈਸਟਾਂ ਦੇਖੀਆਂ। ਫਿਰ ਉਹਨਾਂ ਤੋਂ ਥੋੜਾ ਸਿੱਖਿਆ ਵੀ ਨਹੀਂ, ਮਤਲਬ ਜ਼ਿਆਦਾ ਉੱਚੀ ਆਵਾਜ਼ ਵਿੱਚ ਨਹੀਂ ਕਰਨਾ, ਮਤਲਬ ਵੀ ਮੱਧਮ ਆਵਾਜ਼ ਦੇ ਵਿੱਚ ਕਰਨਾ। ਫਿਰ ਉਸ ਤੋਂ ਬਾਅਦ 4-5 ਸਾਲ ਬਾਅਦ ਇਸ ਤਰ੍ਹਾਂ ਚੱਲਦਾ ਰਿਹਾ, ਲੇਕਿਨ ਫਿਰ ਬਾਅਦ ਚ ਵਿਸਰ ਗਿਆ ਸੀ ਥੋੜੇ ਇੱਕ ਅੱਧਾ ਸਾਲ ਨਾ, ਜਿੱਦਾਂ ਕੋਈ ਕੰਮਾਂ ਕਾਜਾਂ ਚ ਕਰਕੇ ਫਿਰ ਵਿਸਰ ਗਿਆ ਸੀ। ਹੈ ਸੀ ਨਿਤਨੇਮ ਤੱਕ ਰਹਿ ਗਈ ਸੀ, ਲੇਕਿਨ ਜਿਵੇਂ ਅੰਮ੍ਰਿਤ ਵੇਲਾ ਵੀ ਘਟ ਗਿਆ ਸੀ ਤੇ ਸਿਮਰਨ ਵੀ ਘਟ ਗਿਆ ਸੀ। ਤੇ ਤੁਹਾਡੇ ਉੱਥੇ ਇਸ ਟਾਈਮ ਕੀ ਟਾਈਮ ਹੋਇਆ? ਸਾਡੇ ਇਸ ਟਾਈਮ ਹੋ ਗਿਆ ਜੀ 9:08 ਹੋ ਗਏ, 9:10 ਹੋ ਗਏ। ਹਾਂਜੀ 1 ਘੰਟੇ ਦਾ ਫਰਕ ਹੈ, ਮਤਲਬ ਰਾਤ ਦੇ 1 ਘੰਟੇ ਦਾ ਫਰਕ ਹੈ। ਹਾਂਜੀ ਹਾਂਜੀ 1 ਘੰਟੇ ਦਾ ਫਰਕ ਹੈ, ਕੋਈ ਗੱਲ ਨਹੀਂ, ਠੀਕ ਹੈ। ਤੇ ਸਵੇਰੇ ਤੁਸੀਂ ਫਿਰ ਜੁੜ ਸਕਦੇ ਹੋ ਸਾਡੇ ਨਾਲ। ਸਵੇਰੇ ਸਾਡਾ 6 ਵਜੇ ਸ਼ੁਰੂ ਹੁੰਦਾ, ਆਪਣਾ 4 ਵਜੇ ਸ਼ੁਰੂ ਹੁੰਦਾ ਸਾਡਾ ਇੰਗਲੈਂਡ ਦੇ ਟਾਈਮ ਤੇ। ਹਾਂਜੀ ਇੰਗਲੈਂਡ ਦੇ ਟਾਈਮ ਤੇ 4 ਵਜੇ ਆਪਾਂ 1 ਘੰਟਾ ਪੰਜ ਬਾਣੀਆਂ ਨਿਤਨੇਮ ਹੁੰਦਾ। ਠੀਕ ਹੈ। ਉਸ ਤੋਂ ਬਾਅਦ ਗੁਰਮੰਤਰ ਤੇ 10-15 ਮਿੰਟ ਕਥਾ ਹੁੰਦਾ। ਠੀਕ ਹੈ, ਜ਼ਰੂਰ ਜੁੜਾਂਗੇ। ਠੀਕ ਬਸ ਤੁਸੀਂ ਇਹਨੂੰ ਮਤਲਬ ਥੋੜਾ ਸਾਸ ਵੀ ਕਰਿਆ ਕਰੋ। ਸਾਸ ਕਰ ਲੈਂਦੇ ਹੋ? ਉਦੋਂ ਪਹਿਲਾਂ ਸੀ ਐਕਸਪੀਰੀਅੰਸ ਹੀ, ਲੇਕਿਨ ਥੋੜਾ ਜਿਹਾ ਘਟ ਗਿਆ। ਹਾਂਜੀ ਹਾਂਜੀ ਜਿਸ ਤਰ੍ਹਾਂ
ਆਪਣਾ ਗੁਰਮੰਤਰ ਹੀ ਜਿਹੜਾ ਨਾ ਇਹ ਹੀ ਬਣ ਜਾਂਦਾ ਹੈ। ਜਿਸ ਤਰ੍ਹਾਂ ਹੁਣ ਮੈਂ ਵਾਹੇ ਕਾਂ ਤੇ ਤੁਸੀਂ ਗੁਰੂ ਕਹੋ, ਹਾਂਜੀ ਆਪਣੇ ਆਪ ਸਾਥ ਸਾਥ ਹੋ ਜਾਏਗਾ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ 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 ਹਾਂਜੀ ਹਾਂਜੀ ਗੁਰੂ ਵਾਹੇ ਅੰਦਰ ਕਹਿਣਾ ਤੇ ਗੁਰੂ ਬਾਹਰ ਕਹਿਣਾ। ਬਸ ਇਹਦੇ ਨਾਲ ਕੀ ਆ, ਸਵਾਸ ਥੋੜੇ ਰੁਕਣੇ ਸ਼ੁਰੂ ਹੋ ਜਾਂਦੇ ਆ, ਜਿੱਦਾਂ ਫਿਰ ਸਾਡੇ ਵਿਚਾਰ ਘਟ ਜਾਂਦੇ। ਵਿਚਾਰ ਠੀਕ ਹੈ ਜਦੋਂ ਘਟ ਜਾਣਗੇ ਫਿਰ ਸ਼ਬਦ ਤੇਜ਼ ਹੋ ਜਾਣਗੇ। ਹਾਂਜੀ, ਸਤਿਵਚਨ ਜੀ। ਇਹ ਰੋਮ ਰੋਮ ਵੀ ਤੁਸੀਂ ਕਰੋ ਥੋੜਾ ਜਿਹਾ। ਉਹ ਅਜੇ ਰੋਮ ਕਦੀ ਕਦੀ ਆਂਦੀ ਹੈ ਅਵਸਥਾ, ਲੇਕਿਨ ਘੱਟ ਹੈ। ਨਹੀਂ ਤੁਸੀਂ ਏਦਾਂ ਕਰੋ, ਫਿਰ ਖੱਬੀ ਬਾਂਹ ਨੂੰ ਨਾ ਸੱਜੇ ਬਾਂਹ ਦੇ ਅੰਗੂਠੇ ਦੇ ਨਾਲ ਜਿੱਥੇ ਇਹ ਪਲਸ ਨੂੰ ਦਬਾਓ, ਜਿੱਥੇ ਆਪਣਾ ਹੱਥ ਦੇ ਨਾਲ ਜਿਹੜੀ ਬਾਂਹ ਤੇ, ਜਿੱਦਾਂ ਹਕੀਮ ਪੁਰਾਣੇ ਸਮੇਂ ਦੇ ਵਿੱਚ ਦਬਾਉਂਦੇ ਸੀ ਨਾ, ਇੱਥੇ ਪੋਲਾ ਜਿਹਾ ਅੰਗੂਠਾ ਰੱਖਣਾ, ਤੁਸੀਂ ਥੋੜਾ ਥੋੜਾ ਕਰਕੇ ਦਬਾਉਣਾ। ਕਿਤੇ ਇੰਪਲਸ ਤੇ ਹਾਂਜੀ ਪਲਸ ਦੇ ਉੱਤੇ ਖੱਬੇ ਹੱਥ ਤੋਂ ਸੱਜੀ ਬਾਂਹ ਦਾ ਅੰਗੂਠਾ, ਜਿੱਦਾਂ 4 ਉਂਗਲਾਂ ਥੱਲੇ ਰੱਖ ਕੇ ਹਾਂਜੀ ਔਰ ਅੰਗੂਠੇ ਦੇ ਨਾਲ ਵਿੱਚ ਸਾਡੀ ਮੋਟੀ ਜੀ ਨਾੜੀ ਨੂੰ ਥੋੜਾ ਜਿਹਾ ਹਲਕਾ ਹਲਕਾ ਦਬਾਉਣਾ ਬਸ। ਸੱਜੇ ਹੱਥ ਸੱਜੀ ਕਿਉਂਕਿ ਇਹ ਸਾਡਾ ਜਿਹੜਾ ਹਾਰਟ ਬੀਟਿੰਗ ਦੇ ਨਾਲ ਜਿਹੜਾ ਕਨੈਕਸ਼ਨ ਹੈ, ਹਾਂਜੀ ਤੇ ਤੁਹਾਡੀ ਹਾਰਟ ਬੀਟਿੰਗ ਦੇ ਵਿੱਚ ਉਹਨਾਂ ਦਾ ਜਿਹੜਾ ਸਿਰਾ ਖੁੱਲੇਗਾ, ਤੁਹਾਡੇ ਰੋਮ ਖੁੱਲ ਜਾਣਗੇ ਤੇ ਚੱਲ ਪੈਣਗੇ। 5-7 ਦਿਨ ਕਰਨ ਤੋਂ ਬਾਅਦ ਫਿਰ ਰੱਖਣ ਦੀ ਲੋੜ ਨਹੀਂ, ਫਿਰ ਤੁਸੀਂ ਦਿਲ ਦੀ ਧੜਕਣ ਤੇ ਆਪਣਾ ਧਿਆਨ ਜੋੜ ਲੈਣਾ। ਇਹ ਫਿਰ ਰੋਮ ਜਾਣਗੇ, ਹੌਲੀ ਹੌਲੀ ਰੋਮ ਰੱਖਿਆ ਕਰੋ। ਸਤਿਵਚਨ ਜੀ। ਭਾਈ ਸਾਹਿਬ ਮਨ ਇੰਨਾ ਸਹਿਜ ਦੇ ਵਿੱਚ ਆ ਜਾਏਗਾ, ਤੁਹਾਨੂੰ ਸ਼ਬਦ ਸੁਣਨੇ ਤੇਜ਼ ਹੋ ਜਾਣਗੇ। ਸਤਿਵਚਨ ਜੀ। ਚੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵੇਰੇ ਵੀ ਤੁਸੀਂ ਹਾਜ਼ਰੀ ਭਰਿਆ ਕਰੋਗੇ ਜਪਜੀ ਸਾਹਿਬ ਦਾ, ਇੱਕ ਕੋਈ ਵੀ ਤੁਸੀਂ ਲਾ ਲਿਓ। ਠੀਕ ਹੈ ਜੀ, ਜਪਜੀ ਸਾਹਿਬ ਜਾਪ ਸਾਹਿਬ ਕੋਈ ਵੀ ਕਿਰਪਾ ਮਹਾਰਾਜ ਕਰਨਗੇ ਤੁਹਾਡੇ ਤੋਂ। ਠੀਕ ਹੈ ਜੀ। ਤੇ ਫਿਰ ਆਪਾਂ ਚੰਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਹਾਂਜੀ ਹੋਰ ਕਿਸੇ ਨੇ ਕੋਈ ਪੁੱਛਣਾ ਹੋਏ ਜੀ? ਹਾਂਜੀ ਪਿਆਰਿਓ, ਰਾਜਵਿੰਦਰ ਕੌਰ ਜੀ ਤੁਸੀਂ ਪੁੱਛ ਲਓ ਕੁਛ। ਬੜੀਆਂ ਭੈਣਾਂ ਸਾਰੇ ਹੀ ਆਏ, ਪਰ ਆਪਣਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਠੀਕ ਹੋ ਤੁਸੀਂ? ਹਾਂਜੀ ਬਿਲਕੁਲ ਠੀਕ ਹੈ ਜੀ, ਬਹੁਤ ਬਹੁਤ ਠੀਕ ਹੈ। ਹਾਂਜੀ ਮੈਂ ਕਿਹਾ ਚੱਲ ਹਾਂਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦਾ, ਆਪ ਜੀ ਬਹੁਤ ਸੋਹਣੀ ਕਥਾ ਸੰਗਤਾਂ ਨੂੰ ਕਰਕੇ ਨਿਹਾਲ ਕੀਤਾ। ਵਾਹਿਗੁਰੂ ਜੀ ਤੁਸੀਂ। ਵਾਹਿਗੁਰੂ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਸਾਡੇ ਨਾਲ ਜਿਹੜਾ ਯੂਰਪ ਦੀ ਸੰਗਤ ਬਹੁਤ ਜੁੜ ਰਹੀ ਹੈ। ਸਾਰੇ ਪਾਸੇ ਮਹਾਰਾਜ ਜੀ ਦੀ ਕਿਰਪਾ ਹੋ ਰਹੀ ਹੈ, ਸਾਡਾ ਪਰਿਵਾਰ ਵੱਧ ਰਿਹਾ। ਬੜਾ ਮਨ ਦੇ ਵਿੱਚ ਚਾਅ ਚੜ ਰਿਹਾ ਹੈ ਕਿ ਮਹਾਰਾਜ ਇਸੇ ਤਰ੍ਹਾਂ ਸਾਰਿਆਂ ਦੇ ਅੰਦਰ ਇਹ ਨਾਮ ਸ਼ਬਦ ਦਾ ਭੇਦ ਜਿਹੜਾ ਸਤਿਗੁਰੂ ਪਾਤਸ਼ਾਹ ਖਜ਼ਾਨਾ ਸਾਰਿਆਂ ਨੂੰ ਦੇਣ। ਹਾਂਜੀ ਵਾਹਿਗੁਰੂ ਜੀ। ਹਾਂਜੀ ਹਾਂਜੀ ਵਾਹਿਗੁਰੂ ਜੀ, ਅਸੀਂ ਤੁਹਾਨੂੰ ਪੁੱਛਣਾ ਸੀ ਕਿ ਵਾਹਿਗੁਰੂ ਜੀ, ਜਦੋਂ ਅਸੀਂ ਸਹਿਜ ਵਿੱਚ ਜਾਂਦੇ ਹਾਂ ਰਾਤ ਨੂੰ, ਹਾਂਜੀ ਸ਼ਬਦ ਸੁਣਦੇ ਅਸੀਂ ਸਹਿਜ ਵਿੱਚ ਜਾਂਦੇ ਹਾਂ, ਤੇ ਜਦੋਂ ਅਸੀਂ ਅੱਖਾਂ ਮੀਟ ਕੇ ਸ਼ਬਦ ਸੁਣਨੇ ਸ਼ੁਰੂ ਕਰਦੇ ਹਾਂ, ਸਾਨੂੰ ਬਿਲਕੁਲ ਸਾਹਮਣੇ ਜਿੱਦਾਂ ਸਾਨੂੰ ਏਦਾਂ ਬਹੁਤ ਜਿੱਦਾਂ ਚਮਕਣੇ ਸਟਾਰ ਦਿਸਦੇ, ਅੱਖਾਂ ਬੰਦ ਕੀਤੀਆਂ ਤੇ ਉਹ ਪਹਿਲਾਂ ਤਾਂ ਜਿੱਦਾਂ ਅੱਖਾਂ ਵੀ ਏਦਾਂ ਲੱਗਦੀਆਂ, ਸਾਡੀ ਜਿਹੜੀਆਂ ਪਲਕਾਂ ਏਦਾਂ ਸਾਨੂੰ ਪਲਕਾਂ ਲੱਗਦੀਆਂ ਜਿੱਦਾਂ ਬਹੁਤ ਬਲਿੰਕ ਕਰਦੀਆਂ ਹੁੰਦੀਆਂ, ਪਰ ਕਰਦੀਆਂ ਨੀ, ਸਾਨੂੰ ਫੀਲ ਹੁੰਦੀਆਂ ਏਦਾਂ। ਤੇ ਫਿਰ ਪਹਿਲਾਂ ਜਿੱਦਾਂ 2 ਦਿਨ ਹੋ ਗਏ ਤੇ ਪਹਿਲਾਂ ਰੰਗ ਜਿੱਦਾਂ ਸਾਨੂੰ ਬਹੁਤ ਜ਼ਿਆਦਾ ਗੂੜਾ ਦਿਸਦੇ ਸੀਗੇ, ਫੇਰ ਜਿੱਦਾਂ ਬਹੁਤ ਬਰਾਈਟ ਹੋ ਗਿਆ, ਜਿੱਦਾਂ ਜਿੱਦਾਂ ਚਿੱਟੇ ਹੋ ਗਏ ਜਦ। ਕਿੰਨੇ ਕੁ ਹੈਗੇ? ਥੋੜਾ ਚਿਰ ਰਹੇ ਜਿੱਦਾਂ ਉਹ ਰਹਿੰਦੇ, ਥੋੜਾ ਚਿਰ। ਅੱਛਾ, ਨਹੀਂ ਕਿੰਨੇ ਮਤਲਬ 2 4 6 ਕਿੰਨੇ ਕੁ ਦਿਖਦੇ ਆ? ਬਹੁਤ ਸੀ, ਬਹੁਤ ਜ਼ਿਆਦਾ। ਹਾਂਜੀ ਹਾਂਜੀ।
ਤੇ ਉਹ ਫਿਰ ਜਿੱਦਾਂ ਅਸੀਂ ਉਹਨਾਂ ਨੂੰ ਦੇਖਦੇ ਦੇਖਦੇ ਫਿਰ ਸਾਨੂੰ ਪਤਾ ਨਹੀਂ ਅਸੀਂ ਸਹਿਜ ਵਿੱਚ ਕਦੋਂ ਚਲੇ ਗਏ, ਪਰ ਨਾਈਸ ਸੀ ਉਹ ਬਹੁਤ ਆਨੰਦ ਆ ਰਿਹਾ ਸੀ ਉਦੋਂ। ਤੇ ਇਹ ਠੀਕ ਸੀ ਭਾਈ ਸਾਹਿਬ ਜੀ ਇਹ? ਹਾਂਜੀ ਬਿਲਕੁਲ ਠੀਕ ਹੈ। ਜਿਹੜਾ ਪਹਿਲਾਂ ਜਿਸ ਤਰ੍ਹਾਂ ਆਪਣਾ ਬਲਬ ਦੀ ਲਾਈਟ ਹੁੰਦੀ ਨਾ ਪੀਲੇ ਰੰਗ ਦਾ, ਜਿਸ ਤਰ੍ਹਾਂ ਆਪਾਂ ਤਾਰੇ ਦੇਖਦੇ ਹਾਂ, ਜਿਸ ਤਰ੍ਹਾਂ ਇੱਕ ਤਾਂ ਟਿਊਬਲਾਈਟ ਦਾ ਰੰਗ ਹੈ ਚਿੱਟਾ, ਜਿਹੜਾ ਇੱਕ ਪੀਲਾ ਰੰਗ ਜਿਹੜਾ ਥੋੜਾ ਜਿਹਾ ਯੈਲੋ ਦੇ ਵਿੱਚ ਦਿਖਦੇ ਜਿਹੜੇ ਸਟਾਰ ਜਿਹੜੇ ਨਾ ਪਹਿਲਾਂ, ਉਸ ਤੋਂ ਬਾਅਦ ਫਿਰ ਬ੍ਰਾਈਟ ਹੋ ਜਾਂਦੇ ਬਿਲਕੁਲ, ਜਿੱਦਾਂ ਆਪਣਾ ਚੰਦਰਮਾ ਦੀ ਚਿੱਟੀ ਚਾਨਣੀ ਜਿੱਦਾਂ ਟਿਊਬਲਾਈਟ ਦੀ ਹੁੰਦੀ ਹੈ, ਇਸ ਤਰ੍ਹਾਂ ਦੇ ਸਟਾਰ ਹੋ ਜਾਂਦੇ। ਇਹ ਫਿਰ ਇਹਦੇ ਵਿੱਚ ਆਨੰਦ ਬੜਾ, ਮਤਲਬ ਦੇਖਣ ਦੇ ਵਿੱਚ ਅੱਖਾਂ ਜਿਹੜੀਆਂ ਚੱਕਣ, ਸਾਡੀ ਹਰਚੰਦੂਰੀ ਜਿਸ ਤਰ੍ਹਾਂ ਮਤਲਬ ਚਿੱਟਾ ਚਿੱਟਾ ਜਿਹਾ ਪ੍ਰਕਾਸ਼ ਟਾਈਪ ਦਾ ਹੀ ਹੁੰਦਾ, ਤੇ ਮਨ ਕਰਦਾ ਵੀ ਦੇਖਦੇ ਰਹੀਏ, ਕਿਉਂਕਿ ਠੰਡਕ ਬਹੁਤ ਹੁੰਦੀ ਹੈ ਉਹਦੇ ਵਿੱਚ। ਇਹ ਅੱਖਾਂ ਨੂੰ ਪੈਂਦੇ ਨਹੀਂ ਹੈ, ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਅੱਖਾਂ ਨੂੰ ਪੈਂਦੀ ਹੈ ਨਾ, ਇਹ ਠੰਡੇ ਹੁੰਦੇ ਆ, ਤੇ ਇਹਨਾਂ ਦੀ ਰੋਸ਼ਨੀ ਜਿਹੜੀ ਹੈ ਬੜੀ ਅੱਛੀ ਲੱਗਦੀ ਹੈ, ਤੇ ਮਨ ਜਿਹੜਾ ਫਿਰ ਦੇਖਦਿਆਂ ਦੇਖਦਿਆਂ ਸਹਿਜ ਵਿੱਚ ਤੁਹਾਡਾ ਚਲਾ ਜਾਂਦਾ। ਬਹੁਤ ਠੀਕ ਹੈ। ਇਹਦੇ ਵਿੱਚੋਂ ਫਿਰ ਥੋੜੀ ਜਿਹੀ ਸੁਰਤੀ, ਜਿੱਦਾਂ ਤੁਸੀਂ ਨਾ ਹੌਲੀ ਹੌਲੀ ਦੇਖਣਾ ਇੱਥੇ ਹੀ ਹੈ ਤੁਸੀਂ ਜਿੱਥੇ ਦੇਖਦੇ ਪਏ ਹੋ, ਕਿਉਂਕਿ ਤੁਹਾਨੂੰ ਇਹ ਦੇਖਣ ਦਾ ਹੁਣ ਤਰੀਕਾ ਜਿਹੜਾ ਮਨ ਦਾ ਸਾਹਮਣੇ ਜਿਹੜਾ ਤੁਹਾਨੂੰ ਇਹ ਦਿਖਣਾ ਸ਼ੁਰੂ ਹੋ ਗਿਆ, ਆਪਣਾ ਮਨ ਵੀ ਦਿਖ ਰਿਹਾ ਤੇ ਨਾਲ ਹੋਰ ਵੀ ਦਿਖ ਰਿਹਾ ਹੈ ਬਹੁਤ ਕੁਝ। ਤੇ ਇਸ ਤੋਂ ਬਾਅਦ ਫਿਰ ਥੋੜੀ ਜਿਹੀ ਸੁਰਤੀ ਨੂੰ ਉੱਪਰ ਲੈ ਕੇ ਜਾਣਾ ਤੁਸੀਂ, ਉੱਪਰਲੇ ਪਾਸੇ ਪਾਓ ਕਿ ਮੱਥੇ ਵਾਲੇ ਪਾਸੇ ਦੇਖਣਾ ਉੱਥੇ ਹੀ ਹੈ ਸਾਹਮਣੇ, ਸਿਰਫ ਸੁਰਤੀ ਨੂੰ ਲੈ ਕੇ ਜਾਣਾ ਆਪਣਾ, ਤੇ ਸੁਰਤੀ ਨੂੰ ਇਸ ਤਰ੍ਹਾਂ ਉੱਪਰ ਕਰ ਲੈਣਾ ਆਪਣਾ ਮੱਥੇ ਵਾਲੇ ਪਾਸੇ। ਇੱਥੇ ਫਿਰ ਤੁਹਾਨੂੰ ਥੋੜਾ ਜਿਹਾ ਜਿਸ ਤਰ੍ਹਾਂ ਪ੍ਰਕਾਸ਼ ਹੁੰਦਾ ਜਿੱਦਾਂ ਇਸ ਤਰ੍ਹਾਂ ਅਨੁਭਵ ਹੋਏਗਾ, ਤੇ ਉੱਪਰ ਜਿੱਦਾਂ ਛੱਤ ਨਹੀਂ ਹੈਗੀ, ਸਾਰਾ ਪ੍ਰਕਾਸ਼ ਹੀ ਪ੍ਰਕਾਸ਼। ਤੇ ਇੱਥੇ ਫਿਰ ਥੋੜਾ ਧਿਆਨ ਦੇ ਨਾਲ ਇੱਥੇ ਦੇਖੀ ਜਾਣਾ, ਗੁਰਮੰਤਰ ਕਰੀ ਜਾਣਾ ਜਾਂ ਸ਼ਬਦਾਂ ਨੂੰ ਸੁਣੀ ਜਾਣਾ। ਸ਼ਬਦ ਤੇ ਤੁਹਾਡੇ ਕਾਫੀ ਤੇਜ਼ ਚੱਲਦੇ ਹੋਣੇ? ਹਾਂਜੀ ਸ਼ਬਦ ਚੱਲਦੇ, ਪਰ ਭਾਈ ਸਾਹਿਬ ਜਿਹੜਾ ਪ੍ਰਕਾਸ਼ ਤੁਸੀਂ ਕਹਿੰਦੇ ਸਾਹਮਣੇ, ਪਰ ਸਾਨੂੰ ਪ੍ਰਕਾਸ਼ ਉਹ ਦਿਸਦਾ ਆ ਜਿੱਦਾਂ ਅੱਖ ਦੇ ਕੋਏ ਨਹੀਂ ਆਪਣੇ ਹੈਗੇ ਰਾਈਟ ਸਾਈਡ ਦਾ, ਅੱਖ ਦੀ ਸਾਈਡ ਤੇ ਜਿੱਦਾਂ ਇੱਥੋਂ ਸਾਨੂੰ ਝਲਕ ਪੈਂਦੀ, ਪਹਿਲਾਂ ਇੱਥੋਂ ਸ਼ੁਰੂ ਹੁੰਦੀ ਆ ਰਾਈਟ ਸਾਈਡ ਦੇ ਜਿਹੜਾ ਸਾਡਾ ਸੂਰਜ ਹੈ ਨਾ, ਸੂਰਜ ਵਰਗੀ ਇੱਥੋਂ ਜਿਸ ਤਰ੍ਹਾਂ ਲਾਈਟ ਪੈਂਦੀ ਹੈ, ਪਰ ਉਹ ਸੂਰਜ ਵਰਗੀ ਜਿੱਦਾਂ ਅੱਖਾਂ ਨੂੰ ਖਾਂਦੀ ਹੈ ਉਸ ਤਰ੍ਹਾਂ ਨਹੀਂ ਹੈ, ਮਤਲਬ ਇਹ ਨਹੀਂ ਇਦਾਂ ਪਚੱਕਾ ਜਿਹਾ ਪੈਂਦਾ ਜਿੱਦਾਂ ਫੀਲ ਹੁੰਦਾ ਸਾਨੂੰ। ਇਹ ਹੁੰਦਾ ਸੱਜੇ ਪਾਸੇ ਤੁਹਾਨੂੰ ਸੂਰਜ, ਕਈਆਂ ਨੂੰ ਚੰਦਰਮਾ 10-10 15-15 ਮਿੰਟ ਪੂਰਾ ਜਿੱਦਾਂ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਨਾ, ਇਦਾਂ ਦਿਖਣਾ ਸ਼ੁਰੂ ਹੋ ਜਾਂਦਾ, ਦਿਖੀ ਜਾਂਦਾ ਪੂਰਾ ਆਕਾਸ਼ ਦੇ ਵਿੱਚ। ਤੇ ਇਸ ਪਾਸੇ ਜਿਹੜਾ ਸੱਜੇ ਪਾਸੇ ਤੁਹਾਡੇ ਸੂਰਜ ਦੀ ਰੋਸ਼ਨੀ ਪ੍ਰਕਾਸ਼ ਰੂਪ ਦੇ ਵਿੱਚ ਤੁਹਾਨੂੰ ਦਿਖ ਰਹੀ ਹੈ, ਬਹੁਤ ਵਧੀਆ ਹੈ। ਇਸੇ ਨੇ ਅੱਗੇ ਜਾ ਕੇ ਪੂਰਾ ਪ੍ਰਕਾਸ਼ ਬਣ ਜਾਣਾ, ਤੇ ਜਿਹੜਾ ਇਹ ਫਿਰ ਬਿਲਕੁਲ ਜਿਹੜਾ ਅਨੁਭਵ ਪ੍ਰਕਾਸ਼ ਜਿਹੜਾ ਅਸਲੀ ਮਹਾਰਾਜ ਜੀ ਦਾ ਜਿਸ ਤਰ੍ਹਾਂ ਉਹ ਫਟਦੀ ਹੈ ਨਾ, ਜਿੱਦਾਂ ਪਤਾ ਲੱਗਦਾ ਭਈ ਕੋਈ ਸੂਰਜ ਨਹੀਂ ਨਾ ਚੰਦਰਮਾ ਹੈ, ਤੇ ਲੋ ਹੋਈ ਜਾ ਰਹੀ ਹੈ, ਤੇ ਉਹ ਜਿਹਨੂੰ ਮਹਾਰਾਜ ਕਹਿੰਦੇ ਭਈ ਚਮਕਣ ਤਾਰੇ, ਬਾਣੀ ਵਿੱਚ ਸ਼ਬਦ ਹੀ ਆਉਂਦਾ, ਤੇ ਇਹ ਤਾਰਿਆਂ ਦੀ ਰੋਸ਼ਨੀ ਦੇ ਵਿੱਚ ਏਦਾਂ ਮਤਲਬ ਤਾਰੇ ਅਲੋਪ ਹੁੰਦੇ ਰਹਿੰਦੇ ਨੇ, ਤੇ ਇਸ ਤਰ੍ਹਾਂ ਸੂਰਜ ਨਿਕਲਦਾ ਨਹੀਂ, ਪਰ ਇਸ ਤਰ੍ਹਾਂ ਲੱਗਦਾ ਵੀ ਹੁਣ ਦਿਨ ਚੜੀ ਜਾ ਰਿਹਾ, ਨਾ ਰਾਤ ਹੈ ਨਾ ਦਿਨ ਹੈ, ਉੱਥੇ ਦਿਓ ਇੱਥੇ ਸਭ ਰਾਤ। ਤੋ ਇਹ ਜਿਹੜਾ ਅਸਲੀ ਫਿਰ ਉਹ ਤੁਹਾਨੂੰ ਹੌਲੀ ਹੌਲੀ ਜਿੱਥੋਂ ਪੂਰੀ ਤਰ੍ਹਾਂ ਜਦੋਂ ਤੁਹਾਨੂੰ ਸੂਰਜ ਦਾ ਪ੍ਰਕਾਸ਼ ਜਿੱਦਾਂ ਪੂਰਾ ਉੱਪਰ ਸਿਰ ਦੇ ਉੱਤੇ ਵੀ ਇੰਝ ਲੱਗੇਗਾ ਵੀ ਚਿੱਟਾ ਹੀ ਹੋ ਗਿਆ ਸਾਰਾ ਕੁਝ। ਇਸ ਤੋਂ ਬਾਅਦ ਫਿਰ ਉਹ ਜਿਹੜਾ ਪਰਮਾਤਮਾ ਦਾ ਜਿਹੜਾ ਅਸਲੀ ਸਰੂਪ ਜਿਹੜਾ ਪ੍ਰਕਾਸ਼ ਹੈ, ਉਹ ਫਿਰ ਜਿਹੜਾ ਜਿਹਦਾ ਕੋਈ ਰੂਪ ਨਹੀਂ ਰੇਖ ਨਹੀਂ, ਇਹ ਤੇ ਹੁਣ ਚਿੱਟਾ ਹੋ ਗਿਆ ਨਾ, ਵਾਈਟ ਰੰਗ ਹੋ ਗਿਆ, ਇਹ ਨਹੀਂ, ਇਹ ਵੀ ਪ੍ਰਕਾਸ਼ ਹੈ। ਤੇ ਇੱਕ ਪ੍ਰਕਾਸ਼ ਜਿਹੜਾ ਮਹਾਰਾਜ ਜੀ ਦਾ ਜਿਹੜਾ ਅਸਲੀ ਪ੍ਰਕਾਸ਼ ਹੈ, ਉਹ ਹੈ ਸ਼ੀਸ਼ੇ ਵਰਗਾ ਪਾਣੀ ਵਰਗਾ ਸਾਫ਼, ਜਿਸ ਰੂਪ ਨਾ ਰੇਖ ਅਨਾਹਦ ਵਾਜੇ ਸ਼ਬਦ ਨਿਰੰਜਨ ਕੀਆ। ਉਹ ਸ਼ਬਦਾਂ ਦੇ ਵਿੱਚੋਂ ਅਨੁਭਵ ਪ੍ਰਕਾਸ਼ ਜਿਹੜਾ ਪਾਣੀ ਵਰਗਾ ਸ਼ੀਸ਼ੇ ਵਰਗਾ, ਜਿਹਦਾ ਕੋਈ ਰੂਪ ਨਹੀਂ ਰੇਖ ਨਹੀਂ ਰੰਗ ਨਹੀਂ, ਉਹ ਫਿਰ ਪ੍ਰਕਾਸ਼ ਤੁਹਾਨੂੰ ਪਰਮਾਤਮਾ ਦਾ ਦਿਖੇਗਾ, ਜੋ ਅੰਮ੍ਰਿਤ ਜਲ ਵਰਗਾ ਬਿਲਕੁਲ ਨਿਰਮਲ ਪ੍ਰਕਾਸ਼। ਸੋ ਇਸੇ ਤਰ੍ਹਾਂ ਬਹੁਤ ਵਧੀਆ ਭੈਣ ਜੀ ਤੁਹਾਡੀ ਅਵਸਥਾ, ਬਹੁਤ ਆਪਣੇ ਦੂਜੇ ਵੱਡੇ ਭੈਣ ਜੀ ਦੂਸਰੇ ਆਪਣਾ ਸੁਰਿੰਦਰ ਕੌਰ ਭੈਣ ਜੀ, ਉਹ ਵੀ ਮੈਂ ਦੇਖੇ ਸੀਗੇ ਇੱਥੇ, ਉਹਨਾਂ ਨੂੰ ਥੋੜਾ ਪੁੱਛ ਲਈਏ ਜਾਂ ਕਿਸੇ ਹੋਰ ਨੇ ਬਚਨ ਕਰਨੇ ਹੋਣ। ਇਸੇ ਤਰ੍ਹਾਂ ਭੈਣ ਜੀ ਤੁਸੀਂ ਇਹਦੇ ਵਿੱਚ ਰੱਖੋ ਧਿਆਨ, ਥੋੜਾ ਉੱਪਰ ਲੈ ਕੇ ਜਾਓ, ਆਪਣਾ ਧਿਆਨ ਦੀ ਅਵਸਥਾ 'ਚ ਬੈਠੇ ਹੋ ਨਾ, ਦੇਖਣਾ ਸਾਹਮਣੇ ਬਸ ਸੁਰਤੀ ਉੱਪਰ ਜਾਵੇ। ਸਤ ਵਚਨ ਵਾਹਿਗੁਰੂ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੇ ਮੇਰੇ ਖਿਆਲ ਭੈਣ ਜੀ ਹੈ ਨਹੀਂ ਗੇ, ਹੁਣ ਚਲੇ ਗਏ ਸ਼ਾਇਦ, ਮੈਂ ਦੇਖਿਆ ਸੀ ਉਹਨਾਂ ਨੂੰ, ਉਹਨਾਂ ਦਾ ਨਾਂ ਆਇਆ ਸੀ।
ਸੁਰਿੰਦਰ ਕੌਰ ਜੀ ਰਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜੀ। ਹਾਂਜੀ ਹਾਂਜੀ ਇੱਥੇ ਹਾਂ ਜੀ ਅਸੀਂ। ਹਾਂਜੀ, ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਹਾਂਜੀ ਜੀ। ਗੁਰੂ ਪਿਆਰਿਓ। ਜੀ ਕਿੱਦਾਂ ਜੀ, ਠੀਕ ਠਾਕ ਤੁਸੀਂ ਜੀ? ਹਾਂਜੀ ਠੀਕ ਠਾਕ ਜੀ, ਬਹੁਤ ਵਧੀਆ ਜੀ। ਪਹਿਲਾਂ ਮੈਂ ਇੱਕ ਬੇਨਤੀ ਕਰ ਲਵਾਂ ਵੀ ਤੁਸੀਂ ਕਥਾ ਸਾਡੀ ਪਾ ਰਹੇ ਹੋ ਉਹਦੇ ਚ? ਹਾਂਜੀ ਹਾਂਜੀ ਹੁੰਦੀ ਹੈ ਰਿਕਾਰਡ ਅਸੀਂ ਮੇਰੇ ਕੋਲ ਵੀ ਇਹਦੇ ਵਿੱਚ ਵੀ ਆ ਰਹੀ ਹੈ। ਮੈਂ ਕਿਹਾ ਪਤਾ ਨਹੀਂ ਆਪਣੇ ਆਪ ਹੀ ਹਾਂਜੀ ਕੁਝ ਅਸੀਂ ਹੋ ਰਿਹਾ। ਟੈਲੀਗ੍ਰਾਮ ਤੇ ਪਾਉਂਦੇ ਹੁੰਦੇ ਹਾਂ। ਹਾਂਜੀ ਆਪਣੇ ਗਰੁੱਪ ਦੇ ਵਿੱਚ ਇੱਥੇ ਪਾਉਂਦੇ ਹਾਂ ਬਹੁਤ ਜੀ। ਬਹੁਤ ਤੁਹਾਡੀ ਸੇਵਾ ਨੂੰ ਮਹਾਰਾਜ ਫਲ ਲਾਵੇ ਜਿਹੜੇ ਤੁਸੀਂ ਸੇਵਾ ਕਰ ਰਹੇ ਹੋ। ਹਾਂਜੀ ਹਾਂਜੀ ਦੱਸੋ ਹੁਣ ਤੁਸੀਂ। ਹਾਂਜੀ ਅਸੀਂ ਤਾਂ ਜੀ ਉੱਥੇ ਕੀ ਅਟਕੇ ਆ ਜੀ। ਹਾਂਜੀ ਆਪਾਂ ਨੂੰ ਸ਼ਬਦ ਤਾਂ ਸੁਣਦੇ ਆ ਪਰ ਸਾਨੂੰ ਵਿੱਚ ਸਮਾਉਣਾ ਨਹੀਂ ਆਉਂਦਾ ਜੀ। ਅੱਛਾ, ਸੁਣ ਵੀ ਸਮਾਣਾ ਨਹੀਂ ਆਉਂਦਾ? ਇਹ ਤਾਂ ਬਹੁਤ ਸੌਖਾ ਕੰਮ ਹੈ। ਨਹੀਂ ਆਉਂਦਾ ਜੀ। ਹਾਂਜੀ ਜਿਹੜੇ ਕਈ ਸ਼ਬਦ ਵਾਰ ਨੇ ਨਾ, ਸ਼ਬਦ ਤਾਂ ਕਈ ਸ਼ਬਦ ਦੇ ਵਾਰੀ ਵਿੱਚ ਜਿੱਦਾਂ ਉੱਚੇ ਵੀ ਹੋ ਜਾਂਦੇ ਆ। ਸ਼ਬਦਾਂ ਦੇ ਵਿੱਚ ਤੁਸੀਂ ਸੁਣਾ ਹੈ, ਮਤਲਬ ਜਿੱਦਾਂ ਸ਼ਬਦ ਸੁਣਦੇ ਹੀ ਸਾਨੂੰ ਸੁਣਨ ਦੇ ਵਿੱਚ ਨੇ। ਜਦੋਂ ਵਿਚਾਰਾਂ ਚ ਹੁੰਦੇ ਆ ਸ਼ਬਦ ਬਹੁਤ ਘੱਟ ਸੁਣਦੇ ਨੇ। ਜਿੱਦਾਂ ਆਪਾਂ ਗੱਲਬਾਤ ਕਰਦੇ ਹਾਂ, ਪੰਜਾਂ ਦੇ ਪੇਸ਼ ਹੁੰਦੇ, ਉਸ ਵੇਲੇ ਸ਼ਬਦ ਸੁਣਨੇ ਬਹੁਤ ਧੀਮੇ ਹੋ ਜਾਂਦੇ, ਕਿਉਂਕਿ ਇੱਕ ਮਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਥੋੜਾ ਜਿਹਾ ਹੁੰਦਾ ਭਾਈ ਸਤਿਕਾਰ ਰੱਖਣਾ। ਫਿਰ ਪੰਜਾਂ ਦਾ ਫਿਰ ਗੁਰੂ ਦੀ ਪਦਵੀ ਤੇ ਹੁੰਦੇ, ਉਸ ਵੇਲੇ ਮਨ ਬਿਲਕੁਲ ਸਹਿਮਿਆ ਹੁੰਦਾ ਥੋੜਾ ਵੀ ਕੀ ਹੋਏਗਾ, ਪਤਾ ਨਹੀਂ ਕੀ ਹੋਏਗਾ, ਤੇ ਉਦੋਂ ਸ਼ਬਦ ਥੋੜੇ ਜਿਹੇ ਧੀਮੇ ਹੋ ਜਾਂਦੇ। ਪਰ ਹਾਂਜੀ ਤੁਸੀਂ ਸਾਨੂੰ ਜਦੋਂ ਸੁਣਦੇ ਤਾਂ ਹਰ ਵੇਲੇ ਹੀ ਆ। ਜਿੱਦਾਂ ਕੋਈ ਓਦਾਂ ਵੀ ਕਹਿ ਲਓ, ਕੋਈ ਕੁਛ ਵੀ ਹੁੰਦਾ ਉਹਦੇ ਨਾਲ ਜਿੱਦਾਂ ਉੱਚੇ ਹੋ ਜਾਂਦੇ। ਜੋ ਕੋਈ ਮਾੜਾ ਜਿਹਾ ਮਿਊਜ਼ਿਕ ਜਾਂ ਕੁਛ ਓਦਾਂ ਵੀ ਹੋਵੇ ਤਾਂ ਬਹੁਤ ਉੱਚੀ, ਜਿੱਦਾਂ ਉੱਚੀ ਫਿਰ ਸੁਣਦੇ ਹੀ ਆ ਫਿਰ ਵੀ। ਸ਼ਬਦ ਬਹੁਤ ਤੇਜ਼ ਚੱਲਦੇ ਨੇ ਭੈਣ ਜੀ, ਪਰ ਸ਼ਬਦ ਜਿਹੜਾ ਨਾ ਸਰੀਰ ਦੇ ਵਿੱਚੋਂ ਤੁਸੀਂ ਥੋੜਾ ਜਿਹਾ ਬਾਹਰ ਧਿਆਨ ਰੱਖਣਾ ਸਾਹਮਣੇ। ਹਾਂਜੀ ਤੇ ਸ਼ਬਦਾਂ ਨੂੰ ਸੁਣਦਿਆਂ ਹੋਇਆਂ, ਸ਼ਬਦਾਂ ਦੇ ਵਿੱਚ, ਇਸ ਸੁਣਨ ਦੇ ਵਿੱਚ, ਸ਼ਬਦਾਂ ਦੇ ਵਿੱਚ ਤੁਸੀਂ ਗੋਤਾ ਲਾਣਾ ਇੱਕ ਵਾਰੀ, ਘੰਟਾ 2-2 ਘੰਟੇ ਰੋਜ਼ ਸ਼ਬਦਾਂ ਠੀਕ ਹੈ ਵਿੱਚ ਜੀ। ਮਤਲਬ ਸਮਾ ਜਾਣਾ। ਸ਼ਬਦਾਂ ਨੂੰ ਸੁਣਦਿਆਂ ਜਿੱਦਾਂ ਆਪਾਂ ਗੁਰਮੰਤਰ ਦੇ ਵਿੱਚ ਕਈ ਵਾਰੀ ਸਾਨੂੰ ਸੁਣ ਵਿੱਚ ਜਾਣ ਨੂੰ ਜੀ ਕਰਦਾ, ਬਾਰ-ਬਾਰ ਝਟਕਾ ਲੱਗਦਾ ਵੀ ਜਦੋਂ ਅਸੀਂ ਸਲੋ ਬੜੇ ਪਿਆਰ ਦੇ ਨਾਲ ਗੁਰਮੰਤਰ ਕਰਦੇ ਹਾਂ। ਜਦੋਂ ਅੰਤਰਗਤ ਦੇ ਵਿੱਚ ਅਸੀਂ ਜਦੋਂ ਕਹਿੰਦੇ ਹਾਂ ਭਈ ਹੁਣ ਸਹਿਜ ਦੇ ਵਿੱਚ ਕਰੋ, ਸਹਿਜ ਦੇ ਵਿੱਚ ਸਹਿਜ ਬੰਦੇ ਸੁਣ ਸਹਿਜ ਵਿੱਚ ਸਮਾਉਂਦੇ ਜਾਂਦੇ ਤੇ ਸ਼ਬਦ ਤੇਜ਼ ਹੁੰਦੇ ਰਹਿੰਦੇ। ਬਸ ਤੁਸੀਂ ਉਹਦੇ ਵਿੱਚ ਸਮਾ ਜਾਓ ਸ਼ਬਦਾਂ ਦੇ ਵਿੱਚ, ਸ਼ਬਦ ਦੇ ਵਿੱਚ ਜਦੋਂ ਮਰੋ ਬਾਣੀ ਮਨ। ਪੜ੍ਹਦੇ ਉਦੋਂ ਜ਼ਿਆਦਾ ਹੁੰਦਾ ਆ, ਜਿੱਦਾਂ ਉਦੋਂ ਸਾਨੂੰ ਜਿੱਦਾਂ ਬਹੁਤ ਨੀਂਦ ਆਉਂਦੀ ਹੈ। ਜਦੋਂ ਤਾਂ ਬਹੁਤ ਜ਼ਿਆਦਾ ਆਉਂਦੀ ਜਦੋਂ ਅਸੀਂ ਬਾਣੀ ਪੜ੍ਹਨ ਲੱਗਦੇ ਆ ਨਾ। ਜਦੋਂ ਚਲੋ ਬਾਣੀ ਦੇ ਨਾਲ ਹੋਵੇ, ਕੀਰਤਨ ਦੇ ਨਾਲ ਹੋਵੇ, ਤੇ ਇਹ ਸ਼ਬਦ ਹੀ ਹੈ। ਬਾਣੀ ਵੀ ਸ਼ਬਦ ਹੀ ਹੈ। ਮਹਾਰਾਜ ਕਹਿੰਦੇ ਸ਼ਬਦ ਮਰੇ ਤੇ ਸਦਾ ਆਨੰਦ, ਸਤਿਗੁਰ ਭੇਟੇ ਗੁਰੂ ਗੋਬਿੰਦ, ਨਾਉ ਮਰੇ ਨਾ ਆਵੇ ਜਾਏ, ਪੂਰੇ ਸਤਿਗੁਰ ਰਿਹਾ ਸਮਾਏ। ਪੂਰੇ ਸਤਿਗੁਰ ਦੇ ਵਿੱਚ ਤੁਸੀਂ ਸਮਾ ਗਏ ਤੇ ਸ਼ਬਦਾਂ ਦੇ ਵਿੱਚ ਤੁਸੀਂ ਸਹਿਜ ਦੇ ਵਿੱਚ ਸੁਣਨ ਦੇ ਵਿੱਚ ਜਦੋਂ ਸਮਾਉਂਦੇ ਹੋ, ਸ਼ਬਦ ਦੇ ਧਿਆਨ ਤੁਸੀਂ ਗੁਰਮੰਤਰ ਤੋਂ ਹਟਾ ਕੇ ਨਾ ਸ਼ਬਦ ਦੇ ਵਿੱਚ ਲਾ ਦਿਓ ਤੇ ਉਹਦੇ ਵਿੱਚ ਫਿਰ ਸਹਿਜ ਦੇ ਵਿੱਚ ਜਿੱਦਾਂ ਸਹਿਜ ਬਣੀ ਹੋਈ ਹੈ, ਸੁਣ ਬਣੀ ਹੋਈ ਹੈ, ਸੁਣ ਸਹਿਜ ਵਿੱਚ ਸਮਾ ਜਾਓ। ਬਸ ਜੇ ਤੁਹਾਨੂੰ ਲੱਗੇ ਭਾਈ ਗਰਦਨ ਥੱਕ ਗਈ, ਫਿਰ ਲੇਟ ਕੇ ਆਪਣਾ ਤੁਸੀਂ ਉਹਦੇ ਸਮਾ ਜਾਓ। 2-3 ਘੰਟੇ ਏਦਾਂ ਹੀ ਸਮਾਏ ਰਹੋ ਉਹਦੇ ਵਿੱਚ, ਤੇ ਤੁਸੀਂ ਦੇਖੋਗੇ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਹੀ, ਕਿਉਂਕਿ ਸ਼ਬਦਾਂ ਦੇ ਵਿੱਚ ਜਦੋਂ ਅਸੀਂ ਸਮਾ ਜਾਂਦੇ ਹਾਂ, ਫਿਰ ਉੱਥੇ ਤੁਹਾਨੂੰ ਉਪਜੇ ਸ਼ਬਦ ਜਗਾਇਆ, ਸ਼ਬਦ ਫਿਰ ਉੱਥੇ ਜਗਾਉਂਦਾ ਵੀ ਚਲੋ ਹੁਣ ਤੁਹਾਨੂੰ ਲੈ ਚੱਲੀਏ ਪ੍ਰਕਾਸ਼ ਵਿੱਚ। ਫਿਰ ਅੱਗੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਮਹਾਰਾਜ ਜੀ ਦੀ ਕਿਰਪਾ ਹੈ। ਹਜੇ ਸਾਨੂੰ ਪ੍ਰਕਾਸ਼ ਦੇ ਦਰਸ਼ਨ ਨਹੀਂ ਜੀ ਹੋਏ, ਹਜੇ ਨਹੀਂ ਹੋਏ। ਹਾਂਜੀ, ਮਹਾਰਾਜ ਕਿਰਪਾ ਕਰੇ ਅੱਗੇ ਤੁਹਾਡੇ ਤੇ ਸਾਡੀ ਚੰਗਾ ਜੀ। ਅਰਦਾਸ ਕਰੋ, ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਤੇ। ਖਾਲਸਾ ਵਾਹਿਗੁਰੂ ਜੀ ਕੀ, ਵਾਹਿਗੁਰੂ ਸਾਰਿਆਂ ਵਾਸਤੇ ਮੈਂ ਅਰਦਾਸ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਅਰਦਾਸ ਕਰਾਂਗੇ ਮਹਾਰਾਜ ਕਿਰਪਾ ਕਰਨ ਤੁਹਾਡੇ ਤੇ ਹੋਰ। ਹਾਂਜੀ ਪਿਆਰਿਓ, ਆਪਾਂ ਹੁਣ ਸਮਾਪਤੀ ਵੱਲ ਹਾਂ। ਜੇ ਕਿਸੇ ਨੇ ਕੁਝ ਹੋਰ ਪੁੱਛਣਾ ਹੈ ਪੁੱਛ ਸਕਦੇ ਹੋ। ਤੇ ਆਪਣਾ 8:30 ਹੋਣ ਵਾਲੇ ਨੇ, 5-7 ਮਿੰਟ ਹੋਰ ਜੇ ਕਿਸੇ ਨੇ ਲਾਣਾ ਹੈ, ਕੋਈ ਪੁੱਛਣਾ ਚਾਹੁੰਦੇ ਹੋ ਜਾਂ ਗੁਰਮੰਤਰ ਕਰਨਾ ਚਾਹੁੰਦਾ ਕੋਈ ਕਰ ਲਓ। ਤੇ 8:30 ਵਜੇ ਆਪਾਂ ਸਮਾਪਤੀ ਕਰ ਦਿੰਦੇ ਵੀਰ ਜੀ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ। ਵੀਰ ਜੀ ਸਾਡੇ ਤੇ ਵੀ ਕਿਰਪਾ ਕਰੋ, ਸਾਡੀ ਵੀ ਅਰਦਾਸ ਬੇਨਤੀ ਕਰੋ, ਅੱਗੇ ਚੱਲੀਏ ਅਸੀਂ ਵੀ। ਤੁਸੀਂ ਕੌਣ ਬੋਲਦੇ ਭੈਣ ਜੀ? ਮੈਂ ਦੇਖਦਾ ਪਿਆ। ਇੱਕ ਮਿੰਟ। ਬਲਵੀਰ ਕੌਰ ਬੋਲਦੀ ਹਾਂ ਜੀ। ਅੱਛਾ ਜੀ, ਠੀਕ ਹੈ ਜੀ। ਹਾਂ ਬਲਵੀਰ ਕੌਰ। ਹਾਂਜੀ ਮਹਾਰਾਜ ਕਿਰਪਾ। ਤੁਸੀਂ ਆਪਣੀ ਅਵਸਥਾ ਦੱਸੋ ਕਿ ਕਿਸ ਤਰ੍ਹਾਂ ਚੱਲਦਾ ਤੁਹਾਡਾ? ਅਵਸਥਾ ਜੀ ਮੇਰੀ ਸੁਣਨ ਤੱਕ ਤਾਂ ਜਾਂਦੀ ਆ, ਜਿਵੇਂ ਸ਼ਬਦ ਚੱਲਦੇ ਆ ਵੀ, ਅੱਗੇ ਨਹੀਂ ਹੈ ਜੀ ਵਧ ਪਾਏ। ਹੋਰ ਕੀ ਚਾਹੀਦਾ ਫਿਰ? ਤੇ ਬਹੁਤ ਕਿਰਪਾ ਤੁਹਾਡੇ ਤੇ, ਮਹਾਰਾਜ ਜੀ ਨੇ ਕਿਰਪਾ ਬਹੁਤ ਕੀਤੀ ਹੋਈ ਹੈ। ਸ਼ਬਦ ਵੀ ਚੱਲਦੇ, ਸੁਣਨ ਵਿੱਚ ਵੀ ਜਾਂਦੇ ਹੋ। ਅੰਮ੍ਰਿਤ ਰਸ ਦਾ ਦੱਸੋ।
ਹਰ ਰਸ ਆਉਂਦਾ, ਜਿਹੜਾ ਮਿੱਠਾ ਮੂੰਹ ਹੁੰਦਾ ਉਹ ਨਹੀਂ ਹੈ ਜੀ ਹੁੰਦਾ। ਹਾਂਜੀ ਤੇ ਹਾਂਜੀ ਉਹ ਜਦੋਂ ਮਿੱਠਾ ਗੁਰਮੰਤਰ ਕਰਦੇ ਆ ਤਾਂ ਸ਼ੂਗਰ ਘੁੱਟਾਂ ਆਉਂਦੀਆਂ ਨੇ। ਸ਼ੂਗਰ ਵਰਗਾ ਮਿੱਠਾ ਨਹੀਂ ਹੋਣਾ। ਇਹ ਏਦਾਂ ਹੋਣਾ ਵੀ ਜਿੱਦਾਂ 2-3 ਘੰਟੇ ਪਹਿਲਾਂ ਸਵੀਟ ਖਾਧੀ ਸੀ, ਏਦਾਂ ਲੱਗਦਾ ਵੀ ਮੂੰਹ ਮਿੱਠਾ ਹੋਇਆ, ਇਸ ਤਰ੍ਹਾਂ ਮੂੰਹ ਮਿੱਠਾ ਹੋਣਾ। ਮਤਲਬ ਇਹ ਜਿਹੜਾ ਅੰਮ੍ਰਿਤ ਜਿੱਦਾਂ ਰਸ ਹੈ ਭਾਈ ਸਾਹਿਬ, ਹਾਂਜੀ ਹਾਂਜੀ, ਕਈ ਵਾਰੀ ਇਦਾਂ ਹੋ ਜਾਂਦਾ ਵੀ ਜਿੱਦਾਂ ਸਬਜ਼ੀ 'ਚ ਲੂਣ ਮਿਰਚ ਨਹੀਂ ਲੱਗਦਾ ਹੈਗਾ, ਜਾਂ ਹਾਂਜੀ ਕੋਈ ਹਾਂਜੀ ਚੀਜ਼ ਦਾ ਸਵਾਦ ਹਾਂਜੀ ਨਹੀਂ ਹਾਂਜੀ ਆਉਂਦਾ ਹੈਗਾ, ਬਸ ਇੱਕ ਜਿਹਾ ਹਾਂਜੀ ਰਹਿੰਦਾ ਹੈ, ਹਾਂਜੀ 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 ਏਦਾਂ ਹੁੰਦਾ। ਠੀਕ ਹੈ। ਹਾਂਜੀ ਇਹ ਜਿਹੜਾ ਅੰਮ੍ਰਿਤ ਰਸ ਹੈ ਨਾ ਭੈਣ ਜੀ, ਇਹਨੂੰ ਘੁੱਟ ਭਰਦੇ ਰਹਿਣਾ ਚਾਹੀਦਾ, ਕਿਉਂਕਿ ਇਹ ਜਿਹੜੇ ਸਾਡੇ ਦਰ ਤੇ ਬੈਠੇ ਨੇ ਇਹ ਲੈ ਜਾਂਦੇ ਨੇ। ਫਿਰ ਸਾਨੂੰ ਕਈਆਂ ਨੂੰ ਸ਼ਬਦ ਬੜੇ ਹੁੰਦੇ, ਪਰ ਅੰਮ੍ਰਿਤ ਰਸ ਉਹ ਪੀਂਦੇ ਨਹੀਂ ਹੈਗੇ। ਲਾਰ ਨੂੰ ਅੰਦਰ ਲੈ ਜਾਇਆ ਕਰੋ, ਕਿਉਂਕਿ ਪੰਜ ਪਰੂਆ ਦਰ ਹਾਂਜੀ, ਦੇ ਅੰਦਰ ਉੱਤੇ ਲੈ ਕੇ ਰਹਿੰਦੇ ਜਾਂਦੇ। ਸਾਡੇ, ਉਹ ਦਰ ਦੇ ਉੱਤੇ ਬੈਠੇ ਆ, ਪੀ ਜਾਂਦੇ ਸਾਡਾ ਅੰਮ੍ਰਿਤ ਰਸ। ਇਹ ਜਿਹੜੇ ਹਾਂਜੀ, ਪੰਜ ਕਹਿੰਦੇ ਨਾ, ਏਦਾਂ ਕਾਮ ਹੁੰਦਾ। ਕ੍ਰੋਧ ਲੋਭ ਮੋਹ ਹੰਕਾਰ, ਅੰਮ੍ਰਿਤ ਲੁੱਟੇ ਕੋਈ ਨਾ ਸੁਣੇ ਪੁਕਾਰਾ। ਠੀਕ ਹੈ ਭਾਈ ਇਸ ਜੀ। ਕਰਕੇ ਹੁਣ ਨਾ ਜਦੋਂ ਮੈਂ ਵੀ ਇੰਡੀਆ, ਭਾਈ ਸਾਹਿਬ ਹਾਂਜੀ ਇੰਡੀਆ ਗਈ ਸੀਗੀ, 2 ਮਹੀਨੇ ਅੱਛਾ ਜੀ ਬਾਅਦ ਆਈ ਆ, ਤਾਂ ਜਿੱਦਾਂ ਨਾ ਮੈਂ ਪਿੱਛੇ ਜੇ ਚਲੀ ਗਈ, ਮੇਰੀ ਅਵਸਥਾ ਹੁਣ ਅੱਛਾ ਥੋੜੀ ਜਿਹੀ, ਫਿਰ ਅੱਗੇ ਭੈਣ ਕਰੋ। ਜੀ, ਕੱਲ ਵੀ ਤਾਂ ਸ਼ਾਇਦ ਤੁਸੀਂ ਹੈਗੇ ਸੀ ਜਾਂ ਨਹੀਂ ਸੀ। ਕੱਲ ਵੀ ਆਪਣੇ ਇੱਕ ਬੱਚੀ ਆਈ ਹੈ, ਆਇਰਲੈਂਡ ਤੋਂ ਹੈਗੀ ਆ, ਤੇ ਉਹ ਹਾਂਜੀ, ਵੀ ਆਈ ਮਹੀਨਾ ਸੀ ਮੈਂ ਡੇਢ ਕੱਲ ਮਹੀਨਾ ਵੀ। ਲਾ ਕੇ ਆਏ ਨੇ। ਮਤਲਬ ਇਹ ਹੋ ਜਾਂਦਾ, ਕਿਉਂਕਿ ਉੱਥੇ ਫਿਰ ਸਾਡੇ ਕੋਲੋਂ ਜਿਸ ਤਰ੍ਹਾਂ ਆਪਣਾ ਰੂਮ ਨਹੀਂ, ਆਪਣੀ ਟਾਈਮਿੰਗ ਨਹੀਂ, ਸਵੇਰੇ ਕਰ ਲਿਆ ਕਦੀ ਹਾਂਜੀ, ਸ਼ਾਮੀ ਕਰ ਲਿਆ, ਤੇ ਇਸ ਕਰਕੇ ਸਾਡੇ ਹਾਂਜੀ, ਉਹ ਟਾਈਮਿੰਗ ਖਰਾਬ ਹੋ ਜਾਂਦਾ। ਜਿਸ ਤਰ੍ਹਾਂ ਅਸੀਂ ਵੀ ਹੁਣ ਤੁਹਾਡੇ ਕੈਨੇਡਾ ਆਏ ਸੀ, ਖਾਣ ਪੀਣ ਦਾ ਟਾਈਮ ਹਾਂਜੀ, ਸਾਡਾ ਹੋਰ ਹੋ ਗਿਆ। ਉੱਥੇ ਜਦੋਂ ਰਹੇ ਆ, ਫਿਰ 15-20 ਦਿਨਾਂ ਦੇ ਵਿੱਚ ਸਾਨੂੰ ਜਾ ਕੇ ਮਸਾਂ ਹੀ ਉਹ ਸੈਟਿੰਗ ਹੋਈ ਸੀ। ਫਿਰ ਇੱਥੇ ਆ ਕੇ ਹੁਣ ਜਿੱਦਾਂ ਹਰ ਇੱਕ ਚੀਜ਼ ਦਾ ਖਾਣ ਦਾ ਭੁੱਖ ਨਹੀਂ ਲੱਗਦੀ। ਉਹ ਟਾਈਮ ਇੱਥੇ ਦਾ ਹੋਰ ਹੈ, 6-8 ਘੰਟੇ ਦਾ, 8.5 ਘੰਟੇ ਦਾ ਫਰਕ ਹੈ। ਤੇ ਉਹ ਇਸ ਤਰ੍ਹਾਂ ਯੂਜ਼ ਹਾਂਜੀ, ਟੂ ਨਹੀਂ ਹੋ ਆਪਾਂ ਫਿਰ ਹੋ ਪਾਉਂਦੇ। ਹੌਲੀ ਹੌਲੀ ਫਿਰ ਠੀਕ ਹੋ ਜਾਂਦਾ। ਹੁਣ ਤੁਸੀਂ ਆ ਗਏ ਹੋ, ਤੇ ਹੁਣ ਜਿਹੜੀ ਤੁਹਾਡੀ ਜਿਹੜੀ ਹਾਂਜੀ, ਕਮੀ ਆ, ਤੁਸੀਂ ਉਹਨੂੰ ਥੋੜਾ ਜਿਹਾ ਵਧਾਓ। ਜਿੱਥੇ ਆਪਾਂ ਜਿਸ ਤਰ੍ਹਾਂ ਹੁਣ ਹੁੰਦਾ ਨਾ, ਜਿਸ ਤਰ੍ਹਾਂ ਇਹ ਸੰਸਾਰ ਵਿੱਚ ਆਪਾਂ ਵਿਚਰੇ, ਕਿਤੇ ਭੈਣ ਭਰਾ ਨੂੰ ਮਿਲੇ, ਹੋ ਜਾਂਦੀਆਂ ਸਾਡੇ ਕੋਲ ਗੱਲਾਂ ਬਾਤਾਂ ਦੇ ਵਿੱਚ। ਅਸੀਂ ਕਿਸੇ ਦਾ ਬੁਰਾ ਨਹੀਂ ਕਰਦੇ, ਪਰ ਗੱਲਾਂ ਬਾਤਾਂ ਹਾਂਜੀ, ਦੇ ਹਾਂਜੀ, ਸਵਾਦ ਹੁੰਦੀ ਸਾਡੇ ਹੈ। ਜਿੱਦਾਂ ਹੋ ਜਾਂਦੇ ਨੇ। ਪਰ ਆਪਾਂ ਕੀ ਕਰਨਾ, ਜਿੱਦਾਂ ਅੱਧਾ ਘੰਟਾ ਗੱਲਬਾਤ ਆਪਾਂ ਕਰ ਲਈ, ਤੇ ਫਿਰ ਆਪਾਂ 35 ਮਿੰਟ 40 ਮਿੰਟ ਆਪਾਂ ਸਿਮਰਨ ਕਰ ਲਈਏ, ਫਿਰ ਉਹ ਸਾਡਾ ਕਵਰ ਹੋ ਜਾਂਦਾ, ਸਾਡਾ ਜਿਹੜਾ ਸਵਾਸ ਜਿਹੜੇ ਆਪਾਂ ਫਿਰ ਬਸ ਸਭ ਉੱਥੇ ਏਦਾਂ ਦੁਬਾਰਾ ਹੁੰਦਾ ਸਾਡੇ। ਮੇਰਾ, ਜਿੱਦਾਂ ਮੈਂ ਹਾਂਜੀ ਸਿਮਰਨ ਕਰਦੀ ਆ ਨਾ, ਕਰਦੇ ਕਰਦੇ ਮੈਨੂੰ ਜਿੱਦਾਂ ਨੀਂਦ ਬਹੁਤ ਆ ਜਾਂਦੀ ਹੈ, ਤੇ ਸਰੀਰ ਬਿਲਕੁਲ ਠੰਡਾ ਹੋ ਜਾਂਦਾ ਹੈ। ਕਈ ਵਾਰੀ ਤਾਲੂ ਵੀ ਠੰਡਾ ਹੁੰਦਾ ਹੈ, ਤੇ ਅੱਖਾਂ 'ਚ ਹਾਂਜੀ ਆਂਸੂ ਆਏ ਹੁੰਦੇ ਆ, ਤੇ ਅੰਦਰੋਂ ਹੌਂਕੇ ਨਿਕਲਦੇ ਆ, ਏਦਾਂ ਹੁੰਦਾ ਹੈ। ਤੇ ਸਿਮਰਨ ਮੇਰਾ ਜਦੋਂ ਥੋੜੀ ਦੇਰ ਕਰਦੀ, 15-20 ਮਿੰਟ, ਬੰਦ ਹੋ ਇਹੀ ਜਾਂਦਾ। ਇਹੀ ਤੇ ਮਾਇਆ ਨੂੰ ਛੁਡਾਉਂਦਾ ਹੈ ਭੈਣ ਜੀ। ਬਹੁਤ ਹੀ ਵਧੀਆ ਅਵਸਥਾ ਹੈ। ਬਿਨ ਵਿਰਾਗ ਨਾ ਛੁੱਟਸ ਮਾਇਆ, ਵਿਰਾਗ ਦੀ ਅਵਸਥਾ ਤੁਹਾਡੀ ਹੈ। ਮਹਾਰਾਜ ਜੀ ਨੇ ਕਿਰਪਾ, ਦੂਜੀ ਤੀਜੀ ਅਵਸਥਾ ਤੁਸੀਂ ਪਹੁੰਚ ਗਏ ਹੋ। ਅੱਗੇ ਹੁਣ ਮਿਲਾਪ ਹੀ ਹੈ। ਜਦੋਂ ਵਿਰਾਗ ਦੇ ਵਿੱਚ ਬੰਦਾ ਠੀਕ ਚਲਾ ਜਾਂਦਾ, ਤੜਫ ਜਾਗ ਜਾਂਦੀ ਹੈ ਮਿਲਣ ਦੀ। ਨਾਮ ਨੂੰ ਸੁਣ ਰਹੇ ਹੋ, ਸ਼ਬਦ ਨੂੰ ਸੁਣਦੇ ਸੁਣਦੇ ਮਹਾਰਾਜ ਕਹਿੰਦੇ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਵੇਖਣ ਕਾ ਚਾਅ। ਫਿਰ ਤੁਹਾਡੇ ਅੰਦਰ ਇਹ ਚਾਅ ਪੈਦਾ ਹੋ ਰਿਹਾ ਵੀ ਮੈਂ ਮਿਲਾਂ ਹੁਣ, ਤੇ ਮਿਲਾਪ ਹਾਂਜੀ, ਵੀ ਜਲਦੀ ਹੋ ਜਾਏਗਾ। ਇਹ ਵਿਰਾਗ ਦੀ ਅਵਸਥਾ ਬਹੁਤ ਵਧੀਆ। ਸਰੀਰ ਠੰਡਾ ਹੁੰਦਾ, ਤਾਲੂ ਠੰਡਾ ਹੁੰਦਾ, ਮਨ ਠੰਡਾ ਹੁੰਦਾ, ਹਾਂਜੀ, ਸ਼ੀਤਲ ਵਰਗਾ ਮਨ ਹੋ ਗਿਆ ਤੁਹਾਡਾ। ਤੇ ਬੜੀ ਕਿਰਪਾ ਮਹਾਰਾਜ ਜੀ ਦੀ। ਤੁਸੀਂ ਇਸੇ ਤਰ੍ਹਾਂ ਜਿਹੜਾ ਤੁਹਾਡਾ ਉੱਥੇ ਤੁਸੀਂ ਇਹਨੂੰ ਕਵਰ ਕਰੋ ਥੋੜਾ ਜਿਹਾ, ਜਿਹੜਾ ਤੁਹਾਡੀ ਅਵਸਥਾ ਪਿੱਛੇ ਚਲੀ ਗਈ। ਜਿੱਦਾਂ ਤੁਸੀਂ ਅੱਧਾ ਅੱਛਾ ਘੰਟਾ ਜੀ, ਕਰਦੇ ਹੋ, ਪੌਣਾ ਘੰਟਾ ਕਰ ਲਓ, ਪੌਣਾ ਕਰਦੇ ਹੋ, ਘੰਟਾ ਕਰ ਲਓ, ਥੋੜਾ ਜਿਹਾ ਉਸਨੂੰ ਕਵਰ ਕਰੋ ਜਿਹੜਾ ਤੁਹਾਡਾ ਪਿੱਛੇ ਨੁਕਸਾਨ ਹੋ ਗਿਆ। ਤੇ ਆਪਾਂ ਇਹ ਠੀਕ ਹੈ। ਸੰਸਾਰ ਦੇ ਵਿੱਚ ਵੀ ਵਿਚਰਨਾ ਕਰਨਾ, ਪਰ ਆਪਾਂ ਇਸ ਨੂੰ ਫਿਰ ਕਵਰ ਕਰ ਲਈਦਾ। ਆਪਾਂ ਜਿੱਦਾਂ ਕੋਈ ਵੀ ਗੱਲ ਹੋ ਵੀ ਜਾਵੇ ਸੰਸਾਰ ਵਿੱਚ, ਕਈ ਵਾਰੀ ਭੈਣ ਭਰਾ ਆ ਜਾਂਦੇ ਨੇ, ਕਈ ਗੱਲਾਂ ਹੋ ਜਾਂਦੀਆਂ ਪਰਿਵਾਰ ਦੇ ਵਿੱਚ, ਤੇ ਫਿਰ ਆਪਾਂ ਉਹ ਸਿਮਰਨ ਥੋੜਾ ਵਧਾ ਲੈਂਦੇ ਹਾਂ, ਫਿਰ ਆਪਣਾ ਠੀਕ ਹੋ ਜਾਂਦਾ। ਉੱਥੇ ਹੀ ਅਵਸਥਾ ਪਰਿਵਾਰ ਵਾਲੇ ਵਾਪਸ ਆ ਵੀ ਕਹਿ ਦਿੰਦੇ ਆ ਜੀ, ਤੈਨੂੰ ਕਿਉਂ ਠੰਡ ਚੜਦੀ ਹੈ, ਤੂੰ ਕੰਬਲ ਹੀ ਲੈ ਕੇ ਰੱਖਦੀ ਹੈ ਜਦੋਂ ਬਹਿੰਦੀ ਹੈ ਪੈਂਦੀ ਹੈ। ਮੈਨੂੰ ਠੰਡ ਨਹੀਂ, ਉਹ ਬਹੁਤ ਫਿਰ ਲੱਗਦੀ, ਪਤਾ ਮੈਂ ਕੀ ਕਰਾਂ। ਖੱਬੇ ਪਾਸੇ ਜਦੋਂ ਸਾਡੀ ਸੁਰਤ ਜ਼ਿਆਦਾ ਜੁੜ ਜਾਂਦੀ ਹੈ ਨਾ, ਫਿਰ ਸਰੀਰ ਠੰਡਾ ਹੋ ਜਾਂਦਾ। ਕਈ ਵਾਰੀ ਏਦਾਂ ਲੱਗਦਾ ਕੋਲਡ ਹੋਣ ਲੱਗਾ, ਸਾਡੇ ਸਰੀਰ ਕੰਬਦਾ, ਪਰ ਹੁੰਦਾ ਨਹੀਂ, ਜਿੱਦਾਂ ਬੁਖਾਰ ਨਹੀਂ ਹੁੰਦਾ, ਪਰ ਉਹ ਸਰੀਰ ਠੰਡਾ ਹਾਂਜੀ, ਠੰਡਾ ਜਿਹਾ ਮਹਿਸੂਸ ਕਰਦਾ ਵੀ ਆਪਾਂ ਕੋਈ ਕੱਪੜਾ ਲਈਏ। ਤੇ ਉਹ ਖੱਬੇ ਪਾਸੇ ਵੱਲ ਧਿਆਨ, ਜਿੱਦਾਂ ਸੁਰਤੀ ਸਾਡੀ ਹੋ ਜਾਂਦੀ ਨੇ, ਇੱਧਰ ਚੰਦਰਮਾ ਦੀ ਠੰਡਕ ਹੈਗੀ ਹੈ, ਤੇ ਸਰੀਰ ਸੁੰਗੜਨ ਲੱਗਦਾ, ਸਾਨੂੰ ਜੀ ਕਰਦਾ ਵੀ ਇਕੱਠਾ ਹੋ ਰਿਹਾ ਸਰੀਰ, ਤੇ ਆਪਾਂ ਕੋਈ ਕੰਬਲ ਲੈ ਲਈਏ। ਤੇ ਸੱਜੇ ਹਾਂਜੀ, ਪਾਸੇ ਹੋਵੇ ਤੇ ਸਾਨੂੰ ਗਰਮੀ ਲੱਗਣੀ ਸ਼ੁਰੂ ਹੋ ਜਾਂਦੀ ਹੈ, ਕ੍ਰੋਧ ਆਉਣਾ ਸ਼ੁਰੂ ਹੋ ਜਾਂਦਾ ਹੈ। ਸੱਜੇ ਪਾਸੇ ਜ਼ਿਆਦਾ, ਖੱਬੇ ਪਾਸੇ ਜ਼ਿਆਦਾ ਜਿਹੜਾ ਪਿਆਰ ਵਾਲਾ ਖੇਲ ਜ਼ਿਆਦਾ ਹੈ। ਸ਼ਬਦ ਜ਼ਿਆਦਾਤਰ ਖੱਬੇ ਠੀਕ। ਪਾਸੇ ਹੀ ਸੁਣਦੇ ਨੇ। ਪਰ ਆਪਾਂ ਜਦੋਂ ਇਹਨੂੰ ਈੜਾ ਪਿੰਗਲਾ, ਜਿੱਦਾਂ ਆਪਾਂ ਵਿਚਾਰ ਕਰ ਰਹੇ ਸੀ ਵੀ ਇਹਨੂੰ ਅਗਰ ਅਸੀਂ ਸਮ ਕਰ ਲਈਏ, ਤੇ ਇਹ ਮੇਰੇ ਜੀ ਸੁਖਮਨਾ ਵਾਲੇ ਸੱਜੇ ਪਾਸੇ ਸੁਣਦੇ ਆ ਸ਼ਬਦ, ਸੱਜੇ ਸੱਜੇ ਪਾਸੇ ਪਾਸੇ ਸੁਣਦੇ ਜ਼ਿਆਦਾ ਖੱਬੇ। ਸੁਣਦੇ ਆ, ਹਾਂਜੀ, ਖੱਬੇ ਘੱਟ ਹਾਂਜੀ ਸੁਣਦੇ ਆ।
ਖੱਬੇ ਪਾਸੇ ਫਿਰ ਤੁਹਾਡਾ ਧਿਆਨ ਚਲਾ ਜਾਂਦਾ, ਜਿਸ ਤਰ੍ਹਾਂ ਮਤਲਬ ਠੰਡਕ ਜਿਹੜੀ ਖੱਬੇ ਪਾਸੇ ਹੈ, ਸੱਜੇ ਪਾਸੇ ਤੁਹਾਡੇ ਸ਼ਬਦ ਹਾਂਜੀ ਸੁਣਦੇ ਨੇ ਤੁਸੀਂ। ਜਿਹੜਾ ਇਹ ਜਿੱਦਾਂ ਇਹਨਾਂ ਨੇ ਦੱਸਿਆ, ਪਰ ਆਪਾਂ ਨੂੰ ਇਹਦੇ ਵਿੱਚ ਗੁਰਬਾਣੀ ਵਿੱਚ ਲਿਖਿਆ ਤੇ ਹੋਇਆ, ਪਰ ਆਪਾਂ ਨੂੰ ਇਹ ਹੁਕਮ ਨਹੀਂ ਪਈ ਆਪਾਂ ਇਹ ਜਿਹੜਾ ਇਹ ਯੋਗ ਮਤ ਨਾਲ ਜਿਸ ਤਰ੍ਹਾਂ ਸਵਾਸ ਨੂੰ ਖਿੱਚੀਏ ਤੇ ਫਿਰ ਛੱਡੀਏ, ਮਤਲਬ ਖੱਬੇ ਪਾਸੇ ਸਵਾਸਾਂ ਨੂੰ ਖਿੱਚਣਾ, ਸੱਜੇ ਪਾਸੇ ਛੱਡਣਾ, ਜਦੋਂ ਬਰਾਬਰ ਹੋ ਜਾਏ ਦੋਨੋਂ ਸੁਰਾਂ ਤੇ ਫਿਰ ਆਪਾਂ ਦੋਨੋਂ ਨੱਕ ਦੇ ਨਾਲ ਖਿੱਚ ਕੇ ਉੱਪਰ ਨੂੰ ਲੈ ਜਾਣਾ। ਬਿਲਕੁਲ ਦੋਨੋਂ ਸੁਰਾਂ ਖੁੱਲ ਜਾਂਦੀਆਂ ਸਾਡੀਆਂ, ਜਿਹੜੀਆਂ ਇਹ ਨੱਕ ਦੀਆਂ ਜਿਹੜੀਆਂ ਦੋਨੋਂ ਸੁਰਾਂ ਨੇ ਨਾ, ਇਹ ਫਿਰ ਖੁੱਲ ਜਾਂਦੀਆਂ। ਠੀਕ ਫਿਰ ਹੈ ਇਹ ਸਾਡਾ ਸਮਝੋ ਦਰ ਖੁੱਲ ਗਿਆ, ਫਿਰ ਸਾਡੇ ਸ਼ਬਦ ਬਰਾਬਰ ਹੋ ਜਾਂਦੇ। ਧਿਆਨ ਥੋੜਾ ਮੱਥੇ ਤੋਂ ਸਾਹਮਣੇ ਵਾਹਿਗੁਰੂ ਕਰਕੇ ਜੀ। ਰੱਖਣਾ। ਹਾਂਜੀ, ਜਿਵੇਂ ਤੁਸੀਂ ਕਹਿੰਦੇ ਦੋਨੇ ਪਾਸੇ ਬਰਾਬਰ ਹੀ ਖਿੱਚਣਾ ਸਾ, ਜਾਂ ਇੱਕ ਨਹੀਂ ਪਾਸੇ ਆਪਾਂ ਖਿੱਚਣਾ? ਇਹ ਜਿਹੜਾ ਆਪਾਂ ਵਿਚਾਰ ਕਰ ਰਹੇ ਨਾ, ਮੈਂ ਭਗਤ ਬੈਣੀ ਜੀ ਦੀ ਇਹਨਾਂ ਨੇ ਦੱਸਿਆ, ਪਰ ਇਹ ਸਾਨੂੰ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦੇ ਵਿੱਚ ਦਰਜ ਤੇ ਹੈਗਾ, ਇਹ ਜੋਗੀ ਕਰਦੇ ਸਨ। ਹੁਣ ਆਪਾਂ ਸਹਿਜ ਦੇ ਨਾਲ ਹੀ, ਤੁਸੀਂ ਨਾ ਜਦੋਂ ਗੁਰਮੰਤਰ ਕਰਦੇ ਆ, ਥੋੜਾ ਜਿਹਾ ਸਵਾਸ ਜਦੋਂ ਗੁਰਮੰਤਰ ਕਰਦੇ ਆ, ਸਹਿਜ ਵਿੱਚ ਸਿਮਰਨ ਕਰਦੇ ਆ ਆਪਣੇ ਨੱਕ ਦੇ ਕੋਲ ਜਿੱਥੋਂ ਸਵਾਸ ਅੰਦਰ ਜਾਂਦਾ, ਇੱਥੇ ਧਿਆਨ ਲਿਆਣਾ ਆਪਣਾ, ਤੇ ਇੱਥੋਂ ਥੋੜਾ ਜਿਹਾ ਇਸ ਤਰ੍ਹਾਂ ਖਿੱਚ ਲੈਣਾ, ਆਪਣੇ ਸਵਾਸਾਂ ਨੂੰ ਖਿੱਚ ਕੇ ਦੇਖਣਾ ਵੀ ਜੇ ਇੱਕ ਪਾਸੇ ਨੱਕ ਦੇ ਤੁਹਾਡੇ ਬੰਦ ਹੈਗਾ ਨੱਕ, ਤੇ ਦੂਜੇ ਪਾਸੇ ਸਿੱਧਾ ਸਾਫ਼ ਠੰਡੀ ਹਵਾ ਜਾ ਰਹੀ ਹੈ, ਤੇ ਫਿਰ ਸਮਝ ਲਓ ਜਿਸ ਪਾਸੇ ਨੱਕ ਖੁੱਲਾ ਉਹ ਸੁਰ ਤੁਹਾਡੀ ਖੁੱਲ ਗਈ, ਤੇ ਦੂਜੇ ਪਾਸੇ ਪਵਨ ਜਿਹੜੀ ਹੈ ਉਹ ਰੁਕੀ ਹੋਈ ਹੈ। ਤੇ ਇਸ ਦੋਨੋਂ ਪਾਸੇ ਦੇ ਨੱਕ ਨੂੰ ਅਸਾਂ ਆਪਾਂ ਉੱਪਰ ਨੂੰ, ਜਿੱਦਾਂ ਕਿਸੇ ਖੁਸ਼ਬੂ ਨੂੰ ਲੈਣ ਵਾਸਤੇ ਨੱਕ ਨੂੰ ਸੰਗੋੜਦੇ ਹਨ ਉੱਪਰ ਨੂੰ, ਇਸ ਤਰ੍ਹਾਂ ਕਰਕੇ ਫਿਰ ਥੋੜਾ ਜਿਹਾ ਇਸਨੂੰ ਨੱਕ ਨੂੰ ਸਾਫ਼ ਕਰਨਾ, ਦੋਨੋਂ ਸੁਰਾਂ ਦੇ ਵਿੱਚ ਸਿਮਰਨ ਕਰਨਾ, ਗੁਰੂ ਗੁਰੂ ਗੁਰੂ। ਇਹ ਮਤਲਬ ਵਾਹੇ ਕਹਿ ਨੱਕ ਦੇ ਨਾਲ ਖਿੱਚ ਲੈਣਾ ਤੇ ਗੁਰੂ ਨੂੰ ਛੱਡ ਦੇਣਾ, ਇਸ ਤਰ੍ਹਾਂ ਕਰਕੇ ਸਵਾਸਾਂ ਨੂੰ ਏਦਾਂ ਖਿੱਚਣਾ ਉੱਪਰ ਨੂੰ, ਤੇ ਇਹਦੇ ਨਾਲ ਕੀ ਹੋਏਗਾ, ਇੱਕ ਵਿਚਾਰ ਘਟਦੇ ਨੇ, ਦੂਜਾ ਜਿਹੜੀਆਂ ਸੁਰਾਂ ਦੋਨੋਂ ਸਾਫ਼ ਹੋ ਜਾਂਦੀਆਂ, ਦਰ ਖੁੱਲ ਜਾਂਦਾ। ਇਹ ਪਵਨ ਦੇ ਕਰਕੇ ਹੁੰਦਾ, ਇੱਕ ਪਾਸੇ ਪਵਨ ਜ਼ਿਆਦਾ ਹੋ ਜਾਂਦੀ ਹੈ, ਇੱਕ ਪਾਸੇ ਘੱਟ ਹੋ ਜਾਂਦੀ ਹੈ, ਕਿਉਂਕਿ ਗੁਰਮੰਤਰ ਅਗਰ ਅਸੀਂ ਬਿਲਕੁਲ ਤਰੀਕੇ ਨਾਲ ਕਰਦੇ ਹਾਂ ਫਿਰ ਤੇ ਇਹ ਹੁੰਦਾ ਹੀ ਨਹੀਂ। ਤੇ ਜਦੋਂ ਗੁਰਮੰਤਰ ਜਦੋਂ ਅਸੀਂ ਵਾਹੇ ਜ਼ਿਆਦਾ ਕਹਿ ਦਿੰਦੇ ਆ, ਕਈ ਵਿੱਚ ਹਾ ਲਾ ਦਿੰਦੇ ਨੇ, ਵਾਹਿਗੁਰੂ, ਤੇ ਇਸ ਤਰ੍ਹਾਂ ਕਰਕੇ ਫਿਰ ਥੋੜਾ ਜਿਹਾ ਪਵਨ ਇੱਕ ਪਾਸੇ ਗੁਰੂ ਵਾਲੇ ਪਾਸੇ, ਇੱਕ ਪਾਸੇ ਜ਼ਿਆਦਾ ਹੋ ਜਾਂਦੀ ਹੈ, ਇੱਕ ਪਾਸੇ ਘਟ ਜਾਂਦੀ ਹੈ। ਸੋ ਬਰਾਬਰ ਦੇ ਵਿੱਚ ਆਪਾਂ ਜਦੋਂ ਗੁਰੂ ਮੰਤਰ ਕਰਦੇ ਹਾਂ ਫਿਰ ਤੇ ਇਹ ਸੁਰਾਂ ਖਰਾਬ ਹੁੰਦੀਆਂ ਜੀ। ਸੋ ਤੁਸੀਂ ਧਿਆਨ ਰੱਖਣਾ ਇਸ ਚੀਜ਼ ਦਾ, ਥੋੜਾ ਸਵਾਸ ਰੋਕ ਕੇ ਏਦਾਂ ਫਿਰ ਜਦੋਂ ਸੌਣ ਲੱਗਿਆ ਆਪਣਾ ਤੁਸੀਂ 5-7 ਮਿੰਟ ਏਦਾਂ ਕਰ ਲਿਆ ਕਰੋ। ਵਾਹੇ ਕਹਿੰਦੇ ਉੱਪਰ ਨੂੰ ਖਿੱਚ ਲਿਆ, ਗੁਰੂ ਕਹਿੰਦੇ ਫਿਰ ਛੱਡ ਦਿੱਤਾ ਸਵਾਸ, ਤੇ ਦੋਨੋਂ ਨੱਕ ਦੀਆਂ ਸੁਰਾਂ ਜਿਹੜੀਆਂ ਸਾਫ਼ ਹੋ ਜਾਣ, ਤੇ ਫਿਰ ਪਵਨ ਦੋਨੋਂ ਪਾਸੇ ਇੱਕੋ ਜਿਹੀ ਹੋ ਜਾਏਗੀ, ਸੱਜੇ ਖੱਬੇ, ਫਿਰ ਤੁਹਾਨੂੰ ਨਾ ਠੰਡ ਲੱਗੇਗੀ ਨਾ ਗਰਮੀ ਲੱਗੇਗੀ, ਫਿਰ ਬੜਾ ਆਨੰਦ ਜੇ ਵਿੱਚ ਮਨ ਜਿਹੜਾ ਸਾਡਾ ਟਿਕ ਜਾਏਗਾ। ਸੋ ਇਸ ਤਰ੍ਹਾਂ ਤੁਸੀਂ ਧਿਆਨ ਰੱਖਣਾ ਜੀ। ਠੀਕ ਹੈ ਜੀ, ਠੀਕ ਹੈ ਚੰਗਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੁਣ ਬਹੁਤ ਆਪਾਂ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਸੰਗਤਾਂ ਗੁਰੂ ਬਖਸ਼ਣ ਜੋਗੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।